TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਹੁਣ ਸਿਰਫ ਪੋਟਿਆਂ ਤੇ ਗਿਣੇ ਜਾਣ ਜਿੰਨੇ ਦਿਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਹਿੰਦੀ ਨੇ। ਚੋਣ ਪ੍ਰਚਾਰ ਸਿਖਰਾਂ ਤੇ ਹੈ। ਹਰ ਪਾਰਟੀ ਆਪੋ ਆਪਣੇ ਤਰੀਕੇ ਨਾਲ ਵੋਟਰਾਂ ਨੂੰ ਭਰਮਾਉਣ ਦੇ ਯਤਨ ਕਰ ਰਹੀ ਹੈ ਤੇ ਇਸ ਵਕਤ ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ SSM ਚੋਣ ਮੈਦਾਨ ਵਿੱਚ ਨਿਤਰੀਆਂ ਹੋਈਆਂ ਨੇ। ਉਹਨਾਂ ਦਾ ਚੋਣ ਪ੍ਰਚਾਰ ਕਿਉਂ ਘੱਟ ਨਜ਼ਰ ਆ ਰਿਹਾ ਹੈ, ਉਹਨਾਂ ਨੇ ਆਪਣੇ ਨੁਕਤੇ ਵੀ ਸਾਂਝੇ ਕਰ ਦਿੱਤੇ ਨੇ ਤੇ ਉਹਦੇ ਵਿੱਚੋਂ ਕੀ ਕੁਝ ਕਰਨਾ ਚਾਹੁੰਦੇ ਨੇ। ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਵਾਲਾਂ ਦੇ ਜਵਾਬ ਅੱਜ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਤੋਂ ਹੋਰਾਂ ਤੋਂ ਲੈ ਲਈਏ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਹਾਲੇ ਵੀ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹੈ ਕਿ ਕਿਸਾਨਾਂ ਨੂੰ ਚੋਣ ਲੜਨੀ ਨਹੀਂ ਸੀ ਚਾਹੀਦੀ, ਪਰ ਹੁਣ ਤਾਂ ਉਹ ਚੋਣ ਮੈਦਾਨ ਵਿੱਚ ਨਿੱਤਰ ਚੁੱਕੇ ਨੇ। ਕੀ ਇਹ ਸਵਾਲ ਅੱਜ ਜਾਇਜ਼ ਹੈ ਜੀ? ਨਹੀਂ, ਅੱਜ ਇਹ ਸਵਾਲ ਦਾ ਕੋਈ ਮਤਲਬ ਨਹੀਂ ਰਹਿ ਗਿਆ। ਚਾਹੀਦੀ ਸੀ, ਨਹੀਂ ਚਾਹੀਦੀ ਸੀ, ਠੀਕ ਹੈ, ਗਲਤ ਹੈ, ਉਹ 'ਚ ਬਹੁਤ ਕੰਟਰੋਵਰਸੀ ਹੋ ਚੁੱਕੀ ਪਹਿਲਾਂ ਹੀ ਜੀ। ਉਹਦੇ 'ਚ ਇਸ ਵੇਲੇ ਹੁਣ ਕੋਈ ਫਾਇਦਾ ਨਹੀਂ ਹੈ। ਹੁਣ ਤਾਂ ਇਹ ਦੇਖਣ ਦੀ ਲੋੜ ਸੀ ਕਿ ਜਦ ਉਹ ਚੋਣ ਮੈਦਾਨ 'ਚ ਨਿੱਤਰ ਪਏ ਤਾਂ ਉਹਨਾਂ ਨੂੰ ਕਰਨਾ ਕੀ ਚਾਹੀਦਾ ਹੈ। ਕਿਉਂਕਿ ਜਦ ਤੁਸੀਂ ਕੋਈ ਸਟੈਪ ਲੈ ਲਿਆ, ਉਦੋਂ ਅੱਗੇ ਕੀ ਕਰਨਾ ਹੈ ਉਹ ਦੇਖਣ ਦੀ ਲੋੜ ਹੈ। ਵਾਰ-ਵਾਰ ਪਿੱਛੇ ਮੁੜਨ ਵਾਲਾ ਬੰਦਾ ਜਾਂ ਵਾਰ-ਵਾਰ ਪਿੱਛੇ ਝਾਤੀ ਕਰੀ ਜਾਓ, ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਸਟੈਪ ਲੈਣ ਤੋਂ ਪਹਿਲਾਂ ਹੁੰਦਾ ਉਹ ਜੋ ਕੁਝ ਵੀ ਕਰਨਾ ਸੀ। ਸੋ ਜਦ ਸੰਯੁਕਤ ਸਮਾਜ ਮੋਰਚਾ ਚੋਣ ਦੰਗਲ 'ਚ ਕੁੱਦ ਪਿਆ ਤਾਂ ਉਹਨਾਂ ਦੇ ਕੋਲੇ ਇੱਕ ਮੌਕਾ ਸੀ ਇਸ ਗੱਲ ਦਾ, ਬਹੁਤ ਹੀ ਸੁਨਹਿਰੀ ਮੌਕਾ। ਜਿਵੇਂ ਸੰਯੁਕਤ ਕਿਸਾਨ ਮੋਰਚੇ ਰਾਹੀਂ ਐਜੀਟੇਸ਼ਨ ਕਰਨ ਦਾ, ਸ਼ਾਂਤਮਈ ਐਜੀਟੇਸ਼ਨ ਕਰਨ ਦਾ, ਬਿਨਾਂ ਭੜਕਾ 'ਚ ਆ ਕੇ ਐਜੀਟੇਸ਼ਨ ਕਰਨ ਦਾ, ਏਕਾ ਕਰਨ ਦਾ, ਔਰਤਾਂ ਨੂੰ, ਨੌਜਵਾਨਾਂ ਨੂੰ ਇਕੱਠੇ ਲਿਆਉਣ ਦਾ, ਸਿੱਖੀ ਨੂੰ ਤੇ ਰੱਬ ਨੂੰ ਨਾ ਮੰਨਣ ਵਾਲਿਆਂ ਨੂੰ ਇਕੱਠੇ ਕਰਨ ਦਾ, ਇਕੱਠੇ ਹੋ ਕੇ ਸਮਝੌਤੇ ਕਰਨ ਦਾ, ਵੱਡੇ ਤੋਂ ਵੱਡੇ ਲੀਡਰ ਨੂੰ ਸਜ਼ਾ ਦੇਣ ਦਾ ਇੱਕ ਤਜਰਬਾ ਉਹਨਾਂ ਨੇ ਦਿਖਾ ਕੇ ਐਡੀ ਵੱਡੀ ਸਰਕਾਰ ਨੂੰ ਝੁਕਾਤਾ ਤੇ ਦੁਨੀਆ ਦੇ ਵਿੱਚ ਇੱਕ ਡੰਕਾ ਵਜਾਤਾ ਵੀ ਹਾਂ, ਆਹ ਵੀ ਇੱਕ ਸਟਰਗਲ ਹੁੰਦਾ। ਐਡਾ ਲੰਬਾ ਸਟਰਗਲ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਐਡਾ ਲੰਬਾ ਹੋਇਆ। ਇੱਦਾਂ ਹੀ ਸੰਯੁਕਤ ਸਮਾਜ ਮੋਰਚਾ, ਜਿਹੜੀ ਸਾਡੇ ਸਿਆਸਤ 'ਚ ਗਿਰਾਵਟ ਆ ਚੁੱਕੀ, ਉਹਨੂੰ ਦੂਰ ਕਰਨ ਵਾਸਤੇ ਨਵੇਂ ਇੱਕ ਪੱਦ ਚਿੰਨ੍ਹ ਦੇ ਸਕਦਾ ਸੀ, ਨਵੀਆਂ ਪੈੜਾਂ ਪਾ ਸਕਦਾ ਸੀ, ਚਾਹੇ ਉਹ ਥੋੜ੍ਹੇ ਜਿਹੇ ਟੈਂਪਰੇਰੀ ਹੁੰਦੀਆਂ। ਉਹ ਸੀਗੀਆਂ ਕਿ ਅਸੀਂ ਟਿਕਟਾਂ ਦੀ ਵੰਡ ਕਿਵੇਂ ਕਰਨੀ ਹੈ। ਟਿਕਟਾਂ ਦੀ ਵੰਡ ਵੇਲੇ ਅਸੀਂ ਸਿਰਫ ਇੱਕੋ ਫਾਰਮੂਲਾ ਰੱਖਣਾ ਹੈ ਵੀ ਕਿਹਨਾਂ ਨੇ ਕਿਸਾਨੀ ਮੋਰਚੇ 'ਚ ਪਾਰਟੀਸਪੇਟ ਕਰਿਆ, ਕਿਉਂਕਿ ਕਿਸਾਨੀ ਮੋਰਚੇ ਤੋਂ ਬਾਅਦ ਆਏ ਨੇ। ਅਦਰਵਾਈਜ਼ ਤਾਂ ਬਥੇਰੇ ਚੋਣਾਂ ਲੜਨ ਵਾਲੇ ਆਪਦੇ ਏਜੰਡਿਆਂ ਤੇ ਲੜਦੇ ਰਹੇ ਨੇ ਬਹੁਤ ਸਾਰੇ। ਇਹਨਾਂ 'ਚੋਂ ਜਿਹੜੇ 22 ਜਥੇਬੰਦੀਆਂ ਲੜ ਰਹੀਆਂ ਨੇ। ਸੋ ਜੇ ਤੁਸੀਂ ਇਹ ਇਕੱਠੀਆਂ ਹੋ ਕੇ ਚੋਣਾਂ ਲੜ ਰਹੇ ਹੋ ਤਾਂ ਕਿਸਾਨੀ ਮੋਰਚਾ ਤੁਹਾਡਾ ਇੱਕ ਹੈਗਾ ਹੈ ਜਿਹਦੇ ਕਰਕੇ ਤੁਸੀਂ ਆ ਰਹੇ ਹੋ ਕਿ ਅਸੀਂ ਉੱਥੋਂ ਜਿੱਤ ਕੇ ਆਏ ਹਾਂ, ਸਾਡੇ 'ਚ ਇੱਕ ਸਮਰੱਥਾ ਹੈ। ਉਹ ਜਿਹੜਾ ਸੀ ਉਹ ਕਿਤੇ ਐਵੇਂ ਕਹਿ ਦਈਏ ਉਸ ਤਰੀਕੇ ਨਾਲ ਨਜ਼ਰ ਨਹੀਂ ਆਇਆ ਔਰ ਬਹੁਤ ਸਾਰੇ ਉਹਦੇ 'ਚ ਇਤਰਾਜ਼ ਹੋਏ। ਦੂਜਾ, ਤੁਸੀਂ ਕਿਹਦੇ ਨਾਲ ਲੈ ਦੇ ਕਰਨਾ, ਉਹਦੇ 'ਚ ਵੀ ਇੱਕ ਗੱਲ ਥੋੜ੍ਹੀ ਜਿਹੀ ਗੜਬੜ ਹੋਈ। ਇੱਕ ਲੋਕ ਅਧਿਕਾਰ ਲਹਿਰ ਹੈ ਜਿਹੜੀ ਕਹਿੰਦੀ ਰਹੀ ਵੀ ਕਿਸਾਨੀ ਬਿੱਲ ਬਿਲਕੁਲ ਠੀਕ ਨੇ, ਪਾਰਲੀਮੈਂਟ ਨੇ ਜਦ ਪਾਸ ਕਰਤੇ ਵਾਪਸ ਨਹੀਂ ਹੋ ਸਕਦੇ ਤੇ ਹੁਣ ਇਹਨਾਂ ਨਾਲ ਰਹਿਣਾ ਸਿੱਖੋ। ਉਹਨਾਂ ਦੇ ਨਾਲ ਜਾ ਕੇ ਸਮਝੌਤਾ ਕਰਿਆ ਜਿਹੜੇ ਕਿ ਨਵੇਂ ਮੁੰਡੇ ਨੇ, ਜਿਨ੍ਹਾਂ ਦਾ ਕੋਈ ਏਡਾ ਵੱਡਾ ਉਹ ਨਹੀਂ ਹੈ, ਜਿਨ੍ਹਾਂ ਦੇ ਵਾਸਤੇ, ਜਿਨ੍ਹਾਂ ਦੇ ਨਾਲ, ਕਿਉਂਕਿ ਮੇਰਾ ਉਹਨਾਂ ਨਾਲ ਵਾਬਸਤਾ ਰਿਹਾ, ਮੈਂ ਕਿਸੇ ਜ਼ਮਾਨੇ 'ਚ ਉਹਨਾਂ ਦਾ ਪੈਟਰਨ ਵੀ ਰਿਹਾ ਤੇ ਉਦੋਂ ਮੈਂ ਉਹਨਾਂ ਨੂੰ ਦੇਖਿਆ ਨੇੜਿਓਂ। ਸੋ ਉਹਦੇ ਵਿੱਚ ਐਡੀ ਵੱਡੀ ਜਥੇਬੰਦੀ ਦਾ ਉਹਨਾਂ ਦੇ ਨਾਲ ਰਲਣਾ ਗਲਤ ਸੀ ਔਰ ਗਲਤ ਪ੍ਰੂਵ ਹੋ ਗਿਆ। ਹੁਣ ਉਹ ਬਾਬਰ ਕੇ ਕਹਿ ਰਹੇ ਨੇ ਵੀ ਇਹ ਤਾਂ ਜੀ ਟਿਕਟਾਂ ਵੇਚਤੀਆਂ ਜੀ, ਆਹ ਕਰਤੀਆਂ। ਨਵੇਂ ਲੜਕੇ ਜਿਨ੍ਹਾਂ ਨੇ ਕਦੇ ਜੀਵਨ 'ਚ ਇਹੋ ਜਿਹਾ ਤਿਆਗ ਨਹੀਂ ਕਰਿਆ ਜਿਹੋ ਜਿਹਾ ਰਾਜੇਵਾਲ ਸਾਹਿਬ ਨੇ ਕਰਿਆ ਜਾਂ 22 ਜਥੇਬੰਦੀਆਂ ਨੇ ਕਰਿਆ, ਜਿਹੋ ਜਿਹੇ ਸਟਰਗਲ ਉਹਨਾਂ ਨੇ ਲੜੇ ਨੇ, ਜਿੱਡਾ ਵੱਡਾ ਜੀਵਨ ਹੈ ਉਹਨਾਂ ਦਾ ਸਟਰਗਲ ਦਾ, ਉਨੀ ਤਾਂ ਉਹਨਾਂ ਦੀ ਉਮਰ ਨਹੀਂ ਜਿਹੜੇ ਉਹਨਾਂ ਨੂੰ ਟੋਕ ਰਹੇ ਨੇ। ਸਟਰਗਲ ਦੀ ਤਾਂ ਗੱਲ ਹੀ ਛੱਡੋ। ਕਈ ਇਹੋ ਜਿਹੇ ਨੇ ਜਿਹੜੇ ਆਪਦੀਆਂ ਡਿਊਟੀਆਂ ਤੋਂ ਗੈਰ ਹਾਜ਼ਰ ਰਹਿ ਕੇ ਆਪਦਾ ਪ੍ਰਚਾਰ ਕਰਦੇ ਰਹੇ। ਸੋ ਇਸ ਕਰਕੇ ਜਦ ਤੁਸੀਂ ਕਿਸੇ ਉਹਨਾਂ ਬੰਦਿਆਂ ਨਾਲ ਵਾਬਸਤਾ ਪਾ ਲਓਗੇ ਜਿਹੜੇ ਨਾ ਕੋਈ ਤਜਰਬਾ, ਨਾ ਕੋਈ ਗੱਲ, ਨਾ ਕੋਈ ਬਾਤ, ਜਿਹੜੇ ਤੁਹਾਡੇ ਅਸੂਲ ਨੂੰ ਹੀ ਵਿਰੋਧ ਕਰਦੇ ਰਹੇ ਨੇ, ਤੇ ਫਿਰ ਕਿਤੇ ਨਾ ਕਿਤੇ ਤਾਂ ਕੰਡੇ ਬੀਜੇ ਜਾਂਦੇ ਨੇ ਨਾ। ਉਹਨਾਂ ਨੇ ਵੀਡੀਓ ਪਾਉਣੇ ਸ਼ੁਰੂ ਕਰਤੇ।
ਉਹਦੇ ਨਾਲ ਇੱਕ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਪ੍ਰਭਾਵ ਸੀ ਉਹ ਫਿਰ ਸੰਯੁਕਤ ਸਮਾਜ ਮੋਰਚੇ ਨੇ ਉਹੀ ਜੀ ਆਪਦੀ ਉਹ ਨਹੀਂ ਦਿਖਾਈ। ਡਾਕਟਰ ਸਵਾਈਮਾਨ ਸਿੰਘ ਉਹਨਾਂ ਦੇ ਵਿਰੁੱਧ ਬੋਲਣ ਲੱਗੇ ਵੀ ਟਿਕਟਾਂ ਗਲਤ ਦਿੱਤੀਆਂ ਨੇ। ਇਹਦਾ ਮਤਲਬ ਕਿਤੇ ਬੈਠ ਕੇ ਕੋਈ ਰਹਿ ਕਰਕੇ ਨਹੀਂ ਹੋਇਆ ਕੰਮ। ਨਹੀਂ ਤਾਂ ਡਾਕਟਰ ਸਵਾਈਮਾਨ ਤਾਂ ਬਹੁਤ ਭਲੇ ਮਾਨਸ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਸੀ ਵੀ ਉਹ ਇਸ ਤਰ੍ਹਾਂ ਮਤਲਬ ਓਪਨਲੀ ਵਿਛਾੜ ਕਰ ਦੇ ਕੇ ਜੀ ਦੇਖੋ ਬੜਾ ਮਾੜਾ ਹੋ ਗਿਆ। ਇਸੇ ਤਰ੍ਹਾਂ ਹੀ ਇਹਨਾਂ ਦੇ ਆਪਦੀਆਂ ਜਥੇਬੰਦੀਆਂ, ਉਹਨਾਂ ਦੇ ਵਿੱਚ ਰੌਲਾ ਪੈ ਗਿਆ। ਫਿਰ ਇਹਨਾਂ ਨੇ ਟਿਕਟ ਐਸਿਆਂ ਨੂੰ ਦਿੱਤੇ, ਇੱਕ ਐਸੀ ਟਿਕਟ ਦੇ ਦਿੱਤੀ ਜਿਹੜਾ ਬੰਦਾ ਪਹਿਲਾਂ ਤਾਂ ਉਹਨੇ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੀਗੇ ਦਿੱਲੀ ਦੇ, ਉਹਨਾਂ ਨੂੰ ਹਾਈ ਕੋਰਟ 'ਚ ਕੁੱਟਿਆ ਸੀ ਜਦ ਕੋਰਟ ਦੇ ਵਿੱਚ, ਉਹ ਸ਼ਾਮਲ ਸੀ। ਫਿਰ ਆ ਮੋਦੀ ਦੀ ਜਿਹੜੀ ਰੈਲੀ ਦੇ ਉੱਤੇ ਝਗੜਾ ਪਿਆ, ਜਿੱਥੋਂ ਕਿਹਾ ਮੈਂ ਬਚ ਕੇ ਜਾ ਰਿਹਾ, ਜਾਨ ਬਚਾ ਕੇ, ਉਹਦੇ 'ਚੋਂ ਬੱਸਾਂ ਲੈ ਕੇ ਗਿਆ ਸੀ, ਉਹਨੂੰ ਟਿਕਟ ਦਿੱਤਾ ਕਿਉਂਕਿ ਉਹ ਬੀਜੇਪੀ 'ਚੋਂ ਇਹਨਾਂ ਕੋਲ ਆ ਗਿਆ। ਹੁਣ ਜੇ ਇਸ ਤਰ੍ਹਾਂ ਦੇ ਦਲ ਬਦਲੂਆਂ ਨੂੰ ਟਿਕਟ ਦੇਣ, ਚਾਹੇ ਉਹ ਇੱਕ ਹੋਵੇ, ਚਾਹੇ ਦੋ ਹੋਣ, ਚਾਹੇ ਪੰਜ ਹੋਣ, ਉਹਦਾ ਮਤਲਬ ਲੋਕਾਂ 'ਚ ਇੱਕ ਇੰਪ੍ਰੈਸ਼ਨ ਹੀ ਜਾਂਦਾ ਵੀ ਨਵੀਂ ਪਿਰਤ ਤਾਂ ਕੋਈ ਨਾ ਹੋਈ ਫਿਰ। ਸੋ ਉਹਦਾ ਇੱਕ ਨੁਕਸਾਨ ਹੋਇਆ, ਰੌਲਾ ਪਿਆ ਉਹਦਾ। ਇੱਕ ਦੋ ਤਾਂ ਟਿਕਟਾਂ ਬਦਲਣੀਆਂ ਵੀ ਪਈਆਂ, ਬਦਲਤੀਆਂ। ਔਰ ਕਹਾਂ ਦਵਾਈਆਂ ਕਿਹਨਾਂ ਨੇ? ਜਿਹੜੇ ਟਿਕਟਾਂ ਦਾ ਫੈਸਲਾ ਕਰਨ ਵਾਲੇ ਨੇ। ਜਿਹੜੀ ਘਨੌਰ ਹਲਕੇ 'ਚੋਂ ਟਿਕਟ ਦਵਾਈ ਸੀ ਕਿ ਰਾਜਪੁਰੇ 'ਚੋਂ ਪ੍ਰੇਮ ਚੰਦੂ ਮਾਜਰੇ ਦੇ ਰਿਸ਼ਤੇਦਾਰ ਨੂੰ, ਭਾਂਜੇ ਨੂੰ, ਕਿ ਨੂੰ, ਉਹ ਟਿਕਟ ਜਿਹੜਾ ਇਹਨਾਂ ਦਾ ਵਕੀਲ ਪ੍ਰੇਮ ਸਿੰਘ ਭੰਗੂ ਹੈ, ਉਹਨੇ ਇੱਕ ਦਿਨ ਪਹਿਲਾਂ ਉਹਨੂੰ ਜੁਆਇਨ ਕਰਾਇਆ ਤੇ ਟਿਕਟ ਦਵਾਤੀ। ਹੁਣ ਜਦ ਜਿਹੜੇ ਬੰਦੇ ਟਿਕਟਾਂ ਬਣਦੇ ਨੇ, ਜਿਹੜੇ ਬੰਦੇ ਇਹਨਾਂ ਦਾ ਮੈਨੀਫੈਸਟੋ ਤਿਆਰ ਕਰਨ ਵਾਲੇ ਨੇ, ਜਿਹੜੇ ਬੰਦੇ ਇਹਨਾਂ ਦੇ ਕਰਤਾ ਧਰਤਾ ਨੇ, ਜੋ ਰਜਿਸਟ੍ਰੇਸ਼ਨ ਕਰਾ ਰਹੇ ਨੇ, ਚੌਧਰੀ ਨੇ, ਉਹ ਇਹੋ ਜਿਹੇ ਕੰਮ ਲੋਕਾਂ ਦੇ ਸਾਹਮਣੇ ਆ। ਉਹ ਤੋਂ ਫਿਰ ਤੁਸੀਂ ਉਹ ਉਮੀਦਾਂ ਜਿਹੜੀਆਂ ਨੇ, ਜਿਹੜੀਆਂ ਸੰਯੁਕਤ ਸਮਾਜ ਮੋਰਚੇ ਨੇ ਸਿਆਸਤ ਦੇ ਵਿੱਚ, ਮੈਂ ਐਜੀਟੇਸ਼ਨ 'ਚ ਨਹੀਂ ਗੱਲ ਕਰ ਰਿਹਾ, ਸਿਆਸਤ 'ਚ ਪੈੜਾਂ ਪਾਉਣੀਆਂ ਸੀ ਉਹਦਾ ਵੀ। ਫਿਰ ਇਹਨਾਂ ਨੇ ਇੱਕ ਆਪਦੀ ਜਿਹੜੀ ਕਰੀ ਮੈਨੀਫੈਸਟੋ ਕਮੇਟੀ ਬਣਾਈ। ਉਹ ਕਮੇਟੀ ਬਣਾਉਣ ਵਾਸਤੇ ਪਹਿਲਾਂ ਇਹਨਾਂ ਨੇ ਕੀਤਾ ਕਿ 3 ਬੰਦਿਆਂ ਦਾ ਨਾਮ ਲੈਤਾ ਵੀ ਆਹ 3 ਬੰਦੇ ਸਾਡੀ ਮੈਨੀਫੈਸਟੋ ਕਮੇਟੀ ਬਣਾਉਣਗੇ, ਮੈਨੀਫੈਸਟੋ ਕਮੇਟੀ ਇਹ ਮੈਨੀਫੈਸਟੋ ਬਣਾਉਣਗੇ। ਉਹ ਉੱਥੇ ਹਾਜ਼ਰ ਸੀਗੇ ਤਿੰਨੇ, ਉਹੀ ਬਲਕਿ ਇਹਨਾਂ ਨੂੰ ਖਿੱਚ ਕੇ ਲਿਆਏ ਨੇ ਚੋਣਾਂ 'ਚ। ਉਹਨਾਂ ਨੇ ਜੂਝ ਦਾ ਪੰਜਾਬ ਨਾਂ ਦੀ ਜਥੇਬੰਦੀ ਕੁਝ ਦਿਨ ਪਹਿਲਾਂ ਬਣਾ ਲਈ ਸੀ, ਉਹਦੇ 'ਚ ਉਹਨਾਂ ਨੇ ਆਪਦਾ ਇੱਕ ਪੈਂਫਲੇਟ ਜਾਰੀ ਕਰਿਆ ਸੀ ਵੀ ਆਹ ਏਜੰਡਾ ਹੋਣਾ ਚਾਹੀਦਾ ਪੰਜਾਬ ਦਾ। ਉਹਨਾਂ ਨੇ ਉੱਥੇ ਕਿਹਾ ਸੀ ਵੀ ਕਿਸਾਨ ਸਾਡੇ ਨਾਲ ਆਉਣਗੇ। ਇਹ ਤੋਂ ਸਪਸ਼ਟ ਹੁੰਦਾ ਵੀ ਉਹੀ ਖਿੱਚ ਕੇ ਲਿਆਏ ਨੇ। ਔਰ ਉਹਨਾਂ 'ਚ ਉਹ ਬੰਦੇ ਸ਼ਾਮਲ ਸੀ ਜਿਹੜੇ ਕਹਿੰਦੇ ਸੀ, ਜਿਹੜੇ ਲਿਖ ਕੇ ਦਿੰਦੇ ਸੀ ਸਰਕਾਰ ਨੂੰ, ਸਰਕਾਰ ਦੇ ਨਾਲ ਪੰਜਾਬ ਸਰਕਾਰ ਦੀ ਬਿਹਾਫ ਤੇ ਨੈਗੋਸ਼ੀਏਸ਼ਨ ਕਰ ਰਹੇ ਸੀ ਕਿ ਜੀ ਇੱਕ ਬਿੱਲ ਨੂੰ ਲੈ ਲਓ ਵਾਪਸ, ਇੱਕ ਬਿੱਲ ਤੁਸੀਂ ਕਮੇਟੀ ਬਣਾ ਕੇ ਵੱਟੇ ਖਾਤੇ ਪਾ ਦਿਓ, ਇੱਕ ਬਿੱਲ ਤੁਸੀਂ ਸੂਬਿਆਂ ਤੇ ਛੱਡ ਦਿਓ। ਬਾਅਦ 'ਚ ਉਹ ਸਾਰਾ ਕੁਝ ਤੈਅ ਰਾਜੇਵਾਲ ਦੇ ਖਾਤੇ ਗਿਆ ਤੇ ਉਹਨਾਂ 'ਚ ਹਿੰਮਤ ਨਹੀਂ ਹੋਈ ਇਹ ਕਹਿਣ ਦੀ ਵੀ ਯਾਰ ਇਹ ਤਾਂ ਗੱਲ ਅਸੀਂ ਕਹਾਈ ਸੀ। ਜੇ ਮੈਂ ਆ ਚੈਨਲ ਦੇ ਉੱਤੇ ਆਪਣੀ ਫਰਜ਼ ਕੋਈ ਪ੍ਰਾਈਵੇਟ ਗੱਲ ਹੋ ਜਾਂਦੀ ਹੈ ਜੀ, ਉਹਦੇ ਉੱਤੇ ਤੁਹਾਨੂੰ ਕੋਈ ਕੁਐਸਚਨ ਕਰਦਾ ਹੈ, ਜੇ ਮੈਂ ਇਹ ਨਹੀਂ ਕਹਿੰਦਾ ਵੀ ਇਹ ਤਾਂ ਮੈਂ ਕਹੀ ਸੀ ਜੀ ਬੈਨੀਪਾਲ ਸਾਹਿਬ ਨੂੰ ਜੀ, ਤਾਂ ਇਹਦਾ ਮਤਲਬ ਮੇਰੇ 'ਚ ਕਿਤੇ ਨਾ ਕਿਤੇ ਕੋਈ ਬੇਈਮਾਨੀ ਹੈ, ਬਿਲਕੁਲ ਖੋਟ ਹੈ। ਮੈਨੂੰ ਕਹਿਣਾ ਚਾਹੀਦਾ ਵੀ ਹਾਂ ਇਹ ਮੈਂ ਕਿਹਾ ਸੀ, ਇਹਨਾਂ ਦਾ ਕੋਈ ਕਸੂਰ ਨਹੀਂ, ਤੁਸੀਂ ਜਿਹੜਾ ਪੁੱਛਣਾ ਮੈਨੂੰ ਪੁੱਛੋ। ਉਹ ਗੱਲ ਵੱਖਰੀ, ਉਹ ਤੁਹਾਨੂੰ ਫਿਰ ਵੀ ਪੁੱਛੀ ਜਾਣ, ਉਹ ਉਹਨਾਂ ਦਾ ਕੰਮ ਹੈ, ਪਰ ਮੈਨੂੰ ਪਬਲਿਕਲੀ ਆਉਣਾ ਚਾਹੀਦਾ ਕਿ ਮੈਂ ਕਿਹਾ ਜੀ। ਇਹਨਾਂ ਦਾ ਕੋਈ ਇਹਦੇ 'ਚ ਲੱਗਾ ਦੇਗਾ ਨਹੀਂ ਹੈ। ਸੋ ਉਸ ਚਿੱਠੀ ਨੇ ਜੋ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਇੱਕ ਨਵੀਂ ਬਖੇੜਾ ਪੈਦਾ ਕਰਿਆ। ਅਸਲ 'ਚ ਏਮ ਤਾਂ ਇਹੀ ਹੈ ਵੀ ਕਿਸਾਨਾਂ ਦੀ ਲੜਾਈ, ਆਪਸ ਵਿੱਚ ਕਿਸਾਨ ਟੁੱਟ ਜਾਣ, ਵੱਡੀ ਗੱਲ ਇਹਦੇ 'ਚ ਜਿਹੜਾ ਸੀ। ਸੋ ਸੰਯੁਕਤ ਸਮਾਜ ਮੋਰਚੇ ਨੇ ਉਹ ਪਿਰਤਾਂ ਜਿਹੜੀਆਂ ਪਰਿਵਾਰਵਾਦ, ਜਿਹੜੀਆਂ ਦਲ ਬਦਲੂ, ਜਿਹੜੀਆਂ ਸਮੇਂ ਸਿਰ ਮੈਨੀਫੈਸਟੋ ਜਾਰੀ ਨਾ ਕਰਨਾ, ਜਿਹੜੀਆਂ ਸਮਝੌਤੇ ਨਾ ਕਰਨਾ, ਇੱਕ ਬੰਦੇ ਕੋਲ ਹੀ ਪਾਵਰ ਸਾਰੀ ਦੇ ਦੇਣੀ, ਜਿਹੜੇ ਪਹਿਲਾਂ ਹੀ ਡਿਕਲੇਅਰ ਕਰ ਦੇਣਾ, ਜਿਵੇਂ ਰੂਬਲ ਸਿੰਘ ਮਾਨਸਾ ਨੇ ਡਿਕਲੇਅਰ ਕਰਤਾ ਕਿ ਮੈਂ ਤਾਂ ਉੱਥੋਂ ਲੜੂੰਗਾ ਮਾਨਸਾ ਤੋਂ, ਅਜੇ ਫੈਸਲੇ ਕੋਈ ਹੋਏ ਨਹੀਂ। ਹਾਂ, ਇਸ ਤਰ੍ਹਾਂ ਹੀ ਰਾਜੇਵਾਲ ਸਾਹਿਬ ਨੇ ਫੈਸਲਾ ਕਰਤਾ ਵੀ ਮੈਂ ਇੱਥੋਂ ਲੜੂੰਗਾ ਜੀ। ਉਹ ਜਿਹੜਾ ਸਾਰਾ ਕੁਛ, ਹਾਂ ਜਿਹੜਾ ਸੀ ਸੀਐਮ ਦਾ ਚਿਹਰਾ, ਹਾਲਾਂਕਿ ਮੈਂ ਇਸ ਦੇ ਹੱਕ 'ਚ ਨਹੀਂ ਆ ਕਿਉਂਕਿ ਅਸੀਂ ਕੋਈ ਸੀਐਮ ਥੋੜ੍ਹਾ ਚਾਹੁੰਦੇ ਆ। ਹੁਣ ਚੰਨੀ ਸਾਹਿਬ ਨੇ ਵੀ ਕਹਿਤਾ ਵੀ ਸੀਐਮ ਨੂੰ ਵੋਟ ਪਾਓ, ਤੁਸੀਂ ਐਮਐਲਏ ਨਾ ਚੁਣੋ। ਇਹ ਤਾਂ ਵਿਧਾਇਕਾਂ ਦੇ ਹੱਕ ਤੇ ਡਾਕਾ ਬੇਸਿਕਲੀ ਸੰਵਿਧਾਨਕ ਤੌਰ ਤੇ ਇਹ ਗੈਰ ਸੰਵਿਧਾਨਕ ਹੈ। ਹਾਂ, ਨਹੀਂ, ਇੱਕ ਤਾਂ ਚਿਹਰਾ ਦੇਣਾ ਹੀ ਗੈਰ ਸੰਵਿਧਾਨਕ ਹੈ। ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਤੁਸੀਂ ਪੀਐਮ ਮੋਦੀ ਨੂੰ ਵੋਟ ਪਾਓ, ਕੋਈ ਪੀਐਮ ਨਹੀਂ ਚੁਣਿਆ ਜਾਂਦਾ ਦੇਸ਼ 'ਚ,
ਬਿਲਕੁਲ ਇਹ ਪਿਰਤੀ ਗਲਤ ਹੈ। ਇਹ ਹੁਣ ਚੰਨੀ ਸਾਹਿਬ ਨੇ ਮੋਟਰਸਾਈਕਲ ਤੇ ਬੈਠ ਕੇ ਇਹ ਐਲਾਨ ਕਰਤਾ ਕਿ ਤੁਸੀਂ ਹੁਣ ਸੀਐਮ ਨੂੰ ਵੋਟ ਪਾਉਣੀ ਹੈ, ਐਮਐਲਏ ਨੂੰ ਨਹੀਂ। ਮਤਲਬ ਇਹ ਗੱਲ ਜਿਹੜੀ ਹੈ, ਮੈਨੂੰ ਐਂ ਲੱਗਦਾ ਹੈ ਵੀ ਜਿਹੜੇ ਸਾਡੇ ਸੰਵਿਧਾਨਕ ਅਹੁਦਿਆਂ ਤੇ ਬਹਿੰਦੇ ਨੇ ਉਹ ਜੇ ਇਹੋ ਜਿਹੀਆਂ ਗੱਲਾਂ ਕਰਨਗੇ ਤੇ ਫਿਰ ਸੰਵਿਧਾਨ ਤਾਂ ਕਿਧਰੇ ਗਿਆ। ਉਹ ਕਾਂਗਰਸ ਕਰੇ, ਉਹ ਅਕਾਲੀ ਕਰਨ, ਉਹ ਬੀਜੇਪੀ ਕਰੇ, ਉਹ ਕੋਈ ਹੋਰ ਕਰੇ, ਗੱਲ ਤਾਂ ਉੱਥੇ ਆ ਗਈ ਵੀ ਸੰਵਿਧਾਨ ਨੂੰ ਤਾਂ ਅਸੀਂ ਮੰਨਦੇ ਹੀ ਨਹੀਂ। ਸੋ ਇਸ ਕਰਕੇ ਸੰਯੁਕਤ ਸਮਾਜ ਮੋਰਚੇ ਨੇ ਇਹਨਾਂ ਗੱਲਾਂ ਦੇ ਪੈਰਲਲ ਪਿਰਤ ਪਾ ਕੇ ਲੋਕਾਂ ਨੂੰ ਕੱਢਣਾ ਸੀ ਵੀ ਨਾ ਭਾਈ ਇਹ ਨਹੀਂ ਹੈ, ਇਸ ਤਰ੍ਹਾਂ। ਹੁਣ ਉਦੋਂ ਅੱਗੇ ਕੀ ਹੋਇਆ ਜੀ? ਉਦੋਂ ਅੱਗੇ ਜਿਹੜੇ ਬੰਦਿਆਂ ਦੇ ਨਾ 3 ਚ ਨੇ ਨਾ 13 ਚ ਨੇ, ਉਹਨਾਂ ਨੇ ਫਿਰ ਹੋਰ ਅਟੈਕ ਕਰਨਾ ਸ਼ੁਰੂ ਕਰਤਾ। ਗਿਆਨੀ ਸਾਹਿਬ ਨੇ ਕਹਿਤਾ, ਰਾਜੇਵਾਲ ਕਹਿੰਦਾ 5 ਟਰੈਕਟਰ ਲਿਆ ਕੇ ਦਿਖਾਵੇ ਉਰੇ। ਗਿਆਨੀ ਸਾਹਿਬ ਨੂੰ ਇਹ ਪਤਾ ਨਹੀਂ ਵੀ ਇਹ ਰਾਜੇਵਾਲ ਸਾਹਿਬ ਅੱਜ ਵੀ 200 ਟਰੈਕਟਰ ਲਿਜਾ ਕੇ ਉੱਥੇ ਰੈਡੀ ਕਰ ਸਕਦੇ ਨੇ। ਉਹ ਗੱਲ ਵੱਖਰੀ, ਉਹ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਇੱਥੇ ਮਿਹਨਤ ਤੋਂ ਕੀ ਲੈਣਾ ਹੈ। ਪਰ ਉਹ ਗਿਆਨੀ ਸਾਹਿਬ ਨੂੰ ਭੁੱਲਣਾ ਨਹੀਂ ਚਾਹੀਦਾ। ਗਿਆਨੀ ਸਾਹਿਬ ਤੇ ਇਹ ਹਰਜੀਤ ਗਰੇਵਾਲ ਤਾਂ ਕਹਿੰਦੇ ਸੀ ਤਾਂ ਬਿੱਲ ਵਾਪਸੀ ਨਹੀਂ ਹੋਣੇ। ਜਿੱਦੇ ਵਾਪਸ ਹੋਏ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ, ਕਿਸੇ ਨੇ ਇਹਨਾਂ ਨੇ ਰਾਏ ਵੀ ਨਹੀਂ ਕਰਨ ਦੀ ਠੀਕ ਸਮਝੀ। ਇਹਨਾਂ ਚੋਂ ਇੱਕ ਨੂੰ ਤਾਂ ਟਿਕਟ ਵੀ ਨਹੀਂ ਮਿਲੀ, ਇੱਕ ਨੂੰ ਤਾਂ ਟਿਕਟ ਵੀ ਨਹੀਂ ਮਿਲੀ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦੇ ਸੀ। ਹਾਂ, ਇੱਕ ਨੂੰ ਟਿਕਟ ਵੀ ਨਹੀਂ ਮਿਲੀ। ਹਾਂ ਹੈ, ਦੂਜੇ ਨੂੰ ਤਾਂ ਮਿਲ ਗਈ, ਪਹਿਲਾਂ 400 ਵੋਟ ਤੇ ਹਾਰਿਆ ਸੀ ਉਹ, ਉਦੋਂ ਪਹਿਲਾਂ ਮਿਨਿਸਟਰ ਰਿਹਾ ਜੀ। ਸੋ ਜਿਹੜੀ ਗੱਲ, ਜਿਹੜੇ ਬੰਦੇ ਹੁਣ ਗਿਆਨੀ ਇਹ ਗੱਲ ਕਹਿਣ ਰਾਜੇਵਾਲ ਸਾਹਿਬ ਨੂੰ, ਜਿਨ੍ਹਾਂ ਦਾ ਐਡਾ ਵੱਡਾ ਕੱਦ ਹੈ ਸੰਯੁਕਤ ਸਮਾਜ ਮੋਰਚੇ ਚ ਜਾਣ ਦੇ ਬਾਵਜੂਦ, ਕਿ ਉਹਨਾਂ ਦੀ 40 ਸਾਲ ਦੀ ਮਿਹਨਤ ਐਵੇਂ ਗਈ। ਔਰ ਉਹਨਾਂ ਨੇ 40 ਸਾਲ ਚ ਕੋਈ ਵੇਚਿਆ ਨਹੀਂ ਕਿਸੇ ਨੂੰ ਜੀ। 40 ਸਾਲ ਤੋਂ ਜਥੇਬੰਦੀ ਚ ਕੰਮ ਕਰ ਰਹੇ ਨੇ, ਇੰਟੈਲੀਜੈਂਟ ਨੇ। ਸੋ ਇਸ ਕਰਕੇ ਉਹ ਜਿਹੜੇ ਬੋਲੀਆਂ ਸੁਣਨੀਆਂ ਪਈਆਂ, ਉਹ ਇਸੇ ਕਰਕੇ ਸੁਣਨੀਆਂ ਪਈਆਂ ਵੀ ਉਸ ਅਸੂਲ ਤੋਂ ਥਿੜਕ ਗਏ ਕਿਤੇ ਨਾ ਕਿਤੇ। ਕਿਉਂਕਿ ਫਟਾਫਟ ਨਵੇਂ ਫਟਾਫਟ ਵੀ ਹੁਣ ਵੀ ਆਹ ਵੀ ਕਰ ਲਓ, ਆਹ ਵੀ ਕਰ ਲਓ। ਤੁਸੀਂ ਕੋਈ ਵੀ ਕੰਮ ਕਰਨਾ ਹੋਵੇ, ਜਿੰਨਾ ਮਰਜ਼ੀ ਤੁਹਾਡੇ ਕੋਲ ਕਾਹਲੀ ਹੋਵੇ, ਤੁਹਾਨੂੰ ਉਹਨੂੰ ਆਰਗੇਨਾਈਜ਼ ਕਰਨਾ ਪੈਂਦਾ। ਪਲੈਨਿੰਗ ਬੜੀ ਜ਼ਰੂਰੀ ਹੈ। ਹਾਂ, ਜੇ ਤੁਸੀਂ ਯੋਜਨਾਬੰਦੀ ਨਹੀਂ ਕਰੋਗੇ ਤਾਂ ਤੁਸੀਂ ਮਾਰ ਖਾਓਗੇ। ਉਹ ਮਾਰ ਖਾਦੀ ਹੈ ਸੰਜੂ। ਫਿਰ ਆਪਾਂ ਤਾਂ ਬਹੁਤ ਪਈ ਹੋਈ ਹੈ ਜੀ। ਟਿਕਟਾਂ ਵੰਡਣ ਦੀ ਜਿਹੜੀ ਕਮੇਟੀ ਬਣਾਈ, ਉਹ ਕਹਿੰਦੇ ਜੀ ਅਸੀਂ ਤਾਂ ਆਉਂਦੇ ਹਾਂ। ਜੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੌਣ ਬੰਦਾ ਕੀ ਹੈ, ਤੇ ਫਿਰ ਉਹ ਕਮੇਟੀ ਕਿਉਂ ਬੈਠੇ ਨੇ? ਮੈਨੂੰ ਕਈ ਵਾਰੀ ਕੋਈ ਇਹੋ ਜਿਹੀ ਥਾਂ ਤੇ ਕਮੇਟੀ ਚ ਪਾਉਣ ਦੀ ਕੋਸ਼ਿਸ਼ ਕਰੀ, ਸਰਕਾਰਾਂ ਨੇ ਵੀ, ਜਥੇਬੰਦੀਆਂ ਨੇ ਵੀ। ਮੈਂ ਕਹਿੰਦਾ ਯਾਰ ਮੈਨੂੰ ਇਹਦਾ ਗਿਆਨ ਹੀ ਨਹੀਂ, ਤਾਂ ਮੈਨੂੰ ਕਾਹਦੇ ਵਾਸਤੇ ਪਾਉਂਦੇ ਹੋ? ਹੁਣ ਕੱਲ ਨੂੰ ਕੋਈ ਕਹਿ ਰਿਹਾ ਵੀ ਆਹ ਗੀਤਕਾਰ ਨੇ ਜੀ, ਤੁਸੀਂ ਇਹਨਾਂ ਤੋਂ ਦੇਖਣਾ ਫਸਟ ਕੌਣ ਹੈ, ਸੈਕਿੰਡ ਕੌਣ ਹੈ। ਮੈਨੂੰ ਗੀਤ ਦੇ ਬਾਰੇ ਪਤਾ ਹੀ ਕੁਝ ਨਹੀਂ, ਤੇ ਮੈਂ ਕੀ ਦੱਸਣਾ ਫਸਟ ਕੌਣ ਹੈ, ਸੈਕਿੰਡ ਕੌਣ ਹੈ? ਜਿਹਨੂੰ ਗੀਤ ਆਉਂਦਾ ਹੈ, ਜਿਹਨੂੰ ਪਤਾ ਹੈ ਤੋਲ ਤਕਾਂਤ ਕੀ ਹੁੰਦਾ ਹੈ, ਪਿੰਗਲ ਕੀ ਹੁੰਦਾ ਹੈ, ਉਹ ਬੰਦਾ ਤਾਂ ਮਤਲਬ ਫੈਸਲੇ ਕਰੇ, ਆਪਾਂ ਸਮਝ ਸਕਦੇ ਹਾਂ। ਹਾਂ, ਜੇ ਮੈਨੂੰ ਇਹ ਕਹਿਣ ਵੀ ਜੇ ਗੀਤ ਗਾ ਰਹੇ ਨੇ, ਤੁਸੀਂ ਇਹ ਨਹੀਂ ਦੇਖਣਾ ਵੀ ਗਾਇਆ ਕਿਵੇਂ ਹੈ, ਤੁਸੀਂ ਦੇਖਣਾ ਜੀ ਕਿਹਾ ਕੀ ਗਿਆ, ਸੁਨੇਹਾ ਕੀ ਹੈ। ਜਾਂ ਇਸ ਗੀਤ ਚ ਕੰਨ ਰਸ ਮਿਲਿਆ ਤੁਹਾਨੂੰ, ਇੱਕ ਸਰੋਤੇ ਹੋਣ ਦੇ ਲਈ ਤੁਹਾਨੂੰ ਵਧੀਆ ਲੱਗਿਆ? ਹਾਂ, ਵੀ ਤੁਹਾਨੂੰ ਕੋਈ ਸੁਨੇਹਾ ਠੀਕ ਮਿਲਿਆ ਵੀ ਹਾਂ ਆਹ ਸੁਨੇਹਾ ਹੈ, ਇਹ ਚੰਗਾ ਸਮਾਜ ਵਾਸਤੇ, ਫਿਰ ਤਾਂ ਗੱਲ ਮੰਨ ਗਈ। ਪਰ ਜੇ ਕਹਿਣ ਵੀ ਗੀਤ ਗਾਉਣ ਦਾ ਤਰੀਕਾ ਚੰਗਾ ਹੈ, ਤੋਲ ਤੁਕਾਮ ਚੰਗਾ ਹੈ, ਪਿੰਗਲ ਠੀਕ ਹੈ ਇਹਦੇ ਚ, ਇਹ ਤਾਂ ਮੈਨੂੰ ਨਹੀਂ ਪਤਾ ਛੰਦਾਬੰਦੀ ਠੀਕ ਹੈ ਜਾਂ ਨਹੀਂ। ਸੋ ਇਸ ਕਰਕੇ ਹਮੇਸ਼ਾ ਉਹ ਬੰਦੇ ਲਾਈਦੇ ਨੇ ਜਿਹੜੇ ਪਹਿਲਾਂ ਤਾਂ ਉਸ ਗੱਲ ਦੇ ਮਾਹਰ ਹੋਣ। ਦੂਜੀ ਗੱਲ, ਜੇ ਉਹ ਮਾਹਰ ਘੱਟ ਵੀ ਨੇ, ਫਿਰ ਉਹ ਇੰਨੀ ਮਿਹਨਤ ਕਰਨ ਕਿ ਕੰਮ ਚ ਆਪਦੇ ਵੱਲੋਂ ਨੁਕਸ ਨਾ ਛੱਡਣ। ਜੇ ਉਹਨੂੰ ਕੈਜੂਅਲੀ ਕਰਦੇ ਨੇ, ਜਿੰਨਾ ਮਰਜ਼ੀ ਕੰਮ ਹੋਵੇ, ਦਿਨਾਂ ਨੂੰ ਰਾਤਾਂ ਨੂੰ, ਮੈਂ ਕਿਉਂ ਕਹਿਣਾ? ਕਿਉਂਕਿ ਉਹ ਬੰਦੇ ਜਿਹੜੇ ਲਾਏ, ਉਹਨਾਂ ਨੇ ਕਦੇ ਸਰਕਾਰਾਂ 'ਚ ਕੰਮ ਨਹੀਂ ਕਰਿਆ। ਅਸੀਂ ਸਰਕਾਰਾਂ 'ਚ ਰਾਤਾਂ ਨੂੰ ਕੰਮ ਕਰਿਆ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਦਿਓ। ਮੈਨੂੰ ਰਾਤ ਨੂੰ 12 ਵਜੇ ਇੱਕ ਦਿਨ ਫੋਨ ਆਇਆ ਪ੍ਰਿੰਸੀਪਲ ਸੈਕਟਰੀ ਦਾ ਜੀ, ਡਾਕਟਰ ਗਰਗ ਮੈਂ ਸੁਰਜੀਤ ਬੋਲ ਰਿਹਾ। ਮੈਂ ਹਾਂਜੀ ਸਰ ਦੱਸੋ। ਉਹ ਕੱਲ ਨੂੰ ਨਾ ਬਾਦਲ ਸਾਹਿਬ ਨੇ ਇੱਕ ਜਵਾਬ ਦੇਣਾ ਹੈ, ਲਕਸ਼ਮੀਕਾਂਤ ਚਾਵਲਾ ਨੇ ਸਵਾਲ ਕਰਿਆ ਹੋਇਆ ਟੀਵੀ ਹਸਪਤਾਲਾਂ ਬਾਰੇ, ਦਵਾਈਆਂ ਬਾਰੇ। ਕਾਲ ਅਟੈਂਸ਼ਨ ਮੋਸ਼ਨ ਹੈ, ਸਵਾਲ ਨਹੀਂ, ਕਾਲ ਅਟੈਂਸ਼ਨ ਮੋਸ਼ਨ ਹੈ। ਤੇ ਇਹ ਡਾਟਾ ਤਿਆਰ ਕਰਨਾ ਸੀ। ਮੈਂ ਜੀ ਕੋਈ ਨਹੀਂ, ਕਰ ਦਿੰਦੇ ਆ। ਕਹਿੰਦੇ ਫਿਰ ਹੁਣ ਕਰ ਦੋਗੇ? ਮੈਂ ਜੀ ਸਵੇਰੇ 4 ਵਜੇ ਤੁਹਾਡੀ ਕੋਠੀ ਫਾਈਲ ਹੋਏਗੀ। ਕਹਿੰਦਾ ਹੈ? ਮੈਂ ਕਿਹਾ ਹਾਂਜੀ ਪੱਕਾ। ਮੈਂ ਨਾਲ ਦੀ ਨਾਲ ਅੰਮ੍ਰਿਤਸਰ ਦਾ ਸਵਾਲ ਸੀ, ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਨੂੰ ਫੋਨ ਮਾਰਿਆ ਜੀ ਕਿ ਹੁਣੀ ਟੈਕਸੀ ਕਰੋ, ਗੱਡੀਆਂ ਕਰੋ, ਖਰਚਾ ਕਰੋ ਜਿੰਨਾ ਮਰਜ਼ੀ, ਕੋਈ ਕਰ ਨਹੀਂ, ਸੈਂਕਸ਼ਨਡ। 2 ਵਜੇ ਤੱਕ ਲਿਖ ਕੇ ਭੇਜਣ ਦੀ ਲੋੜ ਨਹੀਂ, ਫੋਨ ਤੇ ਮੈਨੂੰ ਦੱਸ ਦੇਣਾ ਜੋ ਮੈਂ ਸੂਚਨਾ ਮੰਗਦਾ। ਪੇਸ਼ੈਂਟ ਕਿੰਨੇ ਆਏ, ਦਵਾਈਆਂ ਕਿੰਨੀਆਂ ਖਰੀਦੀਆਂ, ਕਿੰਨੀਆਂ ਵੰਡੀਆਂ ਗਈਆਂ, ਜੋ ਵੀ ਸੂਚਨਾ ਆ ਸੂਚਨਾ। ਉਹ ਕਹਿੰਦਾ, ਮੈਂ ਕਿਹਾ ਨਥਿੰਗ ਡੂਇੰਗ। ਸਵੇਰ ਨੂੰ ਸੀਐਮ ਸਾਹਿਬ ਨੇ ਜਵਾਬ ਦੇਣਾ ਹੈ। 2 ਵਜੇ ਤੁਸੀਂ ਮੈਨੂੰ ਫੋਨ ਤੇ ਡਿਕਟੇਟ ਕਰੋਗੇ।
ਉਹਨਾਂ ਨੇ ਸਾਰਾ ਡਾਟਾ ਕੱਢਿਆ। ਕੁਝ ਅਸੀਂ ਐਨੂਅਲ ਰਿਪੋਰਟ ਛਾਪਦੇ ਹੁੰਦੇ, ਮੈਂ ਉਹ ਕੱਢੀਆਂ। ਮੈਂ 4 ਵਜੇ ਨੂੰ ਟਾਈਪ ਕਰਕੇ ਉਹਨਾਂ ਦੀ ਕੋਠੀ 16 ਸੈਕਟਰ ਜਾ ਕੇ ਬਲ ਮਾਰਤੀ ਵੀ ਆ ਲਓ ਜੀ। ਮੈਨੂੰ ਪਤਾ ਸੀ ਔਖਾ ਕੰਮ, ਪਰ ਡਿਗ ਆਊਟ ਤਾਂ ਕਰਨਾ ਪਿਆ ਨਾ ਜੀ, ਇਨਫੋਰਮੇਸ਼ਨ ਤਾਂ ਇਕੱਠੀ ਕਰਨੀ ਪਈ। ਹਾਂ, ਕਿਉਂਕਿ ਕਰਨਾ ਨਾਲੇ ਜਦ ਮੈਂ ਕਮਿਟ ਕਰਤਾ, ਜਦ ਮੈਂ ਉਹਦੀ ਕਹਿੰਦਾ ਵੀ ਦੇਖੋ ਜੀ ਇਹ ਤਾਂ ਹੁਣ ਹੈ ਤਾਂ ਔਖਾ, ਕੱਚਾ ਪੱਕਾ ਕਰ ਦੂੰ। ਮੈਂ ਕਿਹਾ ਜੀ ਐਨ ਠੀਕ ਕਰੂੰ, ਨਾਲੇ ਵੀ ਕਿਹਾ ਜ਼ਿੰਮੇਵਾਰੀ ਹੈ, ਉਹਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜ਼ਿੰਮੇਵਾਰੀ ਜਦ ਤੁਸੀਂ ਲੈਂਦੇ ਹੋ, ਫਿਰ ਤੁਸੀਂ ਨਾਲ ਦੀ ਨਾਲ ਫਿਰ ਘੋੜੇ ਦੜਾ ਦੇਣੇ ਹੁੰਦੇ ਨੇ। ਗੱਲ ਕਰਦੇ ਕਰਦੇ ਸੋਚ ਲੈਂਦੇ ਹੋ ਵੀ ਹੁਣ ਐਂ ਕਰਾਂਗੇ। ਸੋ ਮੈਂ ਤਾਂ ਕਹਿਣਾ ਵੀ ਜਿਹੜੇ ਬੰਦੇ ਤੁਸੀਂ ਉਹ ਲਾਉਣੇ ਹੋ, ਜਿਹੜੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਨੇ। ਜਿਹੜਾ ਜਥੇਬੰਦੀ ਦੀ ਜ਼ਿੰਮੇਵਾਰੀ ਤੋਂ ਭੱਜ ਗਿਆ, ਉਹਨੇ ਸਮਾਜ ਨੂੰ ਕੀ ਜ਼ਿੰਮੇਵਾਰ ਹੋਣਾ? ਕੋਈ ਸਮਾਜ ਤਾਂ ਕਿੱਦਾਂ ਗੱਲ ਹੈ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬਹੁਤ ਔਖੀ। ਠੀਕ ਹੈ, ਲੱਖ ਮੁਸੀਬਤਾਂ ਝੱਲੀਆਂ ਨੇ। ਜੀ ਜੀ, ਗੱਲਾਂ ਕਰਨੀਆਂ ਕੋਈ ਔਖੀ। ਸੋ ਇਸ ਕਰਕੇ ਇਹ ਹੈ। ਪਰ ਇੱਕ ਗੱਲ ਸੰਯੁਕਤ ਸਮਾਜ ਮੋਰਚਾ ਹੁਣ ਵੀ ਬਹੁਤ ਵਧੀਆ ਕਰ ਰਿਹਾ। ਉਹ ਕਿਹੜੀ? ਉਹ ਇਹ ਕਰ ਰਿਹਾ ਹੈ ਕਿ ਅਸੀਂ ਜੀ ਕੋਈ ਰੈਲੀਆਂ ਰੂਲੀਆਂ ਦੇ ਚੱਕਰ 'ਚ ਨਹੀਂ ਪੈਣਾ। ਪਿੰਡਾਂ ਦੇ ਲੋਕ ਸਾਨੂੰ ਜਾਣਦੇ ਨੇ। ਹੁਣ ਉਹਨਾਂ ਨੇ ਆਪਦੀਆਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਸ਼ੁਰੂ 'ਚ ਜਿਹੜੀਆਂ ਉਹਨਾਂ ਨੂੰ ਨਹੀਂ ਕੋਆਪਰੇਟ ਕਰ ਰਹੀਆਂ ਸੀ, ਜਾਂ ਜਿਹੜੀਆਂ ਨਹੀਂ ਕੋਆਪਰੇਟ ਨਹੀਂ, ਮੈਂ ਕਹਾਂਗਾ ਪਾਰਟੀਸਪੇਟ ਨਹੀਂ ਕਰ ਰਹੀਆਂ ਸੀ, ਪਹਿਲਾਂ ਉਹਨਾਂ ਦੇ ਪ੍ਰਤੀ ਉਹਨਾਂ ਨੇ ਅਪ ਸ਼ਬਦ ਬੋਲਣੇ ਸ਼ੁਰੂ ਕਰਤੇ ਸੀ। ਉਹ ਹੁਣ ਬੰਦ ਕਰਤੇ ਜੀ। ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕਰਤਾ ਵੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੋਟ ਪਾਓ, ਕਿਹਨੂੰ ਪਾਓ ਕਿਹਨੂੰ ਨਾ ਪਾਓ, ਹਰੇਕ ਦੀ ਇੰਡੀਪੈਂਡੈਂਸ ਹੈ। ਅਸੀਂ ਉਸ ਇੰਡੀਪੈਂਡੈਂਸ ਦਾ ਸਤਿਕਾਰ ਕਰਦੇ ਹਾਂ ਜੀ। ਜਿਹਨੇ ਜਿੱਥੇ ਵੋਟ ਪਾਉਣੀ ਆ ਪਾਵੇ। ਉਹਦੇ ਵਿੱਚ ਇੱਕ ਅੰਡਰਸਟੂਡ ਹੈ, ਇੱਕ ਸਮਝ ਸਾਹਮਣੇ ਹੈ ਵੀ ਜਿਹੜੇ ਬੰਦੇ ਕਿਸਾਨੀ ਅੰਦੋਲਨ 'ਚ ਗਏ ਨੇ, ਸਵਾਏ ਇਸ ਦੇ ਕਿ ਉਹ ਪੱਕਾ ਹੀ ਕਾਂਗਰਸ ਨਾਲ, ਅਕਾਲੀਆਂ ਨਾਲ ਜਾਂ ਬੀਜੇਪੀ ਨਾਲ ਜੁੜੇ ਹੋਏ ਸੀ ਜੀ। ਬਾਕੀ ਆਮ ਕਿਸਾਨ ਹੈ ਜਿਹੜਾ, ਉਹ ਸੰਯੁਕਤ ਸਮਾਜ ਮੋਰਚੇ ਦੀ ਹਮਦਰਦੀ ਰੱਖਦਾ ਹੈ। ਵੋਟ ਹੀ ਪਾਉਣੀ ਉਹਨੇ। ਉਹ ਕਹਿੰਦਾ ਯਾਰ ਜੋ ਮਰਜ਼ੀ ਹੈ ਤਾਂ ਸਾਡੇ ਹੀ ਨਾ। ਉਹ ਗੱਲੋਂ ਇੱਕ ਤਾਂ ਇਹਨਾਂ ਨੂੰ ਹੁਣ ਜਿਹੜੀ ਇਹ ਜਿਹੜਾ ਇੱਕ ਦੂਜੇ ਦਾ ਕ੍ਰਿਟਿਸਿਜ਼ਮ ਛੱਡਿਆ ਹੈ, ਇਹ ਮੈਂ ਕਹਾਂਗਾ ਇਹ ਚੰਗੀ ਗੱਲ ਹੁਣ। ਦੂਜਾ ਇਹਨਾਂ ਨੇ ਇਹ ਕਰਿਆ ਵੀ ਅਸੀਂ ਜੀ ਵੱਡੀਆਂ ਕੋਈ ਰੈਲੀਆਂ ਰੂਲੀਆਂ ਉੱਦਾਂ ਨਹੀਂ ਕਰਨੀਆਂ ਜਿਵੇਂ ਪਾਰਟੀਆਂ ਕਰ ਰਹੀਆਂ, ਵਰਚੁਅਲ ਰੈਲੀ ਕਰ ਲਈ, ਫਲਾਣਾ ਕਰ ਲਿਆ। ਵਰਚੁਅਲ ਰੈਲੀ ਰਾਜੇਵਾਲ ਕਰ ਸਕਦੇ ਸੀ, ਇਹ ਜਿਹਾ ਕੋਈ ਔਖਾ ਕੰਮ ਨਹੀਂ ਸੀ। ਉਹ ਕਹਿੰਦੇ ਅਸੀਂ ਪਿੰਡਾਂ ਪਿੰਡਾਂ ਸਾਡੇ ਬੈਠੇ ਨੇ ਵਲੰਟੀਅਰ, ਉਹ ਕਰਨਗੇ ਕੰਮ, ਜਿੰਨਾ ਕੁ ਛੋਟੀ ਛੋਟੀਆਂ ਮੀਟਿੰਗਾਂ ਕਰਨਗੇ। ਉਹ ਕਰ ਵੀ ਰਹੇ ਜੀ। ਬਿਊਰੋਕ੍ਰੇਸੀ ਵੀ ਉਹਨਾਂ ਦੇ ਨਾਲ ਜਾ ਰਹੀ ਹੈ, ਹੋਰ ਵੀ ਲੋਕ ਜਾ ਰਹੇ ਨੇ। ਸੋ ਉਸ ਪੱਖੋਂ ਇੱਕ ਪੋਜ਼ੀਟਿਵ ਗੱਲ ਹੈ। ਪਰ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਤਾਂ ਬੜਾ ਕੁਝ। ਆਪਾਂ ਮੈਨੀਫੈਸਟੋ ਤੇ ਆਉਣ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਇਹ ਜਾਣਨਾ ਚਾਹੁੰਦਾ ਹੈ, ਪਾਰਟੀਆਂ ਤੁਹਾਨੂੰ ਪਤਾ ਹੈ ਕਿ ਰਵਾਇਤੀ ਪਾਰਟੀਆਂ ਨੇ, ਕੋਈ 50 ਸਾਲ ਤੋਂ ਐਗਜ਼ਿਸਟ ਕਰਦੀ ਹੈ, ਕੋਈ ਆਜ਼ਾਦੀ ਤੋਂ ਪਹਿਲਾਂ ਵੀ ਐਗਜ਼ਿਸਟ ਕਰ ਰਹੀ ਹੈ, ਪਰ ਉਹਨਾਂ ਨੂੰ ਵੀ ਚੋਣਾਂ ਦੇ ਦੌਰਾਨ ਆਪਣੀਆਂ ਰੈਲੀਆਂ ਕਰਨੀਆਂ ਪੈਂਦੀਆਂ ਨੇ। ਉਹਨਾਂ ਨੂੰ ਲੋਕਾਂ ਨੂੰ ਦੱਸਣਾ ਪੈਂਦਾ ਕਿ ਅਸੀਂ ਹੈਗੇ ਹਾਂ, ਅਸੀਂ ਚੋਣ ਮੈਦਾਨ 'ਚ ਹਾਂ। ਜਿਹੜਾ ਦਿਖਦਾ ਹੈ ਦਰਅਸਲ ਉਹ ਵਿਕਦਾ ਹੈ। ਸਮਾਜ ਦੀ ਬਣਤਰ ਇਸ ਤਰ੍ਹਾਂ ਦੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਤਕਰੀਬਨ 380-82 ਦਿਨ ਇਕੱਠਿਆਂ ਨੇ ਸੰਘਰਸ਼ ਲੜਿਆ। ਸਾਰੇ ਕਿਸਾਨ ਮਜ਼ਦੂਰ ਤੇ ਜਾਗਰੂਕ ਤਬਕਾ ਉਹਦੇ ਵਿੱਚ ਬੈਠਾ ਸੀ। ਪਰ ਹੁਣ ਜਦੋਂ ਪਿੰਡਾਂ ਦੇ ਵਿੱਚ ਮੈਂ ਖੁਦ ਵੀ ਫੋਨ ਕਰਦਾ ਹੈ, ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਚੋਣ ਪ੍ਰਚਾਰ ਦੀ ਕਮੀ। ਉਹ ਕਹਿੰਦੇ ਯਾਰ ਉਹ ਤਾਂ ਦਿਖਦੇ ਨਹੀਂ ਵੋਟ, ਅਸੀਂ ਉਹਨਾਂ ਨੂੰ ਕਿਵੇਂ ਪਾਈਏ? ਉਹਨਾਂ 'ਚ ਤਾਂ ਸਾਨੂੰ ਕੋਈ ਜਾਨ ਹੀ ਨਹੀਂ ਲੱਗਦੀ, ਅਸੀਂ ਵੋਟ ਉਹਨਾਂ ਨੂੰ ਕਿਵੇਂ ਪਾਈਏ? ਤੁਹਾਨੂੰ ਵੀ ਲੱਗਦਾ ਕਿ ਇਸ ਪੱਖੋਂ ਜਾਂ ਤਾਂ ਉਹ ਇਸ ਕਰਕੇ ਪਛੜ ਗਏ ਕਿ ਪਹਿਲਾਂ ਤਾਂ ਰਜਿਸਟ੍ਰੇਸ਼ਨ ਨਾ ਹੋ ਸਕੀ, ਫਿਰ ਉਹ ਕਹਿੰਦੇ ਕਿ ਚੋਣ ਨਿਸ਼ਾਨ ਸਾਡਾ ਕੀ ਆ, ਇਹ ਨਾ ਮਿਲ ਸਕਿਆ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਪੱਖ ਮੈਨੂੰ ਇਹ ਵੀ ਲੱਗੀ ਜਾਂਦਾ ਹੈ ਕਿ ਸ਼ਾਇਦ ਰਵਾਇਤੀ ਪਾਰਟੀਆਂ ਕੋਲ ਤਾਂ ਭਾਈ ਫੰਡ ਬਥੇਰੇ ਹੈ, ਇਹਨਾਂ ਕੋਲ ਪੈਸਾ ਕਿੱਥੋਂ ਆਉਣਾ ਹੈ? ਚੋਣ ਸਮੱਗਰੀ ਛਪਵਾਉਣੀ, ਪਿੰਡਾਂ 'ਚ ਵੰਡਣੀ, ਕੀ ਕਾਰਨ ਨੇ ਕਿ ਆਹ ਜਿਹੜੇ ਮੈਂ ਕੁਝ ਇੱਕ ਕਾਰਨ ਤੁਹਾਨੂੰ ਦੱਸ ਰਿਹਾ, ਇਹਦਾ ਵੋਟ ਸ਼ੇਅਰ ਜਿਹੜਾ ਹੋਣੀ ਸੀ, ਇਹਨਾਂ ਦੇ ਹਿੱਸੇ ਆਉਣਾ ਸੀ, ਉਹਦੇ ਤੇ ਅਸਰ ਨਜ਼ਰ ਆਏਗਾ ਕਿ ਨਹੀਂ ਜੀ? ਪਹਿਲੀ ਗੱਲ ਤੁਸੀਂ ਠੀਕ ਕਿਹਾ, ਅਸਰ ਵੀ ਆਏਗਾ। ਵੋਟਾਂ ਨੂੰ ਆਰਗੇਨਾਈਜ਼ ਕਰਨਾ ਹੋਰ ਗੱਲ ਹੈ, ਵੋਟਾਂ ਦਾ ਸੈਂਟੀਮੈਂਟ ਹੋਣਾ ਹੋਰ ਗੱਲ ਹੈ। ਮੇਰਾ ਸੈਂਟੀਮੈਂਟ ਹੈ ਕਿ ਮੈਂ ਵੋਟ ਪਾ ਦਾਂਗਾ, ਸਾਡਾ ਵੀ ਹੈ। ਹੋ ਸਕਦਾ ਤੁਸੀਂ ਜਾ ਕੇ ਪਾ ਦਿਓ, ਮੈਂ ਕਹਾਂ ਚੱਲ ਯਾਰ ਕੀ ਹੈ ਜਾਣਾ, ਅੱਜ ਉਹਨਾਂ ਦਾ ਵੀ ਕਿਹੜਾ ਉੱਥੇ ਕੋਈ ਬੈਠਾ ਹੈ। ਇਹ ਜਿਹੜੀ ਗੱਲ ਸੀ, ਇਹੀ ਮੈਂ ਕਹਿੰਦਾ ਸਟਰੈਂਥ। ਹਮੇਸ਼ਾ ਬੰਦੇ ਨੂੰ ਕੀ ਹੁੰਦਾ ਹੈ, ਕੋਈ ਵੀ ਲੜਾਈ ਹੈ, ਚਾਹੇ ਉਹ ਅਦਾਲਤ 'ਚ ਹੈ, ਚਾਹੇ ਸਮਾਜ 'ਚ ਹੈ, ਚਾਹੇ ਵਿਭਾਗ 'ਚ ਹੈ, ਚਾਹੇ ਮੀਡੀਆ 'ਚ ਹੈ, ਉਹ ਲੜਾਈ 'ਚ ਦੇਖਣਾ ਹੁੰਦਾ ਹੈ ਵੀ ਜਿਹੜਾ ਤੁਹਾਡਾ ਵਿਰੋਧੀ ਹੈ, ਪ੍ਰਤੀਦਵੰਦੀ ਹੈ, ਉਹਦੀਆਂ ਕਮਜ਼ੋਰੀਆਂ ਕੀ ਨੇ ਤੇ ਤਾਕਤਾਂ ਕੀ ਨੇ। ਸਾਡੀਆਂ ਤਾਕਤਾਂ ਕੀ ਨੇ ਤੇ ਕਮਜ਼ੋਰੀਆਂ ਕੀ ਨੇ। ਆਪਦੀਆਂ ਤਾਕਤਾਂ ਨੂੰ ਵਧਾਉਣਾ ਤੇ ਕਮਜ਼ੋਰੀਆਂ ਨੂੰ ਤਾਕਤ ਬਣਾਉਣਾ।
ਦੂਜੇ ਜਿਹੜਾ ਤੁਹਾਡਾ ਪ੍ਰਤੀਦਵੰਦੀ ਆ ਉਹਦੀ ਤਾਕਤ ਨੂੰ ਘਟਾਉਣਾ ਤੇ ਉਹਦੀ ਕਮਜ਼ੋਰੀ ਨੂੰ ਵਧਾਉਣਾ ਜੀ, ਇਹ ਤੁਹਾਡਾ ਨੀਤੀਗਤ ਫੈਸਲਾ ਹੁੰਦਾ ਹੈ। ਇਹੀ ਤੁਹਾਡੀ ਦਾਅ ਪੇਚ ਲਾਈਨ ਹੁੰਦੀ ਹੈ ਵੀ ਆਪਦੀ ਤਾਕਤ ਵਧਾਉਣੀ ਹੈ, ਉਹਦੀ ਘਟਾਉਣੀ ਹੈ। ਗੱਲ ਤਾਂ ਇੰਨੀ ਹੋਈ ਹੈ। ਉਹਦੇ ਵਿੱਚ ਜਿਹੜੀ ਸੰਯੁਕਤ ਸਮਾਜ ਮੋਰਚੇ ਕੋਲ ਤਾਕਤ ਸੀ ਕਿ ਪਿੰਡ ਪਿੰਡ ਲੋਕ ਕਿਸਾਨਾਂ ਦੇ ਸਮਰਥਕ ਬੈਠੇ ਨੇ, ਉਹ ਕਾਲ ਇਹ ਲੋਕਾਂ ਨੂੰ ਦੇ ਹੀ ਨਹੀਂ ਸਕੇ, ਗੈਲਵੇਨਾਈਜ਼ ਕਰ ਹੀ ਨਹੀਂ ਸਕੇ ਵੀ ਭਾਈ ਤੁਸੀਂ ਆਪਦੇ ਪਿੰਡਾਂ 'ਚ ਆਪੇ ਪ੍ਰਬੰਧ ਕਰਨਾ ਹੈ, ਸਾਨੂੰ ਨਾ ਉਡੀਕਿਓ। ਅਸੀਂ ਤੁਹਾਨੂੰ ਹੁਕਮ ਦੇਤਾ, ਤੁਹਾਨੂੰ ਸਮਰੱਥਾ ਦੇਤੀ, ਤੁਹਾਨੂੰ ਅਧਿਕਾਰ ਦੇਤਾ, ਆਪੇ ਚੋਣ ਬੂਥ ਲਾਉਣੇ ਨੇ, ਆਪੇ ਪੋਲਿੰਗ ਏਜੰਟ ਬਣ ਜਿਓ। ਤੇ ਜਿਨ੍ਹਾਂ ਨੇ ਬਣਨਾ ਸਾਨੂੰ ਫਟਾਫਟ ਦੱਸੋ ਕਿਹੜੇ ਪਿੰਡ 'ਚ ਕੌਣ ਹੋਣਗੇ, ਇੰਨੇ ਦਿਨਾਂ 'ਚ ਦੱਸ ਦਿਓ ਜੀ। ਉਹ ਨਹੀਂ ਵਰਤਿਆ। ਤੁਸੀਂ 13,000 ਪਿੰਡਾਂ ਜਾਓਗੇ ਕਿਵੇਂ? ਤੁਸੀਂ 217 ਸ਼ਹਿਰਾਂ 'ਚ ਕਿਵੇਂ ਜਾਓਗੇ? ਨਹੀਂ ਜਾ ਸਕਦੇ। ਤੁਸੀਂ ਕਾਲ ਦੇ ਸਕਦੇ ਹੋ, ਪਰ ਜਿਹੜੀ ਚੀਜ਼ ਸਾਡੇ ਕੋਲ ਤਾਕਤ ਸੀ, ਮੀਡੀਆ, ਸੋਸ਼ਲ ਮੀਡੀਆ ਐਡਾ ਤਕੜਾ ਹੈ, ਉਹ ਵੀ ਰੱਜ ਕੇ ਨਹੀਂ ਵਰਤ ਰਹੇ। ਮੈਂ ਵੀ ਕਹਿਣਾ ਤੁਸੀਂ ਉਹਨੂੰ ਵਰਤੋ। ਤੁਸੀਂ ਨਹੀਂ ਵਰਤਿਆ ਕਿਉਂਕਿ ਮੈਂ ਤਾਂ ਕਹਿਣਾ ਵੀ ਜਿਹੜੇ ਤੁਹਾਡੇ ਬੰਦੇ ਤੁਹਾਨੂੰ ਗੱਲਾਂ ਕਰਨ ਵਾਲੇ ਨੇ, ਜਿਹੜੇ ਤੁਹਾਡੇ ਚੌਧਰੀ ਨੇ, ਉਹਨਾਂ ਨੇ ਕਦੇ ਚੋਣ ਲੜੀ ਨਹੀਂ। ਜੇ ਲੜੀ ਹੈ ਤਾਂ ਖੱਖੜੀਆਂ ਕਰੇਲੇ ਕਰਿਆ ਕੰਮ। ਕਈ ਪਾਰਟੀਆਂ 'ਚ ਵੀ ਘੁੰਮ ਕੇ ਆਏ ਨੇ ਇਹਨਾਂ ਦੇ ਸਲਾਹਕਾਰ, ਕੋਈ ਇੱਕ ਜਗ੍ਹਾ ਤੇ ਨਹੀਂ ਰਹੇ। ਸੋ ਇਸ ਕਰਕੇ ਜਿਹਨੇ ਨਾ ਕਦੇ ਚੋਣ ਉਸ ਤਰੀਕੇ ਨਾਲ ਲੜੀ ਹੈ, ਨਾ ਲੜਾਈ ਹੈ, ਨਾ ਕੁਝ ਹੋਰ ਕਰਿਆ, ਨਾ ਕਦੇ ਸਰਕਾਰੀ ਕੰਮ ਕਰਿਆ ਜਿਹਦੇ 'ਚ ਉਹਨੂੰ ਪਤਾ ਲੱਗੇ ਸਰਕਾਰ ਦਾ ਨਿਯਮ ਕੀ ਹੈ, ਨਾ ਕਦੇ ਉਹਦਾ DC ਨਾਲ ਵਾਹ ਪਿਆ, ਨਾ ਕਦੇ ਉਹਦਾ ਸਰਕਾਰ ਨਾਲ ਵਾਹ ਪਿਆ। ਜੇ ਯੂਨੀਵਰਸਿਟੀਆਂ 'ਚ ਬੈਠ ਕੇ, ਤਾਂ ਇੱਕ ਯੂਨੀਵਰਸਿਟੀ ਇੱਕ ਬਹੁਤ ਵੱਡਾ ਕਿਲਾ ਹੁੰਦੀ ਹੈ ਜੀ, ਉੱਥੇ ਤੁਸੀਂ ਜੋ ਮਰਜ਼ੀ ਖੁੱਡ ਬੜੀ ਹੁੰਦੀ ਹੈ, ਇੱਕ ਤਾਂ ਵੈਸੀ ਦਾ ਹੀ ਪਰਮਿਟ ਕਰਦਾ। ਦੂਜੀ ਗੱਲ ਉੱਥੇ ਕੀ ਹੈ, ਵਾਈਸ ਚਾਂਸਲਰ ਨੂੰ ਘੇਰ ਲੈਣਾ, ਕੋਈ ਬਹੁਤਾ ਫਰਕ ਹੀ ਨਹੀਂ। ਉੱਥੇ ਕਾਨੂੰਨ ਕਾਨੂੰਨ ਦਾ ਬਹੁਤਾ ਰਾਜ ਨਹੀਂ ਹੁੰਦਾ ਕਿਉਂਕਿ ਅਕੈਡੈਮਿਕਸ ਹੈ। ਉਹ ਕਹਿੰਦਾ ਖੁੱਲ੍ਹ ਹੈ ਯਾਰ, ਲਿਖ ਦਿਓ ਜਿੱਦਾਂ ਲਿਖਣਾ, ਕੋਈ ਗੱਲ ਨਹੀਂ। ਉਹ ਖੁੱਲ੍ਹ ਸਮਾਜ 'ਚ ਨਹੀਂ ਹੁੰਦੀ। ਜਿੱਦੇ ਸਮਾਜ 'ਚ ਉਹ ਖੁੱਲ੍ਹ ਦੇਣੀ ਸ਼ੁਰੂ ਕਰ ਦਾਂਗੇ, ਉੱਦੇ ਸਮਾਜ ਗੜਬੜ ਹੋ ਜੂ। ਜਿਹਦੇ ਉੱਥੇ ਸਮਾਜ ਵਾਲੀਆਂ ਪਾਬੰਦੀਆਂ ਲਾਵਾਂਗੇ, ਉਹਦੇ ਉਹ ਗੜਬੜ ਹੋ ਜੂ। ਉਹ ਅਦਾਰਿਆਂ ਦਾ ਆਪਦਾ ਇੱਕ ਮਤਲਬ ਹੈ, ਪਰ ਜਿਨ੍ਹਾਂ ਨੇ ਉਹਨਾਂ ਅਦਾਰਿਆਂ 'ਚ ਕੰਮ ਕਰਿਆ ਹੈ, ਉਹ ਬਹੁਤੇ ਡਿਸਿਪਲਿਨ 'ਚ ਨਹੀਂ ਰਹਿ ਸਕਦੇ ਕਦੇ। ਸਮਾਜ ਦੇ ਵਿੱਚ ਅਨੁਸ਼ਾਸਨ ਦੀ ਲੋੜ ਹੁੰਦੀ ਹੈ, ਤੇ ਉੱਥੇ ਉਹ ਮੰਨਣ ਨੂੰ ਤਿਆਰ ਹੁੰਦੇ। ਉਹ ਕਹਿੰਦਾ ਮੈਂ ਸਿਆਣਾ। ਉਹਨਾਂ ਅਦਾਰਿਆਂ 'ਚ ਹੀ ਸਿਆਣਾ ਕਹਿਣਾ ਪੈਂਦਾ। ਉੱਥੇ ਕਾਨਫਰੰਸ 'ਚ ਅਗਲਾ ਡੰਜ ਲਾ ਦਿੰਦਾ ਦੂਜੇ ਦੀ। ਅਸੀਂ PGI ਦੇ 'ਚ ਸਾਡਾ ਸਟੂਡੈਂਟ ਖੜਾ ਹੋ ਕੇ ਕਹਿ ਦਿੰਦਾ ਸੀ ਕਲਾਸ 'ਚ, ਕਿਆ ਗੱਲ ਹੈ, ਮੈਂ ਤਾਜ਼ਾ ਲਿਟਰੇਚਰ ਪੜ੍ਹਿਆ, ਤੁਸੀਂ ਦੱਸੋ ਕੀ। ਸੋ ਇਸ ਕਰਕੇ ਐਜੂਕੇਸ਼ਨ ਇੰਸਟੀਟਿਊਸ਼ਨਾਂ, ਖਾਸ ਕਰਕੇ ਹਾਇਰ ਲਰਨਿੰਗ ਦੀਆਂ ਇੰਸਟੀਟਿਊਸ਼ਨਾਂ 'ਚ ਕਾਫੀ ਆਜ਼ਾਦੀ ਆ ਅਜੇ ਵੀ। ਉਹ ਜਿਹੜੀ ਆਜ਼ਾਦੀ ਉੱਥੇ ਖੁੱਲ੍ਹ ਹੈ, ਉਹ ਖੁੱਲ੍ਹੇ ਇਸ ਵਾਸਤੇ ਕਿ ਗਿਆਨ ਅਰਜਿਤ ਕਰਿਆ ਜਾਵੇ, ਪਰ ਅਰਜਿਤ ਹੋਏ ਗਿਆਨ ਨੂੰ ਲਾਗੂ ਕਰਨ ਵੇਲੇ ਉਹ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਉੱਥੇ ਮੈਂ ਜਦ ਮਰੀਜ਼ ਨੂੰ ਦੇਖਣਾ, ਉਦੋਂ ਇਹ ਨਹੀਂ ਕਹਿ ਸਕਦਾ ਦੇਖ ਨਹੀਂ ਯਾਰ, ਦਵਾਈ ਲੈਣੀ ਹੈ ਲੈ ਲਈ, ਨਹੀਂ ਨਾ ਸੀ, ਟੈਸਟ ਕਰਾਉਣਾ ਕਰਾ ਲਈ, ਨਹੀਂ ਨਾ ਸੀ, ਦਿਖਾਉਣ ਆਉਣਾ ਅੱਜ ਹੀ, ਨਹੀਂ ਨਾ ਸੀ। ਫਿਰ ਮੈਂ ਕੀ ਕਰਿਆ ਉਹਦਾ? ਫਿਰ ਮੈਨੂੰ ਤਾਂ ਇਹੀ ਕਹਿਣਾ ਪਊ, ਆਹ ਟੈਸਟ ਕਰਾਉਣਾ ਭਾਈ ਜੀ, ਆਹ ਦਵਾਈ ਲੈਣੀ ਹੈ ਸਵੇਰੇ, ਦੁਪਹਿਰੇ, ਸ਼ਾਮੀ। ਉੱਥੇ ਮੈਨੂੰ ਉਹ ਪ੍ਰਸਕ੍ਰਾਈਬ ਕਰਨਾ ਪਊਗਾ। ਪੜ੍ਹਾਉਂਦੇ ਹੋਏ ਮੈਨੂੰ ਕਹਿਣਾ ਪਊ ਆਹ ਵੀ ਦਿੱਤਾ ਜਾ ਸਕਦਾ, ਆਹ ਵੀ ਦਿੱਤਾ ਜਾ ਸਕਦਾ, ਆਹ ਵੀ ਦਿੱਤਾ ਜਾ ਸਕਦਾ, ਆਹ ਟੈਸਟ ਕਰਾ ਲਓ ਤਾਂ ਵੀ ਠੀਕ ਹੈ, ਨਾ ਕਰਾ ਲਓ ਤਾਂ ਵੀ ਠੀਕ ਹੈ। ਪੜ੍ਹਾਉਣ ਵੇਲੇ ਹੋਰ ਗੱਲ ਕਰੂੰਗਾ ਮੈਂ, ਕਿਉਂਕਿ ਉੱਥੇ ਗਿਆਨ ਦੇਣਾ ਜੀ, ਇੱਥੇ ਗਿਆਨ ਨਹੀਂ ਦੇਣਾ। ਜੋ ਗਿਆਨ ਅਸੀਂ ਉੱਥੋਂ ਅਰਜਿਤ ਕਰਿਆ ਉਹਨੂੰ ਅਪਲਾਈ ਕਰਨਾ ਜੀ। ਇਹਨਾਂ ਦੋਹਾਂ 'ਚ ਬੜਾ ਫਰਕ ਹੈ। ਸੋ ਇਸ ਕਰਕੇ ਉਹ ਜਿਹੜੇ ਸਿਰਫ ਗਿਆਨ ਦਿੰਦੇ ਰਹੇ ਨੇ, ਗਿਆਨ ਅਰਜਿਤ ਕਰਦੇ ਰਹੇ ਨੇ, ਉਹ ਅਪਲਾਈ ਨਹੀਂ ਛੇਤੀ ਕਰ ਸਕਦੇ ਹੁੰਦੇ। ਅਪਲਾਈ 'ਚ ਆਮ ਤੌਰ 'ਤੇ ਉਹ ਫੇਲ ਹੁੰਦੇ ਨੇ। ਸੋ ਉਹਦੇ ਵਿੱਚ ਜਦ ਤੁਸੀਂ ਸਾਰੀ ਉਹ ਪਾਤੇ, ਥੋੜੇ ਕਨੇ ਹੋਣ, ਫਿਰ ਛੱਡ ਜਾਂਦਾ। ਬਹੁਤ ਗਿਣਤੀ ਹੈ ਕਿਉਂਕਿ ਦੂਜੇ। ਸੋ ਇਸ ਕਰਕੇ ਇਹਦੇ ਵਿੱਚ ਜਿਹੜੇ ਇਹ ਨੁਕਸ ਪਿਆ ਹੈ, ਇਹ ਇਸ ਕਰਕੇ ਪਿਆ ਹੈ ਕਿ ਨਾ ਤਾਂ ਇਹਨਾਂ ਦੇ ਪੁਲਿੰਗ ਏਜੰਟ ਨੇ, ਨਾ ਇਹਨਾਂ ਦੇ ਚੋਣ ਨਿਸ਼ਾਨ ਵਾਲੀ ਤੁਸੀਂ ਗੱਲ ਕਹੀ ਹੈ। ਚੋਣ ਨਿਸ਼ਾਨ ਦੇ ਉੱਤੇ ਵੀ ਇਹਨਾਂ ਨੇ ਆਪਦਾ ਕੋਈ ਮੈਚੋਰ ਸਟੈਂਡ ਨਹੀਂ ਲਿਆ। ਦੁਨੀਆ ਕਿਵੇਂ ਦੇਖਦੀ ਹੈ? ਦੁਨੀਆ ਦੇਖਦੀ ਹੈ ਵੀ ਯਾਰ ਇਹ ਕਹਿਣੀ ਤੇ ਕਥਨੀ ਦੇ ਕਿੰਨੇ ਕੁ ਪੱਕੇ ਨੇ, ਕਹਿਣੀ ਤੇ ਕਥਨੀ ਦੇ ਕਿੰਨੇ ਕਸੂਰੇ ਨੇ। ਕੀ ਇਹ ਊਂ ਹੀ ਤਾਂ ਨਹੀਂ ਦੋਸ਼ ਦੇਈ ਜਾਂਦੇ? ਕੀ ਇਹ ਦੋਗਲੀਆਂ ਗੱਲਾਂ ਤਾਂ ਨਹੀਂ ਕਰਦੇ? ਇਹ ਮੰਨਣ ਨਾ ਮੰਨਣ, ਇਹਨਾਂ ਦੇ ਸਮਰਥਕ ਜੋ ਮਰਜ਼ੀ ਕਹਿ ਦੇਣ, ਜਿੱਦੇ ਇਹਨਾਂ ਦੇ ਮੈਂ ਆਪ ਸੁਣੀਆਂ ਨੇ ਇਹ ਜੀ। ਜਿਹੜਾ ਬੰਦਾ ਇਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਂਦਾ ਸੀ, ਵਕੀਲ ਜਿਹਨਾਂ ਜੁਆਇਨ ਕਰਵਾਇਆ, ਉਹਦੀ ਇੰਟਰਵਿਊ ਕਰ ਰਿਹਾ ਸੀ ਕੋਈ TV ਚੈਨਲ ਜੀ।
ਉਹ ਲੜਕੀ ਨੇ ਪੁੱਛਿਆ ਵੀ ਇਹ ਦੋਸ਼ ਲੱਗਦਾ ਹੈ ਕਿ ਤੁਸੀਂ ਜਿਹੜਾ ਰਜਿਸਟ੍ਰੇਸ਼ਨ ਦਾ ਫਾਰਮ ਭਰਿਆ ਸੀ ਤੁਹਾਡਾ ਲੇਟ ਅਲਾਓ ਕਰਤਾ ਕਮਿਸ਼ਨ ਨੇ, ਉਹ ਬੀਜੇਪੀ ਨੇ ਕਰਵਾ ਕੇ ਦਿੱਤਾ ਹੈ। ਉਹ ਬੰਦਾ ਕਹਿੰਦਾ ਹੈ, ਵਕੀਲ ਹੈ ਉਹ ਹਾਈ ਕੋਰਟ ਦਾ, ਕਿ ਨਾ ਬਿਲਕੁਲ ਨਹੀਂ, ਜਿੱਦਾਂ ਚੋਣ ਡਿਕਲੇਅਰ ਹੋ ਜਾਂਦੀ ਹੈ ਉਹਦੇ ਕਮਿਸ਼ਨ ਬਿਲਕੁਲ ਆਜ਼ਾਦ ਹੁੰਦਾ ਹੈ, ਸਾਰੀ ਐਡਮਿਨਿਸਟ੍ਰੇਸ਼ਨ ਉਹਦੇ ਅੰਡਰ ਹੁੰਦੀ ਹੈ ਜੀ, ਇਸ ਕਰਕੇ ਕਮਿਸ਼ਨ ਨੇ ਆਪਦਾ ਫੈਸਲਾ ਕਰਿਆ। ਉਹ ਇਹ ਕਹਿੰਦਾ ਹੈ, ਔਰ ਉਹ ਅੱਗੇ ਇਹ ਵੀ ਨਹੀਂ ਕਹਿੰਦਾ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਹਮੇਸ਼ਾ ਪਿਛਲੇ 3-4 ਸਾਲ ਤੋਂ ਵੀ ਹੁੰਦਾ ਰਿਹਾ, ਪਿਛਲੇ 3-4 ਸਾਲ ਤੋਂ ਹੋ ਰਿਹਾ ਏਦਾਂ। ਉੱਥੇ ਕਹਿਤਾ ਉਹਨੇ ਦੂਜਾ ਸਵਾਲ ਦਾਗਦਾ ਨਾਲ ਹੀ, ਹੁਣ ਤੁਸੀਂ ਮੀਡੀਆ ਵਾਲੇ ਤਾਂ ਤਿੱਖੇ ਹੁੰਦੇ ਹੋ, ਮੈਂ ਮਾੜਾ ਜਿਹਾ ਕਿਹਾ ਸੀ ਨਾ ਵੀ ਨਾ ਤੁਸੀਂ ਸਵਾਲ ਕੱਢ ਮਾਰਿਆ ਵੀ ਹੁਣ ਆ ਲੋਕ ਆ ਕਹਿੰਦੇ ਦੇ ਜਵਾਬ ਇਹਦਾ। ਸੋ ਮੈਨੂੰ ਜਵਾਬ ਦੇਣਾ ਪਊ, ਮੈਂ ਐਵੇਂ ਗੋਲ ਕਰਾਂ ਗੱਲ ਵੀ ਨਹੀਂ ਉਦੋਂ ਆਏ ਸੀ ਉਦੋਂ ਆਏ ਸੀ। ਉਹ ਜਦ ਦੂਜਾ ਸਵਾਲ ਬੀਬੀ ਨੇ ਕਰਿਆ, ਕਹਿੰਦੀ ਰਾਜੇਵਾਲ ਸਾਹਿਬ ਕਹਿੰਦੇ ਨੇ ਵੀ ਜਿਹੜੇ ਹੁਣ ਸਾਡੀ ਅਰਜੀ ਤੇ ਇਤਰਾਜ਼ ਲੱਗੇ ਨੇ ਇਹ ਆਪ ਵਾਲਿਆਂ ਨੇ ਲਵਾਤੇ। ਕਹਿੰਦਾ ਹਾਂ ਇਹ ਠੀਕ ਹੋ ਸਕਦਾ। ਇਹਦਾ ਮਤਲਬ ਪਹਿਲੀ ਗੱਲ ਠੀਕ ਨਹੀਂ ਹੈ, ਠੀਕ ਹੈ। ਹਾਂ, ਯਾਨੀ ਕਿ ਪਹਿਲਾਂ ਕਮਿਸ਼ਨ ਦੁੱਧ ਧੋਤਾ ਹੈ, ਹੁਣ ਕਮਿਸ਼ਨ ਦੁੱਧ ਧੋਤਾ ਰਿਹਾ ਨਹੀਂ। ਤੁਸੀਂ ਘੱਟੋ ਘੱਟ ਇਹ ਕਹੋ ਵੀ ਦੇਖੋ ਰਾਜੇਵਾਲ ਸਾਹਿਬ ਨੇ ਕਿਹਾ ਹੈ, ਉਹਨਾਂ ਦਾ ਵਿਚਾਰ ਹੋ ਸਕਦਾ ਹੈ, ਪਰ ਉਂਝ ਕਮਿਸ਼ਨ ਮੈਂ ਜਿਵੇਂ ਪਹਿਲਾਂ ਦੱਸਿਆ ਇੰਡੀਪੈਂਡੈਂਟ ਹੈ, ਜੇ ਇਤਰਾਜ਼ ਵੀ ਲੱਗੇ ਨੇ ਅਸੀਂ ਉਹਨਾਂ ਨੂੰ ਦੂਰ ਕਰ ਦਾਂਗੇ। ਨਾਰਮਲੀ ਅਰਜ਼ੀਆਂ 'ਚ ਇਤਰਾਜ਼ ਲੱਗ ਜਾਂਦੇ ਨੇ, ਹਾਲਾਂਕਿ ਮੈਂ ਪਹਿਲਾਂ ਉਸ ਦੇ ਉੱਤੇ ਕਹਿੰਦਾ ਸੀ ਵੀ ਜਿਨ੍ਹਾਂ ਨੂੰ ਆਪਦੀ ਅਰਜ਼ੀ ਨਹੀਂ ਭਰਨੀ ਆਉਂਦੀ ਉਹ ਐਡੇ ਵੱਡੇ ਸਮਾਜ ਨੂੰ ਕਿਵੇਂ ਚਲਾਉਣਗੇ। ਆਫਟਰ ਸਮਾਜ ਨੂੰ ਤਾਂ ਕਾਨੂੰਨ ਨਾਲ ਚਲਾਉਣਾ, ਸਮਾਜ ਨੂੰ ਗੱਲਾਂ ਨਾਲ ਨਹੀਂ ਚਲਾਉਣਾ। ਸਮਾਜ ਦੇ ਸਾਹਮਣੇ ਇੱਕ ਹਕੀਕਤ ਹੈ ਜੀ, ਉਹ ਹਕੀਕਤ ਦੇ ਸਾਹਮਣੇ ਫੈਸਲੇ ਕਰਨੇ ਨੇ। ਅੱਛਾ ਡਾਕਟਰ ਸਾਹਿਬ, ਹੁਣ ਇੱਥੇ ਆ ਕੇ ਖੜ ਗਿਆ ਕੰਮ ਕਿ ਮੰਜਾ ਵੀ ਮਿਲ ਗਿਆ, ਪਰ ਦੌਣ ਚਰਨਜੀਤ ਸਿੰਘ ਚੰਨੀ ਨੂੰ ਕੱਸਣੀ ਆਉਂਦੀ ਹੈ, ਮੰਜਾ ਬੁਣਨਾ ਵੀ ਚਰਨਜੀਤ ਸਿੰਘ ਚੰਨੀ ਨੂੰ ਆਉਂਦਾ। ਖੈਰ, ਮੰਜੇ ਤੇ ਹੁਣ ਬਹਿੰਦਾ ਕੌਣ ਹੈ, ਉਹਨੂੰ ਬੁਣਦਾ ਕੌਣ ਹੈ, ਇਹ ਤਾਂ ਸਮਾਂ ਦੱਸੇਗਾ। ਹੁਣ ਬਹੁਤ ਘੱਟ ਦਿਨ ਰਹਿੰਦੇ ਆ। ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਹਾਲੇ ਤੱਕ ਇਹ ਸੁਨੇਹਾ ਨਹੀਂ ਲਾ ਸਕੇ, ਇਹ ਕਾਲ ਨਹੀਂ ਦੇ ਸਕੇ, ਸੋਸ਼ਲ ਮੀਡੀਆ ਦੀ ਖੁੱਲ੍ਹ ਕੇ ਵਰਤੋਂ ਨਹੀਂ ਕਰ ਸਕੇ, ਇਹ ਲੋਕਾਂ ਨੂੰ ਸੱਚੀ ਮੁੱਚੀ ਦੱਸ ਨਹੀਂ ਸਕੇ ਕਿ ਅਸੀਂ ਤੁਹਾਡੇ ਲਈ ਚੋਣ ਲੜ ਰਹੇ ਹਾਂ, ਸਾਨੂੰ ਤੁਹਾਡੇ ਤੱਕ ਆਉਣ ਦੀ ਜ਼ਰੂਰਤ ਨਹੀਂ, ਸਗੋਂ ਤੁਸੀਂ ਇਕੱਲਾ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਬਣੋ। ਤੁਸੀਂ ਆਪਣੇ ਪੱਧਰ ਤੇ, ਪਿੰਡ ਪੱਧਰ ਤੇ, ਸ਼ਹਿਰ ਪੱਧਰ ਦੇ ਉੱਤੇ ਸਾਡੀ ਆਵਾਜ਼ ਹੋ, ਅਸੀਂ ਸਾਡੇ ਤੇ ਤੁਸੀਂ ਤੁਹਾਡੇ। ਹਾਲੇ ਵੀ ਤੁਹਾਨੂੰ ਲੱਗਦਾ ਕਿ ਬੇੜਾ ਬੀਤਿਆ ਨਹੀਂ, ਹਾਲੇ ਵੀ ਦਿਨ ਕਈ ਰਹਿੰਦੇ ਨੇ। ਹਾਲਾਂਕਿ ਮਨੁੱਖੀ ਸਾਈਕੀ ਹੈ ਕਿ ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ। ਹਾਲੇ ਤਾਂ ਲੋਕਾਂ ਨੇ ਮਨ ਜੇ ਬਣਾਉਣੇ ਹੈ, ਹਾਲੇ ਤਾਂ ਝੰਡੇ ਝੁੰਡੇ ਜੇ ਚੱਕੀ ਫਿਰਦੇ ਹੈ। ਜੇ ਹਾਲੇ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਆਹੀ ਕਾਲ ਕਿਸੇ ਨਾ ਕਿਸੇ ਤਰੀਕੇ ਪਿੰਡਾਂ ਤੱਕ, ਸ਼ਹਿਰਾਂ ਤੱਕ, ਵੋਟਰਾਂ ਤੱਕ, ਸਪੋਰਟਰਾਂ ਤੱਕ ਪੁੱਜਦੀ ਹੋ ਜੇ ਕਿ ਭਾਈ ਇਹ ਉਡੀਕ ਨਾ ਰੱਖਿਓ ਰਵਾਇਤੀ ਪਾਰਟੀਆਂ ਵਾਂਗ ਕੇ ਅਸੀਂ ਝੰਡੇ ਚੁੱਕ ਕੇ ਫਿਰਾਂਗੇ, ਅਸੀਂ ਜਿਸ ਤਰੀਕੇ ਨਾਲ ਦਿੱਲੀ ਬੈਠ ਕੇ ਤੁਹਾਨੂੰ ਆਵਾਜ਼ ਦਿੱਤੀ ਸੀ, ਤੁਸੀਂ ਪਿੰਡਾਂ ਦੇ ਗੁਰਦੁਆਰਿਆਂ 'ਚ ਅਨਾਊਂਸਮੈਂਟਾਂ ਕਰਕੇ ਵਾਰੀ ਬੰਨ੍ਹ ਲਈ ਸੀ ਹਫ਼ਤੇਵਾਰੀ, ਹਾਲੇ ਵੀ ਦਿੱਤੀ ਜਾ ਸਕਦੀ ਹੈ ਜਾਂ ਹੁਣ ਲੇਟ ਨੇ ਜੀ? ਨਹੀਂ, ਕਾਲ ਤਾਂ ਬੇਨੀਪਾਲ ਸਾਹਿਬ ਦਿੱਤੀ ਜਾ ਸਕਦੀ ਹੈ, ਪਰ ਸਵਾਲ ਹੈ ਕਾਲ ਦੇਣ ਨਾਲ ਨਹੀਂ ਇਕੱਲਾ ਸਰਦਾ। ਫਿਰ ਮੈਂ ਕਹਿਣਾ ਇਹਨਾਂ ਦੀ ਕੈਪੇਬਿਲਿਟੀ ਨਹੀਂ। ਕਾਲ ਤੁਸੀਂ ਦੇਤੀ, ਮੈਂ ਬੈਠਾ ਪਿੰਡ 'ਚ, ਮੈਨੂੰ ਆ ਗਈ ਕੋਈ ਸਮੱਸਿਆ, ਮੈਂ ਕਿਹਨੂੰ ਪੁੱਛਾਂ? ਮੈਨੂੰ ਕਾਲ ਦੇਤੀ, ਮੈਂ ਝੰਡਾ ਚੁੱਕ ਲਿਆ, ਆਪੀ ਖਰਚਾ ਵੀ ਕੋਲੋਂ ਕਰਨ ਲੱਗ ਗਿਆ, 10 ਬੰਦੇ ਇਕੱਠੇ ਵੀ ਕਰ ਲਏ, ਮੈਨੂੰ ਕੋਈ ਦਿੱਕਤ ਆ ਗਈ, ਦੂਜੀ ਪਾਰਟੀ ਨੇ ਕਰਤੀ, ਐਡਮਿਨਿਸਟ੍ਰੇਸ਼ਨ ਨੇ ਕਰਤੀ, ਮੈਨੂੰ ਸਮਝ ਨਹੀਂ ਆਉਂਦੀ, ਮੈਂ ਕਿਹਨੂੰ ਪੁੱਛਾਂ? ਜਦ ਮੈਨੂੰ ਦੱਸਣ ਵਾਲਾ ਕੋਈ ਨਹੀਂ, ਜਾਂ ਜਿਹਨੂੰ ਮੈਂ ਫੋਨ ਕਰਿਆ ਪਹਿਲਾਂ ਤਾਂ ਫੋਨ ਚੁੱਕੇ ਨਾ, ਜੇ ਚੁੱਕ ਲਿਆ ਉਹ ਯਾਰ ਤੁਸੀਂ ਆਪੇ ਕਰ ਲਓ, ਹੁਣ ਮੇਰਾ ਨਾਂ ਸਿਰ ਖਾਓ, ਉਹ ਕਹਿੰਦਾ ਛੱਡ ਯਾਰ ਮੈਂ ਲੈਣਾ ਕੀ ਇਹਨਾਂ ਤੋਂ। ਸਵਾਲ ਇਹ ਹੈ, ਕਾਲ ਦੇ ਕੇ ਤੁਹਾਨੂੰ ਹੋਰ ਮੁਸਤੈਦੀ ਕਰਨੀ ਪੈਂਦੀ ਹੈ। ਫਿਰ ਇੱਕ ਉਦਾਹਰਨ ਦੇ ਦਿੰਦਾ ਮੈਂ, ਕਿਉਂ ਕਹਿਣਾ ਮੈਂ ਐਵੇਂ ਨਹੀਂ ਕਹਿੰਦਾ, ਮੈਂ ਆਰਗੇਨਾਈਜ਼ ਕਰੀਆਂ ਨੇ ਮੁਹਿੰਮਾਂ। ਮੈਨੂੰ ਇੱਕ ਚੋਣ ਵੇਲੇ ਜਿੱਦਾਂ ਚੋਣ ਪ੍ਰਚਾਰ ਖਤਮ ਹੋ ਗਿਆ, ਦੂਜੇ ਦਿਨ ਵੋਟਾਂ ਪੈਣੀਆਂ ਸੀ, ਉਦੋਂ ਸਵੇਰੇ ਸੁਨੇਹਾ ਮਿਲਦਾ ਹੈ ਵੀ ਤੁਹਾਡੇ ਪਿੰਡ 'ਚ ਸਾਡੀ ਬੜੀ ਮਾੜੀ ਹਾਲਤ ਹੈ ਤੇ ਤੁਸੀਂ ਕਰੋ ਕੁਛ। ਮੈਂ ਬੱਸ ਫੜੀ, ਗੁਰਦਾਸਪੁਰ ਸੀ, ਸ਼ਾਮ ਨੂੰ 4 ਵਜੇ ਪਿੰਡ ਪਹੁੰਚਿਆ, ਰਾਤੋਂ ਰਾਤ ਤਖਤਾ ਪਲਟਤਾ, ਅੱਧੀਆਂ ਤੋਂ ਵੱਧ ਵੋਟਾਂ ਸਨ, ਗੱਲਾਂ ਕਰੀਆਂ ਲੋਕਾਂ ਨਾਲ। ਇਸੇ ਤਰ੍ਹਾਂ ਦੂਜੀ ਗੱਲ ਤੁਹਾਨੂੰ ਮੈਂ ਦੱਸਣਾ, ਅਸੀਂ ਨਾਟਕ ਕਰਦੇ ਸੀ ਪਿੰਡਾਂ 'ਚ, ਮੈਨੂੰ ਰੋਪੜ 'ਚੋਂ, ਜ਼ਿਲ੍ਹੇ 'ਚੋਂ ਰਾਤ ਨੂੰ ਫੋਨ ਆ ਗਿਆ ਕਿ ਜੀ ਸਟੇਜ 'ਤੇ ਗੜਬੜ ਹੋ ਗਈ। ਰਾਤ ਦੇ 12 ਵਜੇ ਫੋਨ ਆਇਆ ਵੀ ਇੱਕ ਲੜਕੀ ਦੀ ਕਿਸੇ ਟੀਵੀ ਜਰਨਲਿਸਟ ਨੇ ਬਾਂਹ ਫੜ ਲਈ। ਮੈਂ ਕਿਹਾ ਤੁਸੀਂ SSP ਨੂੰ ਫੋਨ ਤੁਸੀਂ ਕਰੋਗੇ ਮੈਂ ਕਰਾਂ, DC ਨੂੰ ਫੋਨ ਤੁਸੀਂ ਕਰੋਗੇ ਮੈਂ ਕਰਾਂ? ਕਹਿੰਦੇ ਜੀ ਉਹ ਅਸੀਂ ਕਰਤਾ। ਮੈਂ ਕਿਹਾ ਠੀਕ ਹੈ, ਪੁਲਿਸ ਹੈਗੀ ਇੱਥੇ? ਕਹਿੰਦੇ ਹੈਗੀ ਹੈ। ਮੈਂ ਕਿਹਾ
ਤੁਸੀਂ ਐਂ ਕਰਨਾ ਹੈ, ਪਹਿਲਾਂ ਕੁੜੀ ਨੂੰ ਪੁੱਛੋ। ਉਹ ਕੁੜੀ ਦਾ ਪਤੀ ਵੀ ਨਾਲ ਸੀ ਜੀ, ਉਹ ਫਿਲਮੀ ਕਲਾਕਾਰ ਸੀਗੇ ਅਸਲ 'ਚ ਪਹਿਲਾਂ, ਉਹ ਸਾਡੇ ਨਾਲ ਫ੍ਰੀ ਸੇਵਾ ਕਰ ਰਹੇ ਸੀ ਵੀ। ਫਿਰ ਉਹਦੇ ਪਤੀ ਨੂੰ ਪੁੱਛੋ, ਫਿਰ ਸਾਰੀਆਂ ਕੁੜੀਆਂ ਨੂੰ ਪੁੱਛੋ ਜੱਥੇ ਦੀਆਂ ਨੂੰ, ਫਿਰ ਸਾਰੇ ਜੱਥੇ ਦੇ ਮੈਂਬਰਾਂ ਨੂੰ ਪੁੱਛੋ ਇਕੱਠਿਆਂ ਨੂੰ, ਵਿੱਚ ਮੇਲ 6 ਮੇਲ ਹੁੰਦੇ, 6 ਕੁੜੀਆਂ ਹੁੰਦੀਆਂ। ਫਿਰ ਉੱਥੋਂ ਦੇ ਆਪਣੇ ਆਰਗੇਨਾਈਜ਼ਰਾਂ ਨੂੰ ਪੁੱਛੋ ਜੀ, ਫਿਰ ਉੱਥੋਂ ਦੇ ਪਿੰਡ ਦੇ ਮੋਹਤਵਰਾਂ ਨੂੰ ਪੁੱਛੋ, ਫਿਰ ਪੂਰੇ ਇਕੱਠ ਨੂੰ ਪੁੱਛੋ ਵੀ ਕੀ ਕਰੀਏ। ਜੋ ਫੈਸਲਾ ਕਰਨਾ ਕਰ ਲਿਓ। 4 ਵਜੇ ਤੱਕ ਮੈਨੂੰ 3-4 ਵਾਰੀ ਫੋਨ ਆਏ। ਮੈਂ ਬਿਲਕੁਲ ਨਹੀਂ ਕਿਹਾ ਵੀ ਯਾਰ ਹੁਣ ਤੁਸੀਂ ਆਪੇ ਕਰ ਲਓ। ਤੇ 4 ਵਜੇ ਮੈਨੂੰ ਕਹਿੰਦੇ ਜੀ ਉਹ ਤਾਂ ਪੈਰੀਂ ਹੱਥ ਲਾਈ ਜਾਂਦਾ ਹੈ। ਮੈਂ ਕਿਹਾ ਲੋਕ ਕੀ ਕਹਿੰਦੇ ਨੇ? ਕਹਿੰਦਾ ਜੀ ਲੋਕਾਂ ਦਾ ਵੀ ਇਹ ਹੈ ਵੀ ਚਲੋ। ਮੈਂ ਕਿਹਾ ਠੀਕ ਹੈ, ਛੱਡ ਦਿਓ। ਹੁਣ ਜਿਹੜਾ ਉਹਨਾਂ ਨੇ ਮੇਰੇ ਤੋਂ ਕਲੀਅਰੈਂਸ ਲੈਣੀ ਸੀ, ਸਿਰਫ ਮੇਰੇ ਤੋਂ ਹਾਂ ਕਹਾਉਣੀ ਸੀ। ਜੇ ਮੈਂ ਹਾਂ ਕਹਿਣ 'ਚ ਢਿੱਲ ਵਰਤਦਾ ਤੇ ਕੰਮ ਮੁੱਕਣਾ ਨਹੀਂ ਸੀ, ਫਿਰ ਕੰਮ ਨਹੀਂ ਮੁੱਕਣਾ। ਨਾ ਉਹਨੇ ਜੱਬੇ ਨਾਲ ਫੈਸਲਾ, ਜੇ ਫੈਸਲਾ ਲੈ ਵੀ ਲੈਣਗੇ ਉਹਨਾਂ ਨੇ, ਉਹਨੇ ਜੱਬੇ ਨਾਲ ਨਹੀਂ ਲੈਣਾ। ਜਦ ਉਹਨਾਂ ਨੇ ਮੈਨੂੰ ਪੁੱਛ ਲਿਆ, ਮੈਂ ਕਹਿੰਦਾ ਹਾਂ ਐਂ ਚਲੋ, ਕਿਤੇ ਦਖਲਅੰਦਾਜ਼ੀ ਕਰੀਏ। ਸਾਰੀ ਕਹਾਣੀ 'ਚ ਤੁਹਾਨੂੰ ਲੱਗਦਾ ਵੀ ਮੈਂ ਦਖਲਅੰਦਾਜ਼ੀ ਕਰੀਏ, ਪਰ ਐਟ ਦੀ ਸੇਮ ਟਾਈਮ ਜਿੰਨੀ ਗਾਈਡੈਂਸ ਦੀ ਲੋੜ ਆ ਉਨੀ ਕਰਤੀ। ਜਿੰਨਾ ਹਾਂ ਕਹਿਣੀ ਹੈ ਵੀ, ਕਿਉਂਕਿ ਮੇਰੀ ਹਾਂ ਚਾਹੀਦੀ ਹੈ, ਹਾਂ ਠੀਕ ਹੈ ਕਰ ਲਓ। ਤਾਂ ਮੈਂ ਕਹਿਣਾ ਬੰਦਿਆਂ ਦੇ ਇਸ਼ੂ ਇੱਕ ਵਾਰੀ ਨਹੀਂ, ਸੈਂਕੜੇ ਵਾਰੀ ਇਹ ਹੁੰਦਾ ਹੈ ਸਾਡੇ ਨਾਲ। ਰਿਜ਼ੋਲਵ ਕਰਨ ਦਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਕਹਾਣੀ ਨੂੰ ਸੁਣੋ, ਨਾਲ ਦੇ ਨਾਲ ਫੈਸਲਾ, ਚਾਹੇ ਅੱਧੀ ਰਾਤ ਹੋਵੇ ਜੀ। ਇਹ ਮੈਨੂੰ ਭਾਰਤ ਸਰਕਾਰ 'ਚ ਸਵਾਲ ਕਰਿਆ ਗਿਆ, ਕਹਿੰਦੇ ਤੁਸੀਂ ਇਹਨੂੰ ਐਂ ਚਲਾਈ ਕਿਵੇਂ ਜਾਂਦੇ? ਤੁਸੀਂ ਹਰੇਕ ਗੱਲ ਦਾ ਕਹਿੰਦੇ ਹੋ, ਮੈਨੂੰ ਤਾਂ ਪਤਾ ਨਹੀਂ, ਮੈਂ ਪੁੱਛ ਦਿੰਦਾ। ਮੈਂ ਅਸੀਂ ਡੈਮੋਕ੍ਰੈਟਿਕਲੀ ਫੈਸਲਾ ਲੈਂਦੇ ਹਾਂ, ਸੋਚ ਸਮਝ ਕੇ ਫੈਸਲਾ ਥੋਪਿਆ ਨਹੀਂ ਜਾਂਦਾ ਨਾ, ਸੋਚ ਸਮਝ ਕੇ ਫੈਸਲਾ ਲੈਂਦੇ ਹਾਂ। ਫਿਰ ਫੈਸਲੇ ਨੂੰ ਇੰਡੀਪੈਂਡੈਂਸ ਦਿੰਦੇ ਹਾਂ। ਇਸ ਕਰਕੇ ਅਸੀਂ ਆਪ ਨਹੀਂ ਦੇਖਦੇ ਬਾਰ-ਬਾਰ, ਇੰਨਾ ਕੁ ਧਿਆਨ ਰੱਖਦੇ ਵੀ ਕੰਮ ਠੀਕ ਚੱਲੀ ਜਾਵੇ। ਕਿ ਪਰ ਜੇ ਉਹਨਾਂ ਨੇ ਸਵਾਲ ਕਰਨਾ ਹੈ, ਚਾਹੇ ਪਿੰਡ ਦਾ ਲੜਕਾ ਉੱਠ ਕੇ ਜਿਹੜਾ ਆਰਗੇਨਾਈਜ਼ਰ ਆ ਉਹ ਮੈਨੂੰ ਫੋਨ ਮਾਰ ਲੇ ਰਾਤ ਨੂੰ, ਮੈਂ ਉਹਨੂੰ ਨਾ ਨਹੀਂ ਕਰਨੀ ਵੀ ਤੂੰ ਕਿਉਂ ਫੋਨ ਮਾਰਿਆ, ਤੇਰੇ ਲੀਡਰ ਨੇ ਕਿਉਂ ਨਹੀਂ ਮਾਰਿਆ, ਉਹ ਜੱਥੇ ਵਾਲੇ ਨੇ ਕਿਉਂ ਨਹੀਂ ਮਾਰਿਆ, ਉਹਨੇ ਮਾਰ ਲਿਆ ਫਿਰ ਕੀ ਹੋ ਗਿਆ? ਮੈਨੂੰ ਉਹੀ ਜੀ ਗੱਲ ਦਾ ਜਵਾਬ ਦੇ ਦੂੰ। ਸੋ ਜਿੰਨਾ ਚਿਰ ਤੁਸੀਂ ਵੈਲ ਥਾਟ ਆਫ ਪਲਾਨ, ਉਹਨੂੰ ਇੰਪਲੀਮੈਂਟ ਕਰਨ ਦਾ ਤਰੀਕਾ, ਉਹਦੇ ਉੱਤੇ ਜਵਾਬ ਦੇਣ ਦਾ ਥੱਲੇ ਵਾਲਿਆਂ ਨੂੰ ਅਨਕਰਜ ਕਰਨ ਦਾ, ਪੂਰੀਆਂ ਟੀਮਾਂ ਆਪੇ ਬਣ ਜਾਣ, ਸੈਲਫ ਮੇਡ ਟੀਮਾਂ ਆਪੇ ਪੈਸਾ ਖਰਚੀ ਜਾਣਗੇ, ਆਪੇ ਆਰਗੇਨਾਈਜ਼ ਕਰਨਗੇ। ਸਿਰਫ ਤੁਸੀਂ ਉਹਨਾਂ ਨੂੰ ਗਾਈਡ ਕਰਨਾ ਹੁੰਦਾ, ਜਦੋਂ ਚਾਹਣ, ਧੱਕੇ ਨਾਲ ਨਹੀਂ ਕਰਨਾ, ਜਦੋਂ ਚਾਹਣ। ਜਾਂ ਕਿਤੇ ਕਿਤੇ ਤੁਹਾਨੂੰ ਲੱਗਦਾ ਹੁੰਦਾ ਵੀ ਆਹ ਗੱਲ ਸਭ ਨੂੰ ਦੱਸਣੀ ਹੈ, ਉਹ ਸੁਨੇਹਾ ਦੇਣਾ, ਵਿਆਹ ਕਰਨਾ ਆਪਾਂ। ਇਹ 2 ਗੱਲਾਂ 'ਚ ਸੰਯੁਕਤ ਸਮਾਜ ਮੋਰਚਾ ਅੱਜ ਵੀ ਕਾਮਯਾਬ ਨਹੀਂ। ਜੇ ਅੱਜ ਇਹ ਕਾਲ ਦੇ ਵੀ ਦੇਗਾ ਤਾਂ ਵੀ ਨਹੀਂ ਕਾਮਯਾਬ ਹੋਣਾ। ਐਕਸੈਸਿਬਲ ਹੋਣਾ ਬਹੁਤ ਲਾਜ਼ਮੀ ਹੈ। ਜੇ ਤੁਹਾਡੇ ਤੱਕ ਕੋਈ ਗੱਲ ਪੁੱਛਣੀ ਚਾਹੁੰਦਾ ਹੈ ਤਾਂ ਤੁਸੀਂ ਫੋਨ ਚੁੱਕੋ ਤੇ ਉਹਦੇ ਤੇ ਫੈਸਲਾ ਲੈਣ ਦੀ ਸਮਰੱਥਾ ਰੱਖਦੇ ਹੋ। ਹਾਂ, ਐਗਜ਼ੈਕਟਲੀ। ਹੁਣ ਇਹਨਾਂ ਦੇ ਕੀ ਹੈ, ਇੱਕ ਤਾਂ ਅਮਰਜੀਤ ਸਿੰਘ ਮਾਨ, ਹਾਲਾਂਕਿ ਉਹ ਇਹਨਾਂ ਦੇ ਕਾਨੂੰਨਾਂ ਦੇ ਤਾਂ ਹੱਕ 'ਚ ਹੀ ਬੋਲਦਾ ਰਿਹਾ ਵੀ ਕਾਨੂੰਨ ਠੀਕ ਨੇ, ਉਹ ਆਪਦੀ ਆਰਗੇਨਾਈਜ਼ ਕਰ ਰਿਹਾ ਕੰਪੇਨ, ਜੋ ਮੈਂ ਦੇਖਦਾ। ਇੱਕ ਲੱਖਾ ਸਿਧਾਣਾ ਕਰਿਆ, ਹਾਲਾਂਕਿ ਉਹ ਵੀ ਤੁਹਾਨੂੰ ਪਤਾ ਹੀ ਹੈ, ਜੋ ਉਹਨੇ ਸਟੇਜ ਮੱਦੀ ਹੋਰ ਕਰੀ, ਉਹ 'ਚ ਮੈਂ ਨਹੀਂ ਜਾਵਾਂਗਾ ਅਜੇ। ਕੁਝ ਬੰਦੇ ਨੇ ਇਹਨਾਂ ਦੇ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਕੰਪੇਨ ਆਪਦੇ ਲੈਵਲ ਤੇ, ਕੈਂਡੀਡੇਟ। ਹੁਣ ਉਸ ਨੂੰ ਮੈਂ ਕਿਹਦੇ ਨਾਲ ਸਿਮਲੀ ਦਿੰਦਾ? ਉਸ ਗੱਲ ਨੂੰ ਮੈਂ ਸਿਮਲੀ ਦਿੰਦਾ ਅੱਜ ਹੀ। ਮੈਂ ਅੱਜ ਉਹਨਾਂ ਦਾ ਜਿਹੜਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਇੰਟਰਵਿਊ ਸੁਣ ਰਿਹਾ ਕਿਸੇ ਚੈਨਲ ਤੇ। ਉਹਨੂੰ ਜਿਹੜੀ ਵੀ ਸਵਾਲ ਪੁੱਛਣ, ਕਹਿੰਦਾ ਮੈਂ ਕਿਹੜਾ ਕਾਂਗਰਸ ਦਾ ਕੋਈ ਉਤਲੇ ਉੱਠਦਾ ਵੀ ਮੈਂ ਗੁਰਜੀਤ ਰਾਣਾ ਨੂੰ ਕੁਝ ਕਹਿ ਦਾਂਗਾ, ਹਰੇਕ ਨੂੰ ਸਾਰੇ ਚੰਗੇ ਨੇ, ਸਿੱਧੂ ਵੀ ਚੰਗਾ, ਫਲਾਣਾ ਵੀ ਚੰਗਾ, ਫਲਾਣਾ ਵੀ ਚੰਗਾ, ਫਲਾਣਾ ਵੀ ਚੰਗਾ। ਉਹਨੇ ਕਿਸੇ ਨੂੰ ਮੰਡ ਸਾਹਿਬ ਵੀ ਚੰਗੇ, ਜਥੇਦਾਰ ਸਾਹਿਬ ਵੀ ਚੰਗੇ ਕਰਦੇ, ਹਰ ਗੱਲ ਤਣ ਪਤਣ ਲਾਈ ਹੋਈ ਨਹੀਂ ਕਿਸੇ। ਉਹਦੀ ਗੱਲ ਤਣ ਪਤਨ 'ਚ ਇੰਨੀ ਸੀ, ਕਹਿੰਦਾ ਮੈਂ ਤਾਂ ਆਪਦੇ ਹਲਕੇ ਦੇ ਵਾਸਤੇ ਜਾਣਦਾ, ਮੈਂ ਤਾਂ ਹਲਕੇ ਦੀ ਚੋਣ ਲੜ ਰਿਹਾ। ਹੁਣ ਜੇ ਕੱਲਾ ਬੰਦਾ ਇਹਨਾਂ ਦਾ ਵੀ ਇਹੀ ਕਰ ਰਿਹਾ, ਕਾਂਗਰਸੀਆਂ ਦਾ ਵੀ ਇਹੀ ਸੋਚਦਾ ਵੀ ਮੈਂ ਜਿੱਤਣਾ। ਜਿਹੜੀ ਤੁਸੀਂ ਆਹ ਗੱਲ ਕੀਤੀ ਹੈ ਨਾ ਜੀ, ਇਹਦੇ ਤੇ ਇੱਕ ਮੈਂ ਵੀ ਤੁਹਾਨੂੰ ਦੱਸਦਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਚਨਚੇਤ ਤੁਸੀਂ ਉਦਾਹਰਨ ਦੇ ਦਿੱਤੀ। ਬੀਤੇ ਦਿਨੇ ਇੱਕ ਮੁਲਾਕਾਤ ਦੇ ਵਿੱਚ ਉਹ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਵੋਟ ਮੰਗ ਰਹੇ ਹੋ, ਕੀ ਕਹਿ ਕੇ ਮੰਗ ਰਹੇ ਹੋ? ਹਾਲਾਂਕਿ ਪਹਿਲੀ ਵਾਰੀ ਤੋਂ ਚੋਣ ਨਹੀਂ ਲੜ ਰਹੇ। ਮੇਰੇ ਵਰਗਾ ਕੋਈ ਨਵਾਂ ਬੰਦਾ ਹੋਵੇ, ਤੁਹਾਡੇ ਵਰਗਾ ਕੋਈ ਨਵਾਂ ਬੰਦਾ ਹੋਵੇ, ਉਹ ਕਹਿ ਸਕਦਾ ਹੈ ਕਿ ਜੀ ਮੈਂ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਨੂੰ ਕਹਿ ਕੇ ਵੋਟ ਮੰਗ ਰਿਹਾ। ਉਹ ਬੰਦਾ ਕਹਿੰਦਾ ਜੀ ਮੈਂ ਤਾਂ ਚੰਨੀ ਦੇ ਨਾਂ ਤੇ ਵੋਟ ਮੰਗ ਰਿਹਾ। ਮੈਂ ਹੈਰਾਨ ਸੀ, ਮੈਂ ਮੱਥੇ ਤੇ ਹੱਥ ਮਾਰਿਆ ਕਿ ਤੂੰ ਆਪਣੇ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ। ਤੂੰ ਆਪਣੇ ਹਲਕੇ ਦੇ ਕੀਤੇ ਕੰਮਾਂ ਨੂੰ ਆਧਾਰ ਬਣਾ ਕੇ ਜੇ ਵੋਟ ਨਹੀਂ ਮੰਗਦਾ ਤਾਂ ਫਿਰ ਭਾਈ ਰੱਬ ਰੱਖਾ ਹੈ ਤੇਰੇ ਹਲਕੇ ਦਾ ਵੀ ਤੇ ਪੰਜਾਬ ਦਾ ਵੀ। ਜੇ ਕੋਈ ਨਵਾਂ ਬੰਦਾ ਹੋਵੇ ਉਹ ਕਹਿ ਸਕਦਾ ਵੀ ਚੰਨੀ ਦੇ ਨਾਂ ਤੇ, ਸਿੱਧੂ ਦੇ ਨਾਂ ਤੇ, ਰਾਹੁਲ ਦੇ ਨਾਂ ਤੇ, ਬਾਦਲ ਦੇ ਨਾਂ ਤੇ, ਭਗਵੰਤ ਦੇ ਨਾਂ ਤੇ, ਕੇਜਰੀਵਾਲ ਦੇ ਨਾਂ ਤੇ ਜਾਂ ਰਾਜੇਵਾਲ ਦੇ ਨਾਂ ਤੇ, ਉਹ ਤਾਂ ਕਵੇ। ਪਰ ਜਿਹੜਾ ਬੰਦਾ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਜਿੱਤੀ ਜਾਂਦੇ ਨੇ, ਜੇ ਉਹ ਕਹਿੰਦੇ ਨੇ ਮੈਂ ਚੰਨੀ ਨੂੰ ਚਿਹਰਾ ਬਣਾ ਕੇ ਵੋਟ ਮੰਗ ਰਿਹਾ, ਫਿਰ ਉਹਦੇ ਹਲਕੇ ਦੇ ਵੋਟਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹਨੇ ਕੰਮ ਕੋਈ ਨਹੀਂ ਕੀਤਾ। ਆਓ ਜੀ।
ਸੋ ਮੈਂ ਇਹ ਐਗਜ਼ੈਕਟਲੀ ਤੁਸੀਂ ਠੀਕ ਕਿਹਾ। ਮੈਂ ਇਹ ਗੱਲ ਦੇਖਦਾ ਵੀ ਪੋਲੀਟੀਕਲ ਪਾਰਟੀਆਂ ਦਾ, ਮੈਂ ਸੱਚੀ ਮੁੱਚੀ ਇਸ ਦੇ ਵਾਸਤੇ ਮੈਨੂੰ ਨਹੀਂ ਪਤਾ ਸੀ ਵੀ ਅੱਜ ਤੁਸੀਂ ਇਹ ਟੌਪਿਕ ਲਾਓਗੇ, ਐਵੇਂ ਕਹਿਣਾ ਮੈਂ ਜੀ ਤੇ ਪਰਚਾ ਸੀ। ਮੈਂ ਕੱਲ ਹੀ ਇਹਨਾਂ ਦਾ ਮੈਂ ਪੂਰੇ ਦਾ ਪੂਰਾ, ਪਹਿਲਾਂ ਮੈਂ 3-4 ਪੇਜ ਹੀ ਪੜ੍ਹੇ ਸੀ, ਫਿਰ ਕੱਲ ਸਾਰੇ ਦਾ ਸਾਰਾ 23-24 ਪੇਜ ਦਾ ਉਹ ਇਕਰਾਰਨਾਮਾ ਪੂਰਾ, ਹਾਂ ਇਕਰਾਰਨਾਮਾ, ਉਹ ਪੂਰਾ ਡਾਊਨਲੋਡ ਵੀ ਕਰਿਆ ਤੇ ਵੀ ਕਰਿਆ। ਜੀ ਜੀ। ਇਸ਼ੂ ਕਿੱਥੇ ਹੈ? ਇਸ਼ੂ ਇਹ ਹੈ ਵੀ ਅੱਜ ਦੇਸ਼ ਦੇ ਵਿੱਚ ਪੋਲੀਟੀਕਲ ਪਾਰਟੀਆਂ ਆਪਦੀਆਂ ਪੋਲੀਟੀਕਲ ਮੀਟਿੰਗਾਂ ਕਰ ਹੀ ਨਹੀਂ ਰਹੀਆਂ। ਕਿਸੇ ਵੀ ਸਭ ਚਿਹਰਿਆਂ ਤੇ ਰਾਜ ਕਰ ਰਹੀਆਂ ਨੇ। ਬੀਜੇਪੀ ਦੀ ਇੱਕ ਤਾਕਤ ਇਹ ਹੈ ਵੀ RSS ਉਹਦੇ ਪਿੱਛੇ ਹੈ। ਉਹ ਜ਼ਰੂਰ ਆਪਦੇ ਸ਼ਿਵਰ ਲਾਉਂਦੇ ਨੇ, ਹੋਰ ਕਰਦੇ ਨੇ, ਪਰ ਉਹਦੇ ਚ ਇਹੀ ਹੈ ਨਾ ਵੀ ਉੱਤੋਂ ਕਹਿਤਾ ਉਹ ਹੁਕਮ ਥੱਲੇ ਤੱਕ ਜਾਣਾ ਬਸ। ਉੱਥੇ ਕੋਈ ਡੈਮੋਕ੍ਰੇਸੀ ਨਹੀਂ ਹੈ ਉਸ ਤਰੀਕੇ ਦੀ, ਉਹ ਤਾਂ ਹੁਕਮ ਹੈ, ਕਟੜਵਾਦ ਹੈ, ਡੰਡੇ ਵਾਲਾ ਆਰਗੇਨਾਈਜੇਸ਼ਨ ਆ ਵੀ ਹਰੇਕ ਟਿਚ ਸੈਮੀ ਮਿਲਟਰੀ ਟਾਈਪ ਹੁਕਮ ਸੁਣਨਾ ਬਸ। ਉੱਤੋਂ ਕਹਿਤਾ ਥੱਲੇ ਤੱਕ ਉਹੀ ਪਹੁੰਚਾ ਦੇਣਾ, ਕੋਈ ਸੋਚਣਾ ਨਹੀਂ, ਦਿਮਾਗ ਬੰਦ ਕਰ ਦੇਣਾ ਉਹ ਤਾਂ। ਇਸ ਕਰਕੇ ਉਹ ਸਮਾਜ ਨੂੰ ਵਧੀਆ ਨਹੀਂ ਚਲਾ ਰਿਹਾ। ਆਰਗੇਨਾਈਜੇਸ਼ਨ ਹੈਗੀ ਉਹਨਾਂ ਕੋਲ ਬਹੁਤ ਵੱਡੀ ਹੈ, ਤਕੜੀ ਹੈ, ਔਰ ਰੈਗੂਲਰ ਕੰਮ ਕਰਦੀ ਹੈ, ਔਰ ਲੋਕਾਂ ਨੂੰ ਸਿਖਾਉਂਦੀ ਹੈ, ਐਸੀ ਕੋਈ ਗੱਲ ਨਹੀਂ। ਪਰ ਸਿਖਾਉਂਦੀ ਕੀ ਹੈ ਉਹ ਆਪਾਂ ਸਮਝ ਸਕਦੇ ਹਾਂ। ਬਾਕੀਆਂ ਦਾ ਕੀ ਹੋ ਗਿਆ? ਅੱਗੇ 2-2, 3-3 ਸਾਲਾਂ ਬਾਅਦ ਸ਼ਿਵਰ ਲੱਗਦੇ ਸੀ ਇਹਨਾਂ ਦੇ, 3-3, 4-4 ਦਿਨ ਦੀਆਂ। ਇੱਥੇ ਮਟੌਰ ਦੇ ਸੈਸ਼ਨ ਕਰਿਆ ਕਾਂਗਰਸ ਨੇ, ਪੂਰਾ ਹਫ਼ਤਾ ਚੱਲਿਆ। ਸੋ ਜਿਹੜੇ ਉਹ ਸੈਸ਼ਨਾਂ ਦੇ ਵਿੱਚ ਪਾਰਟੀਆਂ, ਹੁਣ ਇਹਨਾਂ ਦੇ ਕੀ ਹੈ? ਕਾਂਗਰਸ ਲੈ ਲਓ, ਕਾਂਗਰਸ ਦਾ ਪਹਿਲਾਂ ਜਾਖੜ ਸਾਹਿਬ ਪ੍ਰਧਾਨ ਰਹੇ 4-4.5 ਸਾਲ ਤੋਂ ਮੈਂ ਤਾਂ ਕਿਤੇ ਸੁਣੀ ਨਹੀਂ ਵੀ ਕਾਂਗਰਸ ਦੀ ਪੰਜਾਬ ਕਿਤੇ ਕਨਵੈਨਸ਼ਨ ਹੋਵੇ, ਦਿਨ ਦੀ ਮੀਟਿੰਗ ਵੀ ਹੋਈ ਹੋਵੇ। ਇੱਕ ਦਿਨ ਦੀ ਪੂਰੀ ਮੀਟਿੰਗ ਕਾਂਗਰਸ ਦੀ ਵੱਡੇ ਲੀਡਰਾਂ ਦੀ, ਸਾਰਿਆਂ ਦੀ, ਜਿਸ ਚ ਬਲਾਕ ਤੱਕ ਦਾ ਲੀਡਰ ਬੁਲਾਇਆ ਹੋਵੇ, ਕਦੇ ਜ਼ਿਲ੍ਹਾ ਪ੍ਰਧਾਨਾਂ ਦੀ ਕਰਨੀ ਹੋਵੇ ਤਾਂ ਕਰਨੀ ਹੋਵੇ। ਜਿੱਦਣ ਦਾ ਨਵਜੋਤ ਸਿੱਧੂ ਬਣਿਆ ਮੈਂ ਉਸ ਦਿਨ ਦੀ ਕੋਈ ਨਹੀਂ ਸੁਣੀ ਵੀ 6 ਮਹੀਨਿਆਂ ਚ ਕੋਈ ਮੀਟਿੰਗ ਕਰੀ ਹੋਵੇ। ਸਾਰੇ ਹਾਈ ਕਮਾਂਡ ਤੇ ਡਿਪੈਂਡ ਕਰ ਰਹੇ ਨੇ, ਤੇ ਹਾਈ ਕਮਾਂਡ ਨੇ ਵੀ ਕਦੇ ਮੀਟਿੰਗ ਨਹੀਂ ਕਰੀ ਸੁਣੀ ਮੈਂ ਤਾਂ। ਉਹ ਵੀ ਫੈਸਲੇ ਹੀ ਸੁਣਾਉਂਦੀ ਹੈ। ਹਾਂ, ਸੋ ਜਦ ਤੁਸੀਂ ਇਦਾਂ ਹੀ, ਜਿਹੜੇ ਆਪ ਵਾਲੇ ਨੇ ਉਹਨਾਂ ਨੇ ਨਹੀਂ ਕਦੇ ਸੁਣੀ ਵੀ ਉਹਨਾਂ ਨੇ ਕੋਈ ਮੀਟਿੰਗ ਕਰੀ ਹੋਵੇ ਪੂਰੀ ਪਾਰਟੀ ਦੀ ਉਸ ਤਰੀਕੇ ਨਾਲ। ਇਦਾਂ ਹੀ ਮੈਂ ਕਦੇ ਅਕਾਲੀ ਦਲ ਦੀ ਵੀ ਹੁਣ ਤਾਂ ਸੁਣੀ ਵੀ ਅਕਾਲੀ ਦਲ ਨੇ ਜੀ ਪੂਰੀ ਆਪਦੀ, ਅਕਾਲੀ ਦਲ ਦੀ ਅੱਜ ਕਾਨਫਰੰਸ ਹੋ ਰਹੀ ਹੈ, ਕੋਈ ਮੀਟਿੰਗ, ਉੱਦਾਂ ਜਿਹੜੀਆਂ ਵੋਟਾਂ ਵਾਟਾਂ ਵਾਸਤੇ ਰੌਲਾ ਗੋਲਾ ਉਹ ਹੁੰਦਾ। ਤੇ ਬੀਜੇਪੀ ਦੀ ਵੀ ਕੋਈ ਨਹੀਂ ਸੁਣੀ ਆਏ, ਤੇ ਬੀਜੇਪੀ ਵੀ ਕੋਈ ਪਾਰਟੀ ਦੇ ਤੌਰ ਤੇ ਆਪਾਂ ਨੂੰ ਪਤਾ ਹੀ ਹੈ ਇੱਥੇ ਪੰਜਾਬ ਦੇ ਵਿੱਚ ਅਸ਼ਵਨੀ ਕੁਮਾਰ ਦੇ ਸ਼ਰਮਾ ਦੇ ਅਗੇਂਸਟ, ਜਿਹੜੇ ਅੱਧੀ ਬੀਜੇਪੀ ਉਹਦੇ ਅਗੇਂਸਟ ਸੀਗੀ। ਰੋਜ਼ ਸ਼ਰੇਆਮ ਮਦਨ ਮੋਹਨ ਮਿੱਤਲ ਜਿਹੜੇ ਗਏ ਨੇ, ਜਿਹੜੇ ਕਹਿੰਦੇ ਮੇਰਾ RSS ਚ ਦਿਲ ਹੈ, ਬੀਜੇਪੀ ਚ ਦਿਲ ਹੈ, ਉਹ ਪਹਿਲਾਂ ਵੀ ਅਸ਼ਵਨੀ ਸ਼ਰਮਾ ਦੇ ਖਿਲਾਫ ਬੋਲਦੇ ਸੀ, ਹੁਣ ਵੀ ਬੋਲਦੇ ਨੇ ਵੀ ਜੋ ਪ੍ਰਧਾਨ ਇਹੋ ਜਿਹੇ ਬਣਾ ਦਿਓ ਜੇ ਇਹੋ ਜਿਹਾ ਹੋਊਗਾ। ਸੋ ਡਿਵਾਈਡਡ ਸੀ ਪਹਿਲਾਂ ਹੀ, ਜਦ ਕਮਲ ਸ਼ਰਮਾ ਪ੍ਰਧਾਨ ਸੀ ਉਦੋਂ ਵੀ ਡਿਵਾਈਡਡ ਸੀ। ਕਹਿਣਾ ਬਹੁਤ ਸੌਖਾ ਵੀ ਇਹ ਬੜੇ ਡਿਸਿਪਲਿਨ ਨੇ, ਅੱਧੇ ਉੱਧਰ ਅੱਧੇ ਉੱਧਰ। ਜਿਹੜੇ ਆਇਰਨ ਆਊਟ ਹੁੰਦੇ ਨੇ ਡਿਫਰੈਂਸਿਸ, ਮੈਂ ਜਿਹੜੀ ਆਪਾਂ ਸੰਯੁਕਤ ਸਮਾਜ ਮੋਰਚੇ ਦੀ ਜਿਵੇਂ ਗੱਲ ਕਰਦਾ, ਸਮਾਜ ਬੈਣੀਪਾਲ ਸਾਹਿਬ ਇਸ ਤਰ੍ਹਾਂ ਹੈ ਕਿ ਜੇ ਮੈਂ ਸਰਜਰੀ ਵੀ ਕਰਨੀ ਹੈ, ਜੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ, ਮਰੀਜ਼ ਦੇ ਤਮੀਰਦਾਰਾਂ ਨੂੰ ਨਾਲ ਗੱਲ ਕਰਕੇ ਉਹਨਾਂ ਨੂੰ ਗੱਲ ਸਮਝਾ ਕੇ ਉਹਨਾਂ ਦੀ ਸਮਝ ਕੇ ਸਰਜਰੀ ਨਹੀਂ ਕਰਦਾ ਤਾਂ ਮਰੀਜ਼ ਠੀਕ ਨਹੀਂ ਹੋਏਗਾ। ਮਾਹਰ ਮੈਂ ਆ, ਪਰ ਉਹਨਾਂ ਨੇ, ਕਿਉਂਕਿ ਬਹੁਤ ਸਾਰੇ ਕੰਮ ਉਹਨਾਂ ਨੇ ਕਰਨੇ ਨੇ ਜੀ, ਪਹਿਲਾਂ ਉਹਨਾਂ ਦੀ ਸਹਿਮਤੀ ਵੀ ਆਪਾਂ ਐਂ ਕਰਨਾ ਹੈ, ਆਹ ਗੱਲ ਹੋਏਗੀ, ਏਦਾਂ ਏਦਾਂ ਹੋਏਗਾ। ਮੈਨੂੰ ਅੱਜ ਤੱਕ ਦਿੱਕਤ ਹੀ ਨਹੀਂ ਆਈ, ਕਿਉਂਕਿ ਮੈਂ ਉਹਨਾਂ ਦੀ ਟੀਮ ਨੂੰ ਬਿਠਾ ਲੈਣਾ ਪਹਿਲਾਂ, ਰਿਸ਼ਤੇਦਾਰਾਂ ਨੂੰ, ਉਹਨਾਂ ਨਾਲ ਗੱਲ ਕਰਦਾ ਵੀ ਆਪਾਂ ਐਂ ਕਰਨਾ। ਫਿਰ ਮੈਨੂੰ ਕੋਈ ਟੱਟੀ ਨਹੀਂ ਆਈ, ਕੋਈ ਇਹੋ ਜਿਹੀ ਸ਼ਿਕਾਇਤ ਕਰਦੇ ਹੀ ਨਹੀਂ। ਨਿੱਕੀ ਮੋਟੀ ਗੱਲ ਹੁੰਦੀ ਆ ਉਹ ਪਹਿਲਾਂ ਤਾਂ ਆਪ ਹੀ ਨਰਸ ਨੂੰ ਵੀ ਕਹਿ ਕੇ ਕਰ ਲੈਂਦੇ ਨੇ। ਜੇ ਮੈਨੂੰ ਵੀ ਕਹਿਣਗੇ, ਉਹਨਾਂ ਦਾ ਇੱਕ ਬੰਦਾ ਆਊਗਾ, ਐਂ ਨਹੀਂ ਵੀ ਹਰੇਕ ਹੀ ਪੁੱਛੀ ਜਾਂਦਾ ਆ ਕੇ, ਇੱਕ ਬੰਦਾ ਆਊ ਜਿਹੜਾ ਉਹਨਾਂ ਦਾ ਚੌਧਰੀ ਹੁੰਦਾ ਕਿ ਡਾਕਟਰ ਸਾਹਿਬ ਆਹ ਤਕਲੀਫ ਸੀ, ਉਹਨੂੰ ਮੈਂ ਸਮਝਾ ਦੇਣਾ, ਉਹਨੇ ਜਾ ਕੇ ਆਪਦੇ ਪੂਰੇ ਫਿਰਕੇ ਨੂੰ ਸਮਝਾ ਦੇਣੀ ਆ ਗੱਲ ਵੀ ਆਏ ਆ। ਸੋ ਜਦ ਤੱਕ ਤੁਸੀਂ ਲੋਕਾਂ ਨੂੰ ਕੌਨਫੀਡੈਂਸ 'ਚ ਨਹੀਂ ਲੈਂਦੇ, ਜਿਹੜੀ ਤੁਹਾਡੀ ਟੀਮ ਹੈ ਉਹ ਟੀਮ ਹੈ ਮੇਰੀ, ਕਿਉਂਕਿ ਉਹਨਾਂ ਨੇ ਕੰਮ ਕਰਨਾ। ਰਿਸ਼ਤੇਦਾਰਾਂ ਦੀ ਉਹੀ ਮੈਂ ਵੱਡੂ ਹੋਂ ਕਰੀ ਜਾਵਾਂ, ਉਹ ਚਲੇ ਜਾਣਗੇ ਬਾਹਰ, ਪਰ ਮਰੀਜ਼ ਨੂੰ ਦੇਖਣ ਵਾਸਤੇ ਉਹਨੂੰ ਹੌਸਲਾ ਮੈਂ ਜਿਹੜਾ ਦੇਵਾਂਗਾ ਉਹ ਡਾਕਟਰੀ ਹੌਸਲਾ ਹੋਊ। ਜਿਹੜਾ ਪਰਿਵਾਰਕ ਹੌਸਲਾ ਦੇਣਾ ਉਹਦੇ ਰਿਸ਼ਤੇਦਾਰਾਂ ਨਹੀਂ ਦੇਣਾ, ਉਹ ਮੈਂ ਨਹੀਂ ਦੇ ਸਕਦਾ, ਕਿਉਂਕਿ ਮੈਂ ਉਹਨਾਂ ਦਾ ਪਰਿਵਾਰ ਦਾ ਮੈਂਬਰ ਹੀ ਨਹੀਂ, ਨਾ ਹੀ ਉਹਨਾਂ ਨੂੰ ਉਹ ਮਿਲਣਾ। ਸੋ ਇਸ ਕਰਕੇ ਸਮਾਜ ਦੇ ਵਿੱਚ ਵੀ ਪੋਲੀਟੀਕਲ ਪਾਰਟੀਆਂ 'ਚ ਇਹ ਕਲਚਰ ਖਤਮ ਹੋ ਗਿਆ ਕਿ ਆਪਾਂ ਨੇ ਬੈਠ ਕੇ ਰਲ ਕੇ ਗੱਲਾਂ ਕਰਨੀਆਂ ਨੇ, ਮਤਭੇਦ ਉੱਥੇ ਬੋਲੋ ਜਿੰਨੇ ਬੋਲਣੇ ਨੇ। ਡਾਕਟਰ ਸਾਹਿਬ, ਜਿਹੜੀ ਤੁਸੀਂ ਜਿਹੜੀਆਂ ਉਦਾਹਰਨਾਂ ਤੁਸੀਂ ਦਿੱਤੀਆਂ ਨੇ ਨਾ ਜੀ, ਕੈਨੇਡਾ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪਹਿਲੀ ਗੱਲ, ਪ੍ਰਧਾਨ ਦੀ ਚੋਣ ਪ੍ਰੋਪਰ ਹੁੰਦੀ ਹੈ, ਜਿਹੜੀ ਤੁਸੀਂ ਟਿਕਟਾਂ ਦੀ ਵੰਡ ਕੀਤੀ ਹੈ ਪ੍ਰੋਪਰ ਨੋਮੀਨੇਸ਼ਨ ਹੁੰਦੀ ਹੈ। ਫਿਰ ਤੁਸੀਂ ਦੇਖੋ ਐਂਡਰਿਊ ਸ਼ੀਅਰ ਨੂੰ ਰਾਤ ਤੱਕ ਪਿਛਲੀ ਚੋਣ ਦੇ ਵਿੱਚ ਉਹ ਜਸਟਿਨ ਟਰੂਡੋ ਦੀ ਪਾਰਟੀ ਕੋਲੋਂ ਹਾਰੇ ਜੀ, ਬਾਅਦ ਦੇ ਵਿੱਚ ਐਰਨੋ ਟੂਲ ਨੂੰ ਲਿਆਏ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵਾਲੇ, ਪਿਛਲੀ ਚੋਣ 'ਚ ਉਹ ਹਾਰ ਗਏ।
ਉਹ ਕਹਿੰਦਾ ਮੇਰੇ ਕੋਲ ਬਹੁਮਤ ਹੈ। ਉਹ ਕਹਿੰਦੇ ਨਹੀਂ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ, 118 ਮੈਂਬਰ ਪਾਰਲੀਮੈਂਟ ਨੇ, ਆਪਾਂ ਵੋਟਾਂ ਕਰਾ ਲੈਂਦੇ 118 ਦੇ ਵਿੱਚੋਂ 73 ਕਹਿੰਦੇ ਸਾਨੂੰ ਤੇਰੇ ਤੇ ਵਿਸ਼ਵਾਸ ਨਹੀਂ, ਤੂੰ ਸਾਨੂੰ ਜਿਤਾ ਨਹੀਂ ਸਕਾ, ਕਹਿੰਦਾ ਲਓ ਅਸਤੀਫਾ। ਇਹ ਚੀਜ਼ ਇੱਥੇ ਸਿੱਖਣੀ ਚਾਹੀਦੀ ਹੈ। ਕਨਵੋਕੇਸ਼ਨ ਪ੍ਰੋਪਰ ਹੁੰਦੀ ਹੈ, ਭਾਵੇਂ ਕੋਈ ਸੂਬਾ ਪੱਧਰ ਦੀ ਪਾਰਟੀ ਹੈ ਤੇ ਭਾਵੇਂ ਉਹ ਕੇਂਦਰ ਲੈਵਲ ਦੀ ਪਾਰਟੀ ਹੈ। ਪਰ ਹੋਰ ਤਾਂ ਅਸੀਂ ਚੀਜ਼ਾਂ ਥੋਪਣੀਆਂ ਚਾਹੁੰਦੇ ਆ ਸਾਰਿਆਂ ਤੇ, ਪਰ ਆਹ ਚੰਗੀਆਂ ਚੀਜ਼ਾਂ ਅਸਲ 'ਚ ਜਮਹੂਰੀਅਤ ਆ ਨਾ। ਇਹ ਆਮ ਤੌਰ ਤੇ ਹੁੰਦਾ ਕੀ ਹੈ, ਜੇ ਪਾਰਟੀ ਦੀ ਨੇਤਰਤਵ ਦੇ ਵਿੱਚ, ਅਗਵਾਈ ਦੇ ਵਿੱਚ ਕੋਈ ਪਾਰਟੀ ਚੋਣ ਲੜਦੀ ਹੈ, ਉਹ ਆਪਣੇ ਆਪ ਸਟੈਪ ਡਾਊਨ ਕਰ ਜਾਂਦਾ, ਆਪਣੇ ਆਪ ਅਸਤੀਫਾ ਦੇ ਜਾਂਦਾ ਜੇ ਉਹ ਪਾਰਟੀ ਨੂੰ ਚੋਣ ਜਿਤਾ ਨਹੀਂ ਸਕਦਾ। ਪਰ ਸਾਡੇ ਵਾਲੇ ਪਾਸੇ ਇਸ ਤਰ੍ਹਾਂ ਦਾ ਕਹਾਣੀ ਕੋਈ ਨਹੀਂ। ਸੁਖਬੀਰ ਦੀ ਅਗਵਾਈ 'ਚ ਹਾਰ ਗਏ ਤਾਂ ਫੇਰ ਸੁਖਬੀਰ ਪ੍ਰਧਾਨ, ਸੋਨੀਆ ਦੀ ਗਾਂਧੀ ਦੇ ਵਿੱਚ ਕਲੀਨ ਸਵੀਪ ਮਾਰਦੇ ਜਾ ਰਹੇ ਨੇ, ਬਾਕੀ ਦੇ ਉਹ ਸੁੰਗੜਦੀ ਜਾ ਰਹੀ ਹੈ ਤਾਂ ਵੀ ਪ੍ਰਧਾਨ। ਮੈਨੂੰ ਲੱਗਦਾ ਹੈ ਕਿ ਚੀਜ਼ਾਂ ਤੋਂ ਸਿੱਖਣਾ ਚਾਹੀਦਾ। ਤੇ ਇੱਕ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ, ਸਾਡੇ ਇੱਥੇ ਇਹ ਪ੍ਰੈਕਟੀਕਲ ਹੈ ਜੀ। ਬਹੁਤ ਸਾਰੇ ਲੋਕ ਸੀ ਆਪਣੇ ਬਜ਼ੁਰਗਾਂ ਨੂੰ ਹਸਪਤਾਲ 'ਚ ਛੱਡੇ ਆਉਂਦੇ, ਹਸਪਤਾਲ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇੱਕ ਤਾਂ ਖਰਚਾ ਵੀ ਵੱਧਦਾ ਹੈ, ਨਰਸ ਵੀ ਰੱਖਣੀ ਪਊ, ਡਾਕਟਰ ਵੀ ਗੇੜੇ ਮਾਰੂ, ਪਰਿਵਾਰ ਦੇ ਲੋਕਾਂ ਨੂੰ ਵੀ ਗੇੜੇ ਮਾਰਨੇ ਪੈਂਦੇ ਨੇ। ਉਹ ਕਹਿੰਦੇ ਦੇਖੋ ਬੈੱਡ ਵੀ ਘਰੇ ਲੈ ਜਾਓ, ਇਹ ਸਾਰਾ ਇਕਵਿਪਮੈਂਟ ਵੀ ਘਰੇ ਲੈ ਜਾਓ, ਤੁਸੀਂ ਆਪਣੇ ਮਰੀਜ਼ ਦੀ ਦੇਖਭਾਲ ਆਪ ਕਰਿਓ। ਪਰ ਕੀਤਾ ਕਿਉਂ? ਉਹਨਾਂ ਨੇ ਦੇਖਿਆ ਕਿ 100 ਦੇ ਵਿੱਚੋਂ ਜਿਹੜੇ 50 ਮਰੀਜ਼ ਅਸੀਂ ਘਰੇ ਭੇਜੇ ਨੇ ਉਹ ਤੰਦਰੁਸਤ ਹੋ ਗਏ, ਜਿਹੜੇ ਹਸਪਤਾਲ 'ਚ ਬਹਿ ਨੇ ਉਹ ਬਿਮਾਰ ਨੇ। ਹਾਲਾਂਕਿ ਨਰਸ ਘਰੇ ਵੀ ਆਉਂਦੀ ਹੈ, ਡਾਕਟਰ ਘਰੇ ਵੀ ਆਉਂਦਾ ਹੈ, ਪਰ ਜਿਹੜੀ ਤੁਸੀਂ ਆਹ ਗੱਲ ਕੀਤੀ ਉਹਨੇ ਤਜਰਬਾ ਕਰਕੇ ਦੇਖਿਆ ਤੇ ਹੁਣ ਉਹ ਕਹਿੰਦੇ ਘਰੇ ਸਾਰੀਆਂ ਸਹੂਲਤਾਂ ਮਿਲਣਗੀਆਂ, ਪਰ ਪਰਿਵਾਰ ਦਾ ਜੀ ਜਿਵੇਂ ਆਪਣੇ ਜੀ ਨੂੰ ਸਮਝਦਾ ਜਾਂ ਜਲਦੀ ਗੱਲ ਕਰਦਾ ਜਾਂ ਹੱਥ ਤੇ ਹੱਥ ਰੱਖਣ ਨਾਲ ਉਹਨੂੰ ਜਿਹੜਾ ਅਹਿਸਾਸ ਹੁੰਦਾ, ਉਹ ਨਰਸ ਦਾ ਹੱਥ ਤੇ ਹੱਥ ਰੱਖਣ ਤੇ ਅਹਿਸਾਸ ਨਹੀਂ ਹੁੰਦਾ। ਬਿਲਕੁਲ ਇਹ ਗੱਲ ਮੈਨੂੰ ਲੱਗਦਾ ਹੈ ਪੋਲੀਟੀਕਲ ਪਾਰਟੀਆਂ ਨੂੰ ਸਮਝਣ ਦੀ ਲੋੜ ਹੈ। ਬਸ ਇੱਥੇ ਜਿਹੜਾ ਹੈਗਾ ਵੀ ਤੁਸੀਂ ਕਿਵੇਂ ਪਾਰਟਿਸਿਪੇਟ ਕਰਾਉਣਾ ਹੈ ਲੋਕਾਂ ਨੂੰ। ਲੋਕ ਆਪੇ ਤੁਰਨਗੇ, ਲੋਕ ਖਰਚੇ ਕਰਨਗੇ, ਲੋਕ ਕੰਮ ਕਰਨਗੇ, ਲੋਕ ਆਰਗੇਨਾਈਜ਼ ਕਰਨਗੇ, ਲੋਕ ਲੜਾਈਆਂ ਵੀ ਕਰਨਗੇ ਜਿੱਥੇ ਲੋੜ ਪਊਗੀ, ਡਾਂਗ ਵੀ ਚੱਕਣਗੇ, ਪਰ ਤੁਸੀਂ ਉਹਨਾਂ ਨੂੰ ਆਰਗੇਨਾਈਜ਼ ਕਰਨਾ ਹੈ। ਤੁਹਾਡੀ ਕੈਪੈਸਿਟੀ ਨਹੀਂ ਆਰਗੇਨਾਈਜ਼ ਕਰਨ ਦੀ। ਗੱਲ ਤਾਂ ਇੱਥੇ ਆ ਗਈ। ਤੁਸੀਂ ਚਾਹੇ ਦਿਨ ਥੋੜੇ ਨੇ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੋਰ ਕੋਈ ਕੰਮ ਨਹੀਂ ਕਰੋ, ਤੁਹਾਡੇ ਕੋਲ ਬਥੇਰੀ ਯੂਥ ਆ ਜੂਗੀ ਵੀ ਯਾਰ 15 ਦਿਨ ਤੁਸੀਂ ਇਹ ਫੈਸਲਾ ਕਰ ਲਓ ਵੀ ਅਸੀਂ ਸਾਧ ਬਣ ਗਏ। ਹੁਣ ਤਾਂ 10 ਹੀ ਦਿਨ ਰਹਿ ਗਏ ਨਾ ਵਿਚਾਲੇ, 9 ਹੀ। ਜੇ 10 ਤਰੀਕ ਹੋ ਗਈ ਆ 20 ਨੂੰ ਵੋਟਾਂ ਪਈ ਜਾਣੀਆਂ ਨੇ, ਵਿਚਾਲੇ ਤਾਂ 9 ਹੀ ਦਿਨ ਨੇ ਨਾ। ਤੇ 9 ਦਿਨਾਂ ਵਾਸਤੇ ਤੁਸੀਂ ਭਾਈ ਮੰਜੇ ਬਿਸਤਰੇ ਆਪਦੇ ਲਾ ਲਓ, ਆਪਦੇ ਜ਼ਿਲ੍ਹੇ 'ਚ ਬੈਠ ਜਾਓ, ਜਿੱਥੇ ਮਰਜ਼ੀ ਆਪਦੇ ਘਰ 'ਚ ਬਹਿ ਜਾਓ, 2-4 ਬੰਦੇ ਕਹੋ ਵੀ ਆ ਬੈਠ ਕੇ ਆਪਾਂ ਇੱਥੇ ਸਾਂਝਾ ਕਰਾਂਗੇ, ਪੱਟ ਦਿਓ ਧੂੜਾ, ਸਟੇਜ ਕੁਆਟਰ ਦੇ ਉੱਤੇ ਆ ਜਾਓ। ਵੀ ਜਿਹੜਾ ਜ਼ਿਲ੍ਹੇ ਦਾ ਜਿੱਥੋਂ ਮਰਜ਼ੀ ਫੋਨ ਆ ਜਾਏ, ਇੱਦਾਂ ਹੀ ਤੁਸੀਂ ਤਹਿਸੀਲਾਂ ਤੇ ਕਹਿ ਜਾਓ। 92 ਤਹਿਸੀਲਾਂ ਨੇ, 23 ਜ਼ਿਲ੍ਹੇ ਨੇ, ਇੱਕ ਹੈੱਡਕੁਆਟਰ ਹੈ। ਇੰਨੀ ਥਾਂ ਦੇ ਉੱਤੇ ਤੁਸੀਂ ਬੰਦੇ ਆਰਗੇਨਾਈਜ਼ ਕਰਨੇ ਨੇ, ਉਹ ਗਾਹਾਂ ਥੱਲੇ ਵਾਲਿਆਂ ਨੂੰ ਜਵਾਬ ਦੇਣ ਜਿੰਨਾ ਵੀ। ਫਿਰ ਉਹਦੇ 'ਚ ਇੱਕ ਹੋਰ ਬਰਦਾਸ਼ਤ ਕਰੀਦਾ ਹੈ ਜੀ, ਜਦ ਤੁਸੀਂ ਪਾਵਰ ਥੱਲੇ ਦਿੰਦੇ ਹੋ ਬੈਨੀਪਾਲ ਸਾਹਿਬ, ਉਦੋਂ ਗਲਤੀਆਂ ਵੱਧ ਹੁੰਦੀਆਂ ਨੇ, ਕਿਉਂਕਿ ਤੁਹਾਡੇ ਜਿਹਨੇ ਸਿਆਣੇ ਨਹੀਂ ਹੁੰਦੇ। ਪਰ ਤੁਸੀਂ ਬਿਨਾਂ ਪਾਵਰ ਥੱਲੇ ਦਿੱਤੇ ਏਡਾ ਵੱਡਾ ਕੰਮ ਨਹੀਂ ਕਰ ਸਕਦੇ, ਤੁਹਾਤੋਂ ਉਦੋਂ ਵੀ ਜ਼ਿਆਦਾ ਗਲਤੀਆਂ ਹੋਣੀਆਂ ਨੇ। ਵਿਸ਼ਵਾਸ ਤਾਂ ਕਰਨਾ ਕਿਉਂਕਿ ਤੁਸੀਂ ਸਿਆਣੇ ਜ਼ਰੂਰ ਹੋ, ਪਰ ਤੁਹਾਨੂੰ ਕੰਮ ਨਹੀਂ ਉਹਨਾਂ ਕਰ ਸਕਦੇ ਤੁਸੀਂ। ਇਸ ਕਰਕੇ ਉਨੀਆਂ ਕੁ ਗਲਤੀਆਂ ਨੂੰ ਬਰਦਾਸ਼ਤ ਕਰੀਦਾ, ਪਰ ਉਹਨਾਂ ਨੂੰ ਫਿਰ ਵੀ ਸ਼ਾਬਾਸ਼ੀ ਦੇਈ ਜਾਵੇ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ ਜੇ ਹੋਊਗੀ। ਇਹ ਕੀ ਕਰਦੇ ਨੇ, ਅਗਲੇ ਨੂੰ ਸੂਈ ਦੇ ਨੱਕੇ ਚੜਵਾਉਂਦੇ ਵੀ ਐਂ ਤੂੰ ਕਿਉਂ ਕਰਤਾ, ਉਹਦਾ ਇਹ ਜਾਂ ਮੱਚ ਮਾਰ ਦਿੰਦੇ ਨੇ। ਉਹ ਕਹਿੰਦਾ ਛੱਡ ਯਾਰ, ਮੈਂ ਲੈਣਾ ਕੀ ਆ, ਜਾਂ ਫਿਰ ਉਹੀ ਖੁੱਲਾ ਛੱਡੀ ਰੱਖਦੇ ਨੇ। ਇਹਨਾਂ ਨੇ ਵੀ ਉਹ ਹਾਲਤ ਕਰ ਦਿੰਦੇ ਨੇ ਕਈ ਵਾਰੀ ਵੀ ਜੇ ਗਧੀ ਮਾਰੀ ਸਾਡੇ ਆਨੰਦ ਕੋਪ, ਤਾਂ ਗਧੀ ਮਾਰੀ ਦਾ ਨਹੀਂ ਕੋਈ ਦੋਸਤ। ਜਿਹੜਾ ਤੇ ਇਹਨਾਂ ਨੂੰ ਜਾਣਦਾ ਉਹਨੇ ਤਾਂ ਜੋ ਮਰਜ਼ੀ ਸਾਹੀ ਸਫੇਦੀ ਕਰਤੀ, ਉਹਨੂੰ ਤਾਂ ਫਿਰ ਜਸਟੀਫਾਈ ਕਰ ਦੇਣਗੇ, ਤੇ ਜਿਹੜਾ ਨਹੀਂ ਜਾਣਦਾ ਉਹਦੀ ਖਿਚਾਈ ਕਰੀ ਜਾਣਗੇ। ਉਹਨੇ ਵਿਚਾਰੇ ਨੇ ਲੈਣਾ ਵੀ ਕੁਛ ਨਹੀਂ, ਕੱਲ ਨੂੰ ਪਤਾ ਨਹੀਂ ਪਾਵਰ 'ਚ ਆ ਕੇ ਉਹਨੂੰ ਪੁੱਛਣਾ ਵੀ ਹੈ ਕਿਸੇ ਨੇ ਕਿ ਨਹੀਂ। ਸੋ ਇਸ ਕਰਕੇ ਜਿਹੜਾ ਤੁਸੀਂ ਕਿਹਾ ਸਵਾਲ ਦਾ ਜਵਾਬ ਮੈਂ ਇੱਕ ਲਾਈਨ 'ਚ ਹੁਣ ਦੇਵਾਂਗਾ, ਜਿਹੜਾ ਇੰਨੀ ਐਕਸਪਲੇਨੇਸ਼ਨ ਤੋਂ ਬਾਅਦ ਮੇਰੀ ਅੰਡਰਸਟੈਂਡਿੰਗ ਇਹ ਹੈ ਵੀ ਜੇ ਅੱਜ ਕਹਿ ਵੀ ਜੇ ਨਾ, ਮਾੜਾ ਮੋਟਾ ਫਰਕ ਪਊਗਾ, ਬਹੁਤਾ ਨਹੀਂ ਪੈਣਾ, ਕਿਉਂਕਿ ਇਹ ਉਹਨਾਂ ਨੂੰ ਜਿਹੜਾ ਜੋ ਉਹਨਾਂ ਦੀ ਲੋੜ ਹੈ ਪੁੱਛਣ ਦੀ, ਇਹ ਤਾਂ ਉਹ ਵੀ ਜਵਾਬ ਦੇਂਦੇ ਹੈ ਨਹੀਂ, ਕਿਉਂਕਿ ਮੈਂ ਇਹਨਾਂ ਦੇ ਜਵਾਬ ਸੁਣਦਾ ਵੀ ਇਹ ਕਿਵੇਂ ਜਵਾਬ ਦਿੰਦੇ ਨੇ। ਜਿਹੜਾ ਬੰਦਾ ਇਹ ਕਹਿ ਸਕਦਾ ਵੀ ਉਗਰਾਹਾਂ ਉਹ ਤਾਂ ਸਾਡਾ ਵਿਰੋਧੀ ਆ, ਡੱਲੇਵਾਲ ਉਹ ਤਾਂ ਸਾਡਾ ਵਿਰੋਧੀ ਆ, ਦੀਪ ਸਿੰਘ ਵਾਲਾ ਉਹ ਤਾਂ ਸਾਡਾ ਵਿਰੋਧੀ ਆ, ਆਪ ਦੇਖ ਲਾਂਗੇ ਆਪ ਨੂੰ ਵੀ। ਜਿਹੜਾ ਕਹਿੰਦਾ ਡੱਲੇਵਾਲ ਉਹ ਤਾਂ RSS ਦਾ ਬੰਦਾ ਹੈ। ਜੇ ਉਹ ਐਡੇ ਵੱਡੇ ਯੁੱਧ ਸਾਥੀਆਂ ਨੂੰ, ਜਿਨ੍ਹਾਂ ਨੇ ਐਡਾ ਸਟਰਗਲ ਲੜਿਆ ਹੈ, ਇਕੱਠਿਆਂ ਨੇ ਲੜਿਆ, ਜਿਨ੍ਹਾਂ ਤੇ ਕੋਈ ਦਾਗ ਨਹੀਂ ਹੈ, ਜਿਨ੍ਹਾਂ ਨੇ ਕਦੇ ਤੋਂ ਲੀਡਰੀ ਵੀ ਨਹੀਂ ਮੰਗੀ, ਲੀਡਰ ਤੁਹਾਨੂੰ ਬਣਾ ਕੇ ਰੱਖਿਆ ਹੈ, ਜੇ ਤੁਸੀਂ ਉਹਨਾਂ ਤੇ ਇਹ ਜਿਹੇ ਇਲਜ਼ਾਮ ਲਾ ਸਕਦੇ ਹੋ ਤਾਂ ਕਾਮਨ ਮੈਨ ਵਿਚਾਰਾ ਕੀ ਸੋਚੂ? ਸੀਰੀਅਸਲੀ ਸੋਚੋ ਇਸ ਗੱਲ ਨੂੰ। ਬਿਲਕੁਲ। ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਇਹਨਾਂ ਨੇ ਕੌਣ ਲਿਆਂਦੇ ਬੰਦੇ
ਬਹੁਤ ਸਾਰੇ ਬੰਦੇ ਉਹ ਨੇ ਜਿਹੜੇ ਆਰਮ ਚੇਅਰ ਕ੍ਰਿਟੀਕ ਨੇ। ਸਾਨੂੰ ਬਹੁਤ ਭੁਲੇਖਾ ਹੈ ਬੈਨੀਪਾਲ ਸਾਹਿਬ ਜੀ ਵੀ ਜਿਹੜੇ ਐਕਸਪਰਟ ਹੁੰਦੇ ਨੇ ਉਹ ਬਹੁਤ ਵੱਡੀ ਚੀਜ਼ ਹੁੰਦੇ ਨੇ। ਕਹਿੰਦੇ ਸੁਣੋ ਸਭ ਕੀ ਕਰੋ ਮਨ ਕੀ। ਇਹਨਾਂ ਨੇ ਪੋਲੀਟਿਕਸ ਨੂੰ ਐਕਸਪਰਟਸ ਦੇ ਹਵਾਲੇ ਕਰਤਾ। ਐਕਸਪਰਟ ਨੇ ਤਾਂ ਪਹਿਲਾਂ ਸਵਾੜ ਆਈ ਹੋਈ ਹੈ। ਤੁਸੀਂ ਮੈਨੂੰ ਦੱਸੋ, ਬਿਊਰੋਕ੍ਰੇਸੀ ਐਕਸਪਰਟ ਨਹੀਂ ਹੈ, ਪੁਲਿਸ ਐਕਸਪਰਟ ਨਹੀਂ ਹੈ, ਡਾਕਟਰ ਐਕਸਪਰਟ ਨਹੀਂ ਹੈਗੇ, ਜਿਹੜੇ ਪ੍ਰੋਫੈਸਰ ਨੇ ਯੂਨੀਵਰਸਿਟੀ ਐਕਸਪਰਟ ਨਹੀਂ ਹੈਗੇ, ਮੀਡੀਆ ਵਾਲੇ ਐਕਸਪਰਟ ਨਹੀਂ ਹੈਗੇ, ਪਰ ਉਹ ਐਕਸਪਰਟ ਆਪਦੇ ਫੀਲਡ ਦੇ ਨੇ, ਉਹ ਸਿਆਸਤ ਦੇ ਐਕਸਪਰਟ ਨਹੀਂ ਹੈਗੇ ਜੀ। ਅੱਛਾ ਡਾਕਟਰ ਸਾਹਿਬ, ਹੁਣ ਇਹ ਦੱਸਿਓ ਮੈਨੂੰ, ਸਾਰੀ ਗੱਲ ਦੇ ਵਿੱਚੋਂ ਇਕਰਾਰਨਾਮੇ ਵੱਲ ਨੂੰ ਆਈਏ ਜੀ ਕਿ ਚੋਣ ਮਨੋਰਥ ਪੱਤਰ ਜਾਂ ਮੈਨੀਫੈਸਟੋ ਤਾਂ ਸਾਰੀਆਂ ਪਾਰਟੀਆਂ ਜਾਰੀ ਕਰਦੀਆਂ ਨੇ, ਪਰ ਉਹ ਕਾਗਜ਼ ਦੇ ਉੱਤੇ ਮਾਰੀਆਂ ਲਕੀਰਾਂ ਸਮਝ ਲਓ ਕਿ ਜੇ ਕਿਸੇ ਚੀਜ਼ ਦੀ ਸਮਝ ਆ ਗਈ ਨਾ ਆ ਗਈ, ਜਦ ਉਹ ਲਾਗੂ ਨਹੀਂ ਹੋਣੀ। ਪਰ ਜਿਹੜਾ ਇਕਰਾਰਨਾਮਾ ਰੂਪੀ ਇਹਨਾਂ ਨੇ ਪੇਸ਼ ਕੀਤਾ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਉਹ ਸਮਝ ਆਇਆ ਹੋਣਾ ਕਿ ਉਹਨੂੰ ਪ੍ਰਚਾਰਨ ਦਾ ਤਾਂ ਆਪਾਂ ਦੇਖ ਲਿਆ ਕਿ ਪ੍ਰਚਾਰ ਨਹੀਂ ਸਕੇ, ਪਰ ਜੋ ਇਹਨਾਂ ਨੇ ਕਿਹਾ ਹੈ ਕਿ ਸੱਚਮੁੱਚ ਪੰਜਾਬ ਨੂੰ ਖਲਜਗਣ ਦੇ ਵਿੱਚੋਂ ਕੱਢਣ ਵਾਸਤੇ, ਉਹ ਤੁਹਾਨੂੰ ਲੱਗਦਾ ਕਿ ਬਾਕੀ ਪਾਰਟੀਆਂ ਦੇ ਮੁਕਾਬਲਤਨ ਇਹਨਾਂ ਦਾ ਇਕਰਾਰਨਾਮਾ ਵਧੀਆ ਜੀ? ਦੇਖੋ, ਉਹ ਬਾਕੀਆਂ ਨਾਲੋਂ ਬੈਟਰ ਤਾਂ ਹੈਗਾ ਹੀ ਹੈ, ਪਰ ਬਾਕੀਆਂ ਨੇ ਵੀ ਲਿਖਣ ਦੀ ਗੱਲ ਨਹੀਂ ਹੈ। ਮੇਰਾ ਇਹੀ ਸਵਾਲ ਹੈ। ਮੇਰਾ ਸਵਾਲ ਇਹ ਹੈ ਵੀ ਇਹਨਾਂ ਨੂੰ ਲੋਕ ਅਜੇ ਵੀ ਵੋਟਾਂ ਪਾਉਣਗੇ। ਮੈਂ ਇਹ ਨਹੀਂ ਕਹਿੰਦਾ, ਪਾਉਣੀਆਂ ਚਾਹੀਦੀਆਂ ਵੀ ਨੇ ਨਾ, ਸਭ ਕੁਝ ਨੁਕਸਾਨ ਦੇ ਬਾਵਜੂਦ। ਪਰ ਜੇ ਕੋਈ ਸੋਚੇ ਵੀ ਇਹ ਹਨੇਰੀ ਲਿਆ ਦੇਣਗੇ ਜਿੱਦਾਂ ਦੀ ਆਪਾਂ ਸਮਝਦੇ ਸੀ, ਇਹ ਸਮਝਦੇ ਸੀ, ਆਪਾਂ ਤਾਂ ਨਹੀਂ ਸਮਝਦੇ ਸੀ, ਕਰ ਮੈਂ ਤਾਂ ਪਹਿਲਾਂ ਵੀ ਨਹੀਂ ਸਮਝਦਾ ਸੀ, ਉਹ ਜਿੰਨੀ ਕੁ ਲਿਆ ਸਕਦੇ ਸੀ ਉਹ ਉਨੀ ਵੀ ਨਹੀਂ ਲਿਆ ਰਹੇ। ਉਹੀ ਇਹਨਾਂ ਦਾ ਇਕਰਾਰਨਾਮਾ ਕਹਿ ਰਿਹਾ ਹੈ। ਇੱਕ ਗੱਲ ਪਤਾ ਨਹੀਂ, ਉਹ ਕਹਿੰਦੇ ਨੇ ਮੈਨੀਫੈਸਟੋ, ਇਹ ਕਹਿੰਦੇ ਨੇ ਇਕਰਾਰਨਾਮਾ। ਮੈਨੂੰ ਵੈਸੇ ਆਪਣੇ ਆਪ 'ਚ ਇਕਰਾਰਨਾਮਾ ਗਲਤ ਲੱਗਦਾ ਸ਼ਬਦ। ਉਹ ਕਿਉਂ? ਮੈਨੂੰ ਇਸ ਕਰਕੇ ਲੱਗਦਾ ਹੈ ਕਿ ਤੁਸੀਂ ਚੋਣਾਂ ਦੇ ਵਿੱਚ ਲੋਕਾਂ ਨਾਲ ਉਹੀ ਵਾਅਦੇ ਦੀ ਡੈਫੀਨੇਸ਼ਨ ਜਾਂ ਇਕਰਾਰ ਹੋਰ ਕੀ ਹੈ। ਮੈਨੀਫੈਸਟੋ ਹੁੰਦਾ ਹੈ ਕਿ ਜੇ ਅਸੀਂ ਆਹ ਕਰਨਾ ਚਾਹੁੰਦੇ ਹਾਂ, ਇਹ ਐਵੇਂ ਨਹੀਂ ਬਣਿਆ ਸੀ। ਉਹ ਹੁੰਦਾ ਵਿਜ਼ਨ। ਜਿਹੜਾ ਮੈਨੀਫੈਸਟੋ ਵਿਜ਼ਨ ਹੈ। ਇਹ ਹੈਗੇ ਨੇ ਐਕਸ਼ਨ ਪੁਆਇੰਟ। ਐਕਸ਼ਨ ਪੁਆਇੰਟ ਕਦੇ ਵਿਜ਼ਨ ਤੋਂ ਬਗੈਰ ਨਹੀਂ ਆ ਸਕਦੇ। ਜਿਹਦੇ ਕੋਲੇ ਦ੍ਰਿਸ਼ਟੀਕੋਣ ਨਹੀਂ ਹੈ, ਉਹਦਾ ਐਕਸ਼ਨ ਪੁਆਇੰਟ ਨਹੀਂ। ਜਿਹੜੇ ਸਰਜਨ ਕੋਲੇ ਪਹਿਲਾਂ ਹੀ ਨਹੀਂ ਪਤਾ ਵੀ ਮੈਂ ਪੇਟ ਖੋਲੂੰਗਾ, ਐਂ ਜਾਊਂਗਾ, ਇੱਥੋਂ ਜਾਊਂਗਾ, ਐਂ ਕਰੂੰਗਾ, ਉਹ ਚੀਰਾ ਦੇ ਕੇ ਫਸਿਆ ਰਹੂਗਾ। ਸੋ ਪਹਿਲੀ ਗੱਲ ਵਿਜ਼ਨ ਡਾਕੂਮੈਂਟ ਇਹਨਾਂ ਨੇ ਆਪ ਨਾ ਬਣਾਇਆ, ਨਾ ਇਹਨਾਂ ਨੇ ਆਪਦਾ ਕੋਈ ਵਿਜ਼ਨ ਬਣਾਇਆ, ਔਰ ਨਾ ਹੀ ਇਹਨਾਂ ਕੋਲ ਕੈਪੇਬਿਲਿਟੀ ਹੈ, ਕਿਉਂਕਿ ਕਿਸਾਨੀ 'ਚ ਰਹੇ ਨੇ। ਇਹਨਾਂ ਨੇ ਮਜ਼ਦੂਰਾਂ ਦੀਆਂ ਵੱਧ ਤੋਂ ਵੱਧ, ਇਹਨਾਂ ਦਾ ਆੜ੍ਹਤੀਆਂ ਨਾਲ ਵਾਹ ਪੈਂਦਾ, ਪੱਲੇਦਾਰਾਂ ਨਾਲ ਵਾਹ ਪੈਂਦਾ, ਚੜਾਈ ਵਾਲਿਆਂ ਨਾਲ ਵਾਹ ਪੈਂਦਾ, ਵਪਾਰੀਆਂ ਨਾਲ ਵਾਹ ਪੈਂਦਾ, ਛੋਟਿਆਂ ਨਾਲ, ਦੁਕਾਨਦਾਰਾਂ ਨਾਲ ਵਾਹ ਪੈਂਦਾ। ਇਦੋਂ ਅੱਗੇ ਤਾਂ ਕੋਈ ਵਾਹ ਨਹੀਂ ਪੈਂਦਾ। ਮਾੜਾ ਮੋਟਾ ਦਫ਼ਤਰਾਂ 'ਚ ਵਾਹ ਪੈਂਦਾ। ਇਹਨਾਂ ਨੇ ਸਰਕਾਰੀ ਸਿਸਟਮ ਦੇ ਵਿੱਚ ਬਹੁਤ ਸਾਰੇ ਨੁਕਸ, ਜਿਨ੍ਹਾਂ ਨੂੰ ਰੋਜ਼ ਆਮ ਲੋਕ ਫੀਲ ਕਰਦਾ, ਰੋਜ਼ ਮਹਿਸੂਸ ਕਰਦਾ ਹੈ, ਉਹ ਸਿਸਟਮ 'ਚ ਨੁਕਸ ਕਿਉਂ ਆਏ ਨੇ, ਉਹਨੂੰ ਕਿਵੇਂ ਦੂਰ ਕਰਨਾ ਹੈ, ਉਹਦੇ ਵਾਸਤੇ ਇੱਕ ਵਿਜ਼ਨ ਬਣਾਉਣਾ ਪੈਂਦਾ ਹੈ ਜੀ। ਉਹ ਇਹਨਾਂ ਨੇ ਨਹੀਂ ਬਣਾਇਆ। ਮੈਂ ਕਿਉਂ ਕਹਿਣਾ ਇਹ ਗੱਲ, ਨਿੱਜੀ ਉਸ ਤੋਂ ਕਹਿਣਾ ਜੋ ਮੈਂ ਕਰਿਆ ਜੀ। ਮੈਨੂੰ ਰਜਿਸਟਰ ਲਾਤਾ ਬਾਬਾ ਫਰੀਦ ਯੂਨੀਵਰਸਿਟੀ, ਹਰ ਸਾਲ ਪੇਪਰ ਲੀਕ ਹੁੰਦਾ ਸੀ। ਹੁਣ ਮੈਂ ਪੇਪਰ ਲੀਕ ਨਹੀਂ ਹੁੰਦਾ ਨਾ, ਮੇਰੇ ਕੋਲ ਦਿਨ ਸੀਗੇ 6 ਹਫ਼ਤੇ ਜੀ ਟੋਟਲ। ਜਦ ਮੈਂ ਲੱਗਿਆ 6 ਹਫ਼ਤੇ ਬਾਅਦ ਪੇਪਰ ਹੋਣਾ ਸੀ। ਸਾਰਾ ਜਰਜਰਾ ਮਾਲ ਮਿਲਿਆ ਸੀ ਮੈਨੂੰ, ਪਰ ਉਹਦੇ 'ਚ ਮੈਂ ਪਹਿਲਾਂ ਹੀ ਲੱਗਣ ਸਾਰ ਪਹਿਲਾਂ ਇਹ ਸੋਚਣਾ ਸ਼ੁਰੂ ਕਰਤਾ ਵੀ ਇਹ ਪੇਪਰ ਲੀਕ ਹੁੰਦਾ ਕਿਵੇਂ ਹੈ, ਕਿੱਥੋਂ ਹੁੰਦਾ ਹੈ। ਉਹ ਮੈਂ ਪੂਰਾ ਵਿਜ਼ਨ ਬਣਾ ਲਿਆ 3-4 ਦਿਨ ਸੋਚ ਕੇ, ਇੱਧਰੋਂ ਉੱਧਰੋਂ ਸੂਚਨਾ ਇਕੱਠੀ ਕਰਕੇ, ਆਪਦੇ ਥੱਲੇ ਵਾਲਿਆਂ ਨੂੰ ਸੂਚਨਾ ਇਕੱਠੀ ਕਰਕੇ, ਫਿਰ ਮੈਂ ਉਹ 'ਤੇ ਐਕਸ਼ਨ ਸ਼ੁਰੂ ਕਰਿਆ। ਪਹਿਲਾਂ ਬਣਾਇਆ ਵੀ ਐਂ ਲੀਕ ਹੁੰਦਾ, ਇਹਦਾ ਆਹ ਹੱਲ ਹੈ। ਆਹ ਚੀਜ਼ਾਂ ਨੇ ਜਿਹੜੀਆਂ ਗੁਪਤ ਰੱਖਣੀਆਂ ਨੇ, ਆਹ ਚੀਜ਼ਾਂ ਨੇ ਐਵੇਂ ਗੁਪਤ ਰੱਖਣ 'ਤੇ ਜ਼ੋਰ ਨਹੀਂ ਲਾਈ ਜਾਣਾ। ਥੱਲੇ ਵਾਲਿਆਂ ਨੂੰ ਇਨਕਰਜ ਕਰ ਲਓ, ਗੁਪਤ ਫਿਰ ਵੀ ਰਹਿਣਗੀਆਂ ਉਹ। ਤੇ ਉਹਦੇ ਜੇ ਕੋਈ ਲੀਕ ਕਰ ਵੀ ਦੂ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਜਿਹੜੀ ਚੀਜ਼ ਗੁੱਡੀ ਹੈ ਵੀ ਪੇਪਰ ਲੀਕ ਨਾ ਹੋਵੇ, ਇਹ ਮੈਂ ਆਪਣੇ ਹੱਥ 'ਚ ਰੱਖਿਆ। ਬਾਕੀ ਹੁਣ ਮੈਂ ਰੋਲ ਨੰਬਰ ਵੀ ਮੈਂ ਹੀ ਲਾਊਂ, ਆਹ ਵੀ ਮੈਂ ਹੀ ਕਰੂੰ, ਫਾਰਮ ਵੀ ਮੈਂ ਹੀ ਰਿਸੀਵ ਕਰੂੰ, ਇਹ ਪੋਸੀਬਲ ਨਹੀਂ ਹੁੰਦਾ। ਸੋ ਮੈਂ ਤਾਂ ਕਹਿਣਾ ਵੀ ਜੇ ਤੁਹਾਡੇ ਕੋਲ ਵਿਜ਼ਨ ਨਹੀਂ ਹੈ, ਜਾਂ ਤਾਂ ਤੁਸੀਂ ਫਾਲਤੂ ਦੇ ਕੰਮ ਕਰੀ ਜਾਓਗੇ, ਜਾਂ ਤੁਸੀਂ ਜਿਹੜੇ ਜ਼ਰੂਰੀ ਕੰਮ ਨੇ ਉਹ ਵੀ ਨਹੀਂ ਕਰੋਗੇ। ਤੁਸੀਂ ਆਪਦੀ ਊਰਜਾ, ਤੁਹਾਡੀ ਲਿਮਿਟਡ ਹੈ। ਅਸੀਂ ਵੱਡੇ ਆਰਗੇਨਾਈਜ਼ ਕਰੇ ਨੇ ਕੰਪੇਨ, ਲਿਟਰੇਸੀ ਕੰਪੇਨ ਆਰਗੇਨਾਈਜ਼ ਕਰੀ ਪੂਰੇ ਪੰਜਾਬ ਦੇ 90 ਦੇ ਵਿੱਚ
1990 ਤੁਹਾਨੂੰ ਪਤਾ ਸਿਚੁਏਸ਼ਨ ਕੀ ਸੀ, ਇੱਕ ਪਾਸੇ ਮੰਡਲ ਚੱਲਦਾ ਸੀ, ਇੱਕ ਪਾਸੇ ਕਮੰਡਲ ਚੱਲਦਾ ਸੀ। ਪੰਜਾਬੀ ਟ੍ਰਿਬਿਊਨ ਨੇ ਨਾ ਅੰਗਰੇਜ਼ੀ ਟ੍ਰਿਬਿਊਨ ਨੇ ਇੱਕ ਆਰਟੀਕਲ ਲਿਖਿਆ ਸੀ, ਮੰਡਲ ਐਂਡ ਕਮੰਡਲ ਹਾਊ ਐਵਰ ਦੀ ਗਿਆਨ ਰਥ ਗੋਜ਼। ਉਹਦਾ ਨਾਂ ਸੀ ਗਿਆਨ, ਗਿਆਨ ਲੈ, ਗਿਆਨ ਵਿਗਿਆਨ। ਉਹ ਗਿਆਨ ਵਿਗਿਆਨ ਦੇ ਉੱਤੇ ਬੜੀ ਥਾਟਫੁਲ ਸੀ ਕਿ 12 ਦੇ 12 ਜ਼ਿਲ੍ਹਿਆਂ ਦੇ ਵਿੱਚ 45 ਦਿਨ ਨਾਟਕ ਕੀਤੇ ਗਏ ਜੀ। ਤੁਸੀਂ ਦੇਖ ਲਓ, ਉਦੋਂ 12 ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ 12 ਜ਼ਿਲ੍ਹੇ ਸੀਗੇ, ਸਾਰੇ ਜ਼ਿਲ੍ਹਿਆਂ 'ਚ ਨਾਟਕ ਕਰਨੇ, ਔਰ ਰੋਜ਼ ਦਿਨ ਨੂੰ ਗੋਲੀਆਂ ਚੱਲਦੀਆਂ ਸੀ, ਰਾਤ ਨੂੰ ਵੀ ਚੱਲਦੀਆਂ ਸੀ। ਇਹਦੇ ਬਾਵਜੂਦ ਕਰੇ ਗਏ। ਉਹ ਇੱਕ ਪਲਾਨ ਕਰੀ ਗਈ, ਪਹਿਲਾਂ ਡੀਸੈਂਟਰਲਾਈਜ਼ਡ ਪਾਵਰ ਦਿੱਤੀ ਗਈ। ਸੋ ਜਿਹੜੀ ਯੋਜਨਾਬੰਦੀ ਵਿਜ਼ਨ 'ਚੋਂ ਆਉਂਦੀ ਹੈ, ਇਕਰਾਰ ਵਿਜ਼ਨ 'ਚੋਂ ਆਉਂਦਾ। ਉਹ ਵਿਜ਼ਨ ਕੀ ਹੈ ਇਹਨਾਂ ਦਾ? ਉਹ ਵਿਜ਼ਨ ਹੈ ਨਹੀਂ, ਜੇ ਹੈ ਤਾਂ ਦੱਸ ਦੇਣ। ਇਹ ਤਾਂ ਉਧਾਰੇ, ਕਹਿੰਦਾ ਆਪਦੇ ਨੈਣ ਤੂੰ ਮੈਨੂੰ ਦੇ ਦੇ, ਤੂੰ ਮਟਕਾਉਂਦੀ ਫਿਰ। ਇਹ ਤਾਂ ਲੋਕਾਂ ਦੇ ਉਧਾਰੇ ਨੈਣ ਲੈ ਕੇ ਕੰਮ ਚਲਾ ਰਹੇ ਨੇ। ਉਧਾਰੇ ਨੈਣਾਂ ਨਾਲ ਨਹੀਂ ਚੱਲਦਾ ਹੁੰਦਾ, ਹਾਂਜੀ। ਤੇ ਆਪ ਮਰੇ ਬਿਨਾ ਕੌਣ ਸੁਰਗ ਨੂੰ ਜਾਵੇ। ਆਪੇ ਬਹੁਤ ਸਾਰੀਆਂ ਗੱਲਾਂ ਆਪੇ, ਵਿਜ਼ਨ ਆਪੇ ਬਣਾਉਣਾ ਹੁੰਦਾ। ਵਿਜ਼ਨ ਲੋਕਾਂ ਦੀ ਗੱਲ ਜ਼ਰੂਰ ਸੁਣਨੀ ਹੈ, ਪਰ ਵਿਜ਼ਨ ਆਪੇ ਬਣਾਉਣਾ ਹੁੰਦਾ। ਉਹ ਵਿਜ਼ਨ ਹੈ ਨਹੀਂ। ਹੁਣ ਇਕਰਾਰਨਾਮੇ ਦੀ ਗੱਲ ਕਰ ਲਈਏ। ਇਕਰਾਰਨਾਮੇ 'ਚ ਬਹੁਤੀਆਂ ਗੱਲਾਂ, ਕਿਉਂਕਿ ਕਿਸਾਨੀ 'ਚੋਂ ਆਏ ਨੇ, ਤਜਰਬਾ ਕਿਸਾਨੀ ਦਾ ਜ਼ਿਆਦਾ, ਇਸ ਕਰਕੇ ਉਹ ਬਹੁਤੀਆਂ ਗੱਲਾਂ ਹਰ ਗੱਲ 'ਚ ਕਿਸਾਨੀ ਵਾਲਾ ਪਾਰਟੀ ਘੁਸਿਆ ਹੋਇਆ। ਇੱਕ ਨੇ ਤਾਂ ਇਹ ਵੀ ਲਿਖਤਾ ਵੀ ਇਹ ਸਿਰਫ ਕਿਸਾਨੀ ਦਾ ਮੈਮੋਰੈਂਡਮ ਹੈ। ਇਕਰਾਰਨਾਮਾ ਉਸ ਵਿਜ਼ਨ ਦੀ ਡਾਕੂਮੈਂਟ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਸਾਡਾ ਇਹ ਇਕਰਾਰ ਹੈ, ਠੀਕ ਹੈ ਜੀ। ਇਹ ਇਕਰਾਰ ਕਾਹਦਾ ਹੈ? ਫਿਰ ਤੁਸੀਂ ਇਹ ਦੱਸਣਾ ਕੀ ਇਹ ਇਕਰਾਰ ਸਿਰਫ ਇਸ ਕਰਕੇ ਹੈ ਵੀ ਜੇ ਅਸੀਂ ਪਾਵਰ 'ਚ ਆਏ ਤਾਂ ਇਕਰਾਰਨਾਮਾ ਹੈ, ਕਿ ਇਹਨੂੰ ਸਮਾਜ 'ਚ ਇਕਰਾਰ ਕਰਾਉਣ ਵਾਸਤੇ, ਕਿਉਂਕਿ ਅਸੀਂ ਸਿਆਸੀ ਤਾਕਤ ਤਾਂ ਬਣ ਹੀ ਗਏ ਨਾ, ਕਿ ਅਸੀਂ ਇਹਨੂੰ ਫਿਰ ਲਾਗੂ ਕਰਾਉਣ ਵਾਸਤੇ ਦੂਜਿਆਂ ਨਾਲ ਲੜਾਈ ਕਰਾਂਗੇ। ਇਹ ਕਿਉਂਕਿ ਵਿਜ਼ਨ ਨਹੀਂ ਜੀ, ਚੋਣਾਂ ਦੇ ਵੇਲੇ ਬਣਾਇਆ। ਇਹ ਜਿਹੜੇ ਇਸ਼ੂ ਨੇ ਕਿ ਇਹਨਾਂ ਇਸ਼ੂ ਦੇ ਉੱਤੇ ਨਾਲ ਹੀ ਕਰੋ ਵੀ ਅਸੀਂ ਜਿੱਤੀ ਹਾਰੀਏ। ਮੈਂ ਜਿਹੜੀ ਗੱਲ ਕਹਿਣਾ ਸੀ, ਲੋਕ ਕੀ ਚਾਹੁੰਦੇ ਹੁੰਦੇ ਨੇ? ਲੋਕ ਦੋ ਗੱਲਾਂ ਚਾਹੁੰਦੇ ਨੇ। ਲੋਕਾਂ ਨੂੰ ਪਤਾ ਹੁੰਦਾ ਵੀ ਜਿਹੜਾ ਕੁਝ ਕਿਹਾ ਜਾਂਦਾ, ਹਮੇਸ਼ਾ ਅਸੀਂ ਕਹਿੰਦੇ ਹਾਂ, ਇੱਕ ਮਨ, ਬਚਨ ਤੇ ਕਰਮ ਦੀ ਸ਼ੁੱਧੀ। ਮਨ, ਬਚਨ ਤੇ ਕਰਮ ਦੀ ਸ਼ੁੱਧੀ ਦਾ ਮਤਲਬ ਇਹ ਨਹੀਂ ਵੀ ਕੋਈ ਉਹਨੂੰ ਨਵਾ ਕੇ ਹੋ ਜੂ, ਜਾਂ ਵਰਤ ਰੱਖ ਕੇ ਹੋ ਜੂ ਜੀ, ਜਾਂ ਪਾਠ ਕਰਕੇ ਹੋ ਜੂ। ਮਨ, ਬਚਨ ਤੇ ਕਰਮ ਦੀ ਸ਼ੁੱਧੀ ਜਿਹੜੀ ਸਾਡੇ ਬਜ਼ੁਰਗਾਂ ਨੇ ਕਹੀ ਹੈ, ਸਾਡੇ ਦਾਰਸ਼ਨਿਕਾਂ ਨੇ ਕਹੀ ਹੈ, ਫਲਸਫਰਾਂ ਨੇ ਕਹੀ ਹੈ, ਉਹ ਇਹ ਹੈ ਕਿ ਤੁਸੀਂ ਮਨ 'ਚੋਂ ਜੋ ਸੋਚਦੇ ਹੋ, ਸੋਚ ਬੜੀ ਉੱਚੀ ਹੁੰਦੀ ਹੈ, ਉਸੇ ਦਿਸ਼ਾ 'ਚ ਤੁਸੀਂ ਬਚਨ ਕਰਦੇ ਹੋ। ਬਚਨ ਉਲਟ ਦਿਸ਼ਾ 'ਚ ਨਹੀਂ ਕਰੋਗੇ। ਜਿਹੜੀ ਤੁਸੀਂ ਬਚਨ ਕਰਦੇ ਹੋ, ਉਹ ਬਚਨ ਜ਼ਿਆਦਾ ਵੱਡੇ ਹੁੰਦੇ ਨੇ, ਸੋਚ ਤੋਂ ਛੋਟੇ ਹੁੰਦੇ ਨੇ, ਪਰ ਜਿਹੜਾ ਤੁਹਾਡਾ ਕਰਮ ਹੈ ਓਡਾ ਹੋ ਨਹੀਂ ਸਕਦਾ ਬਚਨਾ ਜਿੱਡਾ। ਪਰ ਕਰਮ ਤੁਸੀਂ ਕਰਦੇ ਹੋ ਬਚਨ ਦੀ ਦਿਸ਼ਾ 'ਚ, ਕਰਮ ਘੱਟ ਹੋਏਗਾ। ਇਹ ਹੈ ਮਨ, ਬਚਨ, ਕਰਮ ਦੀ ਸ਼ੁੱਧੀ, ਕਿ ਜੋ ਸੋਚਦੇ ਹੋ ਉਹੀ ਬੋਲਦੇ ਹੋ, ਉਸੇ ਦਿਸ਼ਾ 'ਚ ਹੀ ਕੰਮ ਕਰਦੇ ਹੋ। ਹੁਣ ਇੱਥੇ ਕੀ ਹੈ? ਜੋ ਸੋਚਦੇ ਨੇ ਕੁਝ ਹੋਰ ਹੈ, ਜੋ ਬੋਲਦੇ ਨੇ ਕੁਝ ਹੋਰ ਹੈ। ਕਰਮ ਦਾ ਤਾਂ ਅਜੇ ਮੌਕਾ ਨਹੀਂ ਆਇਆ। ਸੋ ਇਸ ਕਰਕੇ ਲੋਕਾਂ ਨੂੰ ਜੇ ਅੱਜ ਕਿਸੇ ਨੇ ਸੁਨੇਹਾ ਦੇਣਾ, ਜਿਹੜਾ ਦੇ ਸਕਦੇ ਸੀ, ਜਿਨ੍ਹਾਂ ਦੇ ਵੋਟਾਂ ਵੀ ਵਧੀਆਂ, ਮੈਂ ਤੁਹਾਨੂੰ ਹੁਣ ਕਹਿਣਾ ਕਈ ਗੁਣਾ ਵਧੀਆਂ, ਕਿ ਦੇਖੋ ਜੀ ਅਸੀਂ ਚਾਹੇ ਜਿੱਤੀਏ ਚਾਹੇ ਹਾਰੀਏ, ਅਸੀਂ ਅਸੂਲ ਨਹੀਂ ਛੱਡਣੇ। ਤੋ ਪ੍ਰੈਕਟੀਕਲੀ ਨਜ਼ਰ ਵੀ ਆਉਣ। ਸ਼ੁਰੂਆਤੀ ਇੱਥੋਂ ਹੁੰਦਾ, ਸ਼ੁਰੂ ਇੱਥੋਂ ਹੁੰਦੀ ਕਹਾਣੀ। ਹਾਂ, ਵੀ ਸਾਡਾ ਜਿੱਤਣ ਹਾਰਨ ਦਾ ਸਵਾਲ ਨਹੀਂ। ਅਸੀਂ ਤਾਂ ਇਹਨਾਂ ਨੇ ਸਾਰੀ ਸਿਆਸਤ ਗੰਦ ਪਾਇਆ, ਪਰਿਵਾਰਵਾਦ ਚੱਲਿਆ ਹੋਇਆ, ਭਾਈ ਭਤੀਜਾਵਾਦ ਚੱਲਿਆ ਹੋਇਆ, ਛਾਲਾਂ ਮਾਰ ਕੇ ਜਾ ਰਹੇ ਨੇ ਇੱਕ ਦੂਜੇ ਪਾਸੇ, ਕਿਸੇ ਨੂੰ ਕੋਈ ਆਈਡੀਓਲੋਜੀ ਨਾਲ ਸੰਬੰਧ ਨਹੀਂ। ਤੇ ਅਸੀਂ ਸਟਰਗਲ ਤੋਂ ਸਿੱਖਿਆ ਆ ਵੀ ਏਕਾ ਕਰਕੇ ਅੱਗੇ ਵਧਾਉਣਾ ਹੁੰਦਾ, ਲੋਕਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਤੇ ਅਸੀਂ ਜਿੱਤੀਏ ਹਾਰੀਏ, ਅਸੀਂ ਲੋਕਾਂ ਦਾ ਏਕਾ ਨਹੀਂ ਟੁੱਟਣ ਦੇਣਾ। ਇੱਕ ਤਾਂ ਉਹ ਗੱਲ ਨਹੀਂ ਆਈ। ਦੂਜਾ, ਅਸੀਂ ਨਾ ਵੋਟ ਖਰੀਦਣੀ ਹੈ, ਨਾ ਕਿਸੇ ਦੇ ਹਾੜੇ ਕੱਢਣੇ ਨੇ ਵੋਟ ਪਾਉਣ ਨੂੰ, ਨਾ ਅਸੀਂ ਝੂਠੇ ਲਾਰੇ ਲਾਉਣੇ ਨੇ। ਅਸੀਂ ਸਿਰਫ ਇੱਕ ਵਾਅਦਾ ਕਰ ਸਕਦੇ ਹਾਂ, ਉਹ ਇਹ ਵੀ ਚਾਹੇ ਅਸੀਂ ਜਿੱਤੀਏ ਚਾਹੇ ਹਾਰੀਏ, ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਦੇ ਰਹਾਂਗੇ ਸਾਰੀ ਉਮਰ। ਇਹ ਤੁਹਾਨੂੰ ਯਕੀਨ ਦਿਵਾਉਣਾ, ਜਿੱਦੇ ਮਰਜ਼ੀ ਆ ਕੇ ਬਣ ਜਾਓ। ਤੀਜੀ ਗੱਲ, ਇਹ ਪਾਰਟੀਆਂ ਪਰਿਵਾਰਵਾਦੀ ਹੋ ਗਈਆਂ, ਇਹ ਪਾਰਟੀਆਂ ਵਿਅਕਤੀਵਾਦੀ ਹੋ ਗਈਆਂ, ਇਹ ਹੈਂਕੜਬਾਜੀ ਹੋ ਗਈਆਂ। ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦਾ ਫਸਤਾ ਵੱਢਾਂਗੇ। ਅਸੀਂ ਪਰਿਵਾਰਵਾਦ ਨੂੰ ਨਹੀਂ ਵੜਨ ਦਿਆਂਗੇ, ਅਸੀਂ ਜਾਤ ਪਾਤ ਨੂੰ, ਧਰਮ ਨੂੰ ਇਸ ਮਾਮਲੇ ਦੇ ਵਿੱਚ ਨਹੀਂ ਲਿਆਉਣ ਦਿਆਂਗੇ। ਜਾਤ ਪਾਤ ਦੇ ਨਾਂ ਤੇ, ਧਰਮ ਦੇ ਨਾਂ ਤੇ ਅਸੀਂ ਨਾ ਬਖੇੜਾ ਕਰੀਏ, ਨਾ ਕੈਂਡੀਡੇਟ ਖੜਾ ਕਰੀਏ, ਨਾ ਵੋਟ ਮੰਗੀਏ, ਚਾਹੇ ਅਸੀਂ ਹਾਰੀਏ ਚਾਹੇ ਜਿੱਤੀਏ। ਅਸੀਂ ਭਾਈਚਾਰਾ, ਏਕਾ, ਵਿਕਾਸ, ਸ਼ਾਂਤੀ ਜੀ, ਇਹਦੇ ਨਾਂ ਤੇ ਵੋਟ ਮੰਗਾਂਗੇ। ਇਹੀ ਕੰਮ ਕਰਾਂਗੇ। ਜਿੱਥੇ ਏਕਾ ਟੁੱਟਦਾ ਹੋਊਗਾ,
ਚਾਹੇ ਸਾਨੂੰ ਏਕਾ ਤੋੜ ਕੇ ਸਾਰੀਆਂ ਵੋਟਾਂ ਮਿਲ ਗਈਆਂ ਹੁਣ, ਜੀ 90% ਵੋਟਾਂ ਮਿਲ ਗਈਆਂ ਹੁਣ, ਅਸੀਂ ਏਕਾ ਨਹੀਂ ਟੁੱਟਣ ਦਿਆਂਗੇ, ਵੋਟਾਂ ਛੱਡ ਦਾਂਗੇ। ਇਹ ਲੋਕ ਇਹ ਚਾਹੁੰਦੇ ਨੇ, ਕਿਉਂਕਿ ਲੋਕ ਕੀ, ਪਿਆਸੇ ਨੂੰ ਕੀ ਦੀ ਲੋੜ ਆ? ਪਾਣੀ ਦੀ। ਬਿਲਕੁਲ। ਪਿਆਸੇ ਨੂੰ ਪਾਣੀ ਕੋਈ ਦੇ ਨਹੀਂ ਰਿਹਾ, ਹਰੇਕ ਕਹੀ ਜਾਂਦਾ ਮੈਂ ਤੈਨੂੰ ਦੁੱਧ ਦੀਆਂ ਨਦੀਆਂ ਵਗਾ ਦੂੰਗਾ। ਇਹ ਤਾਂ ਰੋਜ਼ ਕੰਨ ਪੱਕ ਗਏ ਉਹਦੇ ਸੁਣ ਕੇ। ਜਿਹੜਾ ਨਵਾਂ ਬੰਦਾ ਉਹਦਾ ਪਾਣੀ ਉਹ ਵੀ ਨਹੀਂ ਦੇ ਰਿਹਾ, ਉਹ ਵੀ ਕਹੀ ਜਾਂਦਾ ਮੈਂ ਦੁੱਧ ਦੀਆਂ ਨਦੀਆਂ ਵਗਾ ਦੂੰ। ਉਹ ਕਹਿੰਦਾ ਮੈਂ ਨਦੀਆਂ ਨਹੀਂ ਵਗਾਊਂਗਾ, ਮੈਂ ਖੂਹ ਭਰ ਦੂੰ ਤੁਹਾਡੇ। ਇੰਨੇ ਕੀ ਫਰਕ ਪਾ ਰਿਹਾ ਜੀ। ਸੋ ਇਸ ਕਰਕੇ ਜਿਹੜੀ ਚੀਜ਼ ਅੱਜ ਲੋਕਾਂ ਨੂੰ ਸਿਆਸਤ 'ਚ ਲੋੜ ਸੀ, ਉਹ ਲੋੜ ਤਾਂ ਸੀਗੀ ਇੱਕ ਨਵੇਂ ਸਿਆਸਤ ਦੇਣ ਦੀ, ਉਹਦੇ 'ਚ ਨਵਾਂ ਜਿਹੜਾ ਚੋਣ ਮਨੋਰਥ ਪੱਤਰ ਹੈ, ਜਿਹੜਾ ਨਵਾਂ ਵਿਜ਼ਨ ਦੇਣ ਦੀ, ਕਿ ਮੇਰਾ ਭਾਈ ਸਾਡਾ ਆਹ ਦ੍ਰਿਸ਼ਟੀਕੋਣ ਹੈ, ਇਸ ਦ੍ਰਿਸ਼ਟੀਕੋਣ ਨਾਲ ਪੰਜਾਬ ਦਾ ਐਂ ਵਿਕਾਸ ਹੋਣਾ ਹੈ। ਪੰਜਾਬ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਪੇਂਡੂਆਂ ਦਾ, ਸ਼ਹਿਰੀਆਂ ਦਾ, ਵਪਾਰੀਆਂ ਦਾ, ਆੜ੍ਹਤੀਆਂ ਦਾ, ਪੱਲੇਦਾਰਾਂ ਦਾ, ਛੋਟੇ ਦੁਕਾਨਦਾਰਾਂ ਦਾ, ਵੱਡੇ ਦੁਕਾਨਦਾਰਾਂ ਦਾ, ਫਿਰ ਇੰਡਸਟਰੀ ਦਾ, ਲਘੂ ਉਦਯੋਗ ਦਾ, ਦਰਮਿਆਨੇ ਉਦਯੋਗ ਦਾ, ਘਰੇਲੂ ਉਦਯੋਗ ਦਾ, ਵੱਡੀ ਇੰਡਸਟਰੀ ਦਾ, ਸ਼ਹਿਰਾਂ ਦਾ, ਪਿੰਡਾਂ ਦਾ, ਮਹਾਨਗਰਾਂ ਦਾ, ਇਹਦਾ ਵਿਕਾਸ ਕਿਵੇਂ ਹੋਊਗਾ? ਕੁਦਰਤ ਨਾਲ ਇੱਕ ਸੁਰਤਾ ਕਿਵੇਂ ਹੋਊਗੀ? ਸਾਡਾ ਵਾਤਾਵਰਨ ਖਰਾਬ ਹੋ ਰਿਹਾ, ਉਹਨੂੰ ਕਿਵੇਂ ਠੀਕ ਕਰਿਆ ਜਾਊਗਾ? ਇਹ ਵਿਜ਼ਨ ਦੀ ਲੋੜ ਸੀ। ਇਹ ਤਾਂ ਹੈ ਨਹੀਂ। ਤੁਸੀਂ ਮੰਨ ਲਓ ਵੀ ਮੈਂ ਕੱਲ ਹੈਲਥ 'ਚ ਦੇਖ ਰਿਹਾ ਸੀ, ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਇਹਨਾਂ ਕੀ ਹੈਲਥ 'ਚ ਲਿਖਿਆ? ਪਹਿਲੀ ਗੱਲ, ਕਿਤੋਂ ਪੜ੍ਹਿਆ ਹੋਣਾ, ਮੈਂ ਕਿਤੇ ਜਗ੍ਹਾ 'ਤੇ ਕੁਛ ਦਿਨ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਕਿ ਜੀ ਹੈਲਥ ਦੇ ਉੱਤੇ ਕੀ ਹੋਣਾ ਚਾਹੀਦਾ, ਜਰਾ ਦੱਸ ਦਿਓ। ਹਫ਼ਤਾ ਕੁ ਪਹਿਲਾਂ ਗਿਆ, ਮੈਂ ਰਾਤ ਨੂੰ ਹੀ ਲਿਖ ਕੇ 3000 ਵਰਡ ਦਾ ਭੇਜਤਾ। ਮੈਨੂੰ ਤਾਂ ਸੀਗਾ ਵੀ ਇਹਨਾਂ ਨੇ ਆਰਟੀਕਲ ਲਾਉਣਾ ਹੋਣਾ, ਪਰ ਜਿਹੜਾ ਮੈਂ ਲਾਸਟ ਸੈਂਟੈਂਸ ਲਿਖਿਆ ਸੀ ਵੀ ਹਾਲ ਦੀ ਘੜੀ ਇਹਦਾ ਬਜਟ ਦੁੱਗਣਾ ਕਰ ਦਿੱਤਾ ਜਾਵੇ ਹੈਲਥ ਦਾ, ਉਹ ਇਹਨਾਂ ਦਾ ਪਹਿਲਾ ਸੈਂਟੈਂਸ ਹੈ। ਅੱਛਾ, ਮੈਨੂੰ ਨਹੀਂ ਪਤਾ ਵੀ ਉਹ ਮੇਰੇ ਵਾਲੀ ਉਹਨਾਂ ਕੋਲ ਗਿਆ, ਕਿਉਂਕਿ ਉਹ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਸੇ ਸਰਕਲ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਬਿਨਾਂ ਕਹੇ ਕਿ ਅਸੀਂ ਚਾਹੀਦਾ, ਮੈਨੂੰ ਕਿਹਾ ਗਿਆ ਸੀ। ਮੈਂ ਤਾਂ ਸੋਚਿਆ ਵੀ ਛਾਪਣਾ ਛੁਪਣਾ ਹੋਣਾ ਇਹਨਾਂ ਨੇ, ਮੈਨੂੰ ਕੋਈ ਪਤਾ ਨਹੀਂ। ਮੈਂ ਤਾਂ ਜਦ ਪੜ੍ਹਿਆ ਤਾਂ ਮੈਨੂੰ ਲੱਗਾ ਵੀ ਫਿਰ ਗੱਲਾਂ ਮੈਂ ਹੋਰ ਕਰੀਆਂ ਜਿਹੜੀਆਂ ਉਹ ਉਹਨਾਂ ਨੇ ਲਿਖੀਆਂ ਨੇ, ਪਰ ਜਿਹੜੀ ਉਹਦੇ 'ਚ ਅਸਲੀ ਗੁੱਡੀ ਲਿਖੀ ਸੀ ਉਹ ਫੇਰ ਨਹੀਂ, ਕਿਉਂਕਿ ਹੈਲਥ ਦੀ ਸਮਝ ਤਾਂ ਹੈ ਨਹੀਂ। ਤੁਸੀਂ ਮੱਖੀ ਤੇ ਮੱਖੀ ਮਾਰ ਕੇ ਵੀ ਨਹੀਂ ਸਰ ਸਕਦੇ। ਇੱਕ ਤਾਂ 3000 ਸ਼ਬਦ ਨੂੰ ਤੁਸੀਂ 200 ਸ਼ਬਦਾਂ 'ਚ ਸਮੇਟਣਾ ਹੈ, ਤੇ ਫਿਰ ਤੁਹਾਨੂੰ ਉਹਦਾ ਅੰਦਰੋਂ ਤਾਂ ਪਤਾ ਹੋਣਾ ਚਾਹੀਦਾ ਵੀ ਗੱਲ ਕੀ ਹੈ। ਹੁਣ ਉਹ 'ਚ ਵੱਡੀ ਗੱਲ ਕੀ ਸੀ ਜਿਹੜੀ ਮੈਂ ਕਰਾਂ? ਵੱਡੀ ਗੱਲ ਇਹ ਸੀ ਸਿਹਤ 'ਚ ਕਿ ਪਿੰਡਾਂ ਦੇ ਲੋਕਾਂ ਨੂੰ ਨਾ ਐਮਰਜੈਂਸੀ ਮਿਲਦੀ ਹੈ 24 ਘੰਟੇ, ਤੇ ਨਾ ਸਪੈਸ਼ਲ ਸੇਵਾਵਾਂ ਮਿਲਦੀਆਂ ਨੇ। ਇਹ ਮਿਨੀਮਮ ਹੈ ਕਿ ਉਹਨਾਂ ਨੂੰ ਮਿਲਣ। ਇਹ ਤਾਂ ਮੈਂ ਜਿਹੜਾ ਮੈਂ ਲਿਖਿਆ ਵੀ ਘਰ ਦੇ ਨੇੜੇ ਸੇਵਾਵਾਂ ਮਿਲਣੀਆਂ ਚਾਹੀਦੀਆਂ ਨੇ, ਉਹ ਲਿਖਤਾ। ਕਿਹੜੀਆਂ ਮਿਲਣੀਆਂ ਚਾਹੀਦੀਆਂ ਦੱਸੀਆਂ, ਹੁਣ ਨਹੀਂ ਮਿਲ ਰਹੀਆਂ। ਵਿਆਹ ਮਿਲ ਨਹੀਂ ਰਿਹਾ, ਇਹ ਨੇੜੇ ਦੇਵਾਂਗੇ। ਕਿਵੇਂ ਦੇਵਾਂਗੇ ਨਾ ਦੱਸੋ, ਦੇਵਾਂਗੇ ਕੀ ਉਹ ਤਾਂ ਦੱਸ ਦਿਓ ਨਾ। ਸੋ ਮੈਂ ਤਾਂ ਕਹਿਣਾ ਵੀ ਜੇ ਇੱਕ ਤੁਸੀਂ ਨਾ ਉਦਾਹਰਾ ਦੇ ਕੇ ਕਰਨ ਦੀ ਕੋਸ਼ਿਸ਼ ਕਰੋਗੇ, ਕਿਤੋਂ ਗੱਲ ਨਹੀਂ ਬਣਨੀ। ਇੱਧਰ ਦੇਖ ਕੇ ਬਿਨਾਂ ਅੰਦਰੋਂ ਸਮਝ ਜ਼ਰੂਰੀ ਹੈ ਕਿਸੇ ਚੀਜ਼ ਦੀ। ਇਹੀ ਸਿੱਖਿਆ 'ਚ ਹਾਲ ਦੇਖਿਆ ਮੈਂ। ਸਿੱਖਿਆ ਦੇ ਉੱਤੇ ਇਹਨਾਂ ਦਾ ਜਿਹੜਾ ਕਹਿਤਾ ਵੀ ਉਹ ਜੀ ਫੀਸ ਜਿਹੜੀ ਹੈ, ਮੈਡੀਕਲ ਕਾਲਜਾਂ ਦੀ ਫੀਸ ਦੀ ਕੋਈ ਗੱਲ ਨਹੀਂ ਕਰੀ ਵੀ ਮੈਡੀਕਲ ਕਾਲਜਾਂ 'ਚ ਪੜ੍ਹਾਈ ਕਿਵੇਂ। ਉੱਥੇ ਜੇ ਕਰੋੜ ਰੁਪਈਆ ਸਰਕਾਰ ਨੇ ਫੀਸ ਤੈਅ ਕਰੀ ਹੋਈ ਹੈ, ਅੱਜ ਹੀ ਆਇਆ ਵੀ ਇੰਨੀਆਂ ਸੀਟਾਂ ਖਾਲੀ ਪਈਆਂ ਨੇ, ਕਿਉਂਕਿ ਫੀਸ ਉਹਦੀ 90 ਲੱਖ ਹੈ MD ਕੋਰਸ ਦੀ, MD MS ਦੀ। ਹੁਣ ਜਿਹੜਾ ਬੰਦਾ 90 ਲੱਖ ਰੁਪਈਆ ਦੇ ਕੇ ਪ੍ਰਾਈਵੇਟ 'ਚ ਕਰੇ ਹੋਇਆ MD, ਉਦੋਂ ਪਹਿਲਾਂ ਉਹ ਮੈਰਿਟ ਤੇ ਦਾਖਲਾ ਲੈ ਕੇ, ਉਦੋਂ ਪਹਿਲਾਂ 90 ਲੱਖ ਰੁਪਈਆ ਉਹ ਲਾਊਗਾ MBBS ਤੇ, ਉਹਦਾ ਦਿਮਾਗ ਖਰਾਬ ਹੈ ਵੀ ਇਹਨਾਂ ਨੂੰ ਕਾਲਜ ਲੈਕਚਰਾਂ ਨਾਲੋਂ ਘੱਟ ਤਨਖਾਹ ਤੇ ਕੰਮ ਕਰੇਗਾ ਇਹਨਾਂ ਕੋਲ ਆ ਕੇ, ਤਾਂ ਮਹਿੰਗੀ ਹੋਣੀ ਹੈ। ਸੋ ਉਹਨੂੰ ਵਿਜ਼ਨ ਹੀ ਨਹੀਂ ਹੈ ਵੀ ਕਿੱਥੇ ਜਾਣਾ। ਇੱਦਾਂ ਹੀ ਇੱਕ ਹੋਰ ਸਿੱਖਿਆ ਦੀ ਗੱਲ ਦਾ, ਸਿੱਖਿਆ 'ਚ ਵੀ ਐਂ ਹੋਊਗਾ, ਉਹਨਾਂ ਦੀ ਤਨਖਾਹ ਐਂ ਜਮ੍ਹਾਂ ਕਰਾਈ ਜਾਊ। ਕਿਤੇ ਨਹੀਂ ਲਿਖਿਆ ਕਿ ਜਿਹੜਾ ਪ੍ਰਾਈਵੇਟ ਸਕੂਲ ਹੈ ਉਹਦੇ ਵਿੱਚ ਜਿਹੜੀ ਮਿਨੀਮਮ ਵੇਜ ਹੈ ਉਹ ਤੋਂ ਘੱਟ ਤਨਖਾਹ ਤਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾਊਗੀ, ਦਿੱਤੀ ਜਾ ਰਹੀ ਹੈ। ਦੀ ਰੈਸ਼ਨਲ ਤਨਖਾਹ ਦੀ ਗੱਲ ਅਸੀਂ ਕਰਾਂਗੇ। ਫੀਸਾਂ ਦੀ ਗੱਲ ਕਰਤੀ ਕਿਉਂਕਿ ਫੀਸਾਂ ਦਾ ਐਜੀਟੇਸ਼ਨ ਹੁੰਦੀ ਸੀ। ਉਹਦੇ 'ਚ ਇਹ ਨਹੀਂ ਕਿਹਾ ਵੀ ਫੀਸਾਂ ਦੀ ਸਾਡੇ ਕੋਲ ਲਿਮੀਟੇਸ਼ਨ ਕੀ ਹੋਏਗੀ। ਅਸੀਂ ਕਿਸੇ ਕਾਨੂੰਨ 'ਚ ਕੰਮ ਕਰ ਰਹੇ ਹਾਂ, ਕਿਸੇ ਸੰਵਿਧਾਨ 'ਚ ਕੰਮ ਕਰ ਰਹੇ ਹਾਂ। ਫੀਸਾਂ ਦੀ ਤੈਅ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਇੱਕ ਲਿਮੀਟੇਸ਼ਨ ਹੈ। ਮੈਂ ਕਿਉਂ ਕਹਿਣਾ ਇਹ? ਕਿਉਂਕਿ ਮੈਨੂੰ ਹਾਈ ਕੋਰਟ ਨੇ ਉਸ ਕਮੇਟੀ ਦਾ ਮੈਂਬਰ ਬਣਾਇਆ ਜਿਹੜੀ ਜਸਟਿਸ ਰਣਜੀਤ ਸਿੰਘ ਦੇ ਅੰਡਰ ਬਣੀ, ਹਾਈ ਕੋਰਟ ਨੇ ਬਣਾਈ। ਤੇ ਉਦੋਂ ਬਾਅਦ ਜਸਟਿਸ ਸਾਹਿਬ ਚਲੇ ਗਏ ਤਾਂ ਦੂਜੇ ਜਸਟਿਸ ਅਮਰਦੱਤ ਆ ਗਏ। 3 ਮੈਂਬਰੀ ਕਮੇਟੀ ਸੀ ਉਹ। ਉਹਦਾ ਇੱਕ ਮੈਂਬਰ ਮੈਂ ਸੀ ਜਿਹਨੇ 4500 ਸਕੂਲਾਂ ਦਾ ਪ੍ਰਾਈਵੇਟ ਦਾ ਉਹਨਾਂ ਦੀ ਫੀਸ ਤੈਅ ਕਰਨੀ ਸੀ। ਉਹ ਡਾਟਾ ਇਕੱਠਾ ਕਰਿਆ,
ਉਦੋਂ ਤੇ ਅਸੀਂ 12 ਵਾਲੀਆਂ 'ਚ 5500 ਪੇਜ ਦੀ ਰਿਪੋਰਟ ਦਿੱਤੀ ਕੋਰਟ ਨੂੰ। ਸੋ ਜਿਹੜੇ ਕੱਲੀ ਕੱਲੀ ਗੱਲ ਸਟੱਡੀ ਕਰਕੇ ਉਹਦੇ ਵਿੱਚੋਂ ਨਿਕਲਦਾ ਤੁਹਾਡਾ ਵੀ ਅੱਛਾ ਆਹ ਸਮੱਸਿਆਵਾਂ ਨੇ ਲੋਕਾਂ ਦੀਆਂ। ਪਤਾ ਨਹੀਂ ਕਿੰਨੇ ਲੋਕਾਂ ਨੂੰ ਸੁਣਿਆ ਬੜਾ ਕੇ, ਸਕੂਲਾਂ ਨੂੰ ਸੁਣਿਆ, ਮਾਪਿਆਂ ਨੂੰ ਸੁਣਿਆ, ਬੱਚਿਆਂ ਨੂੰ ਸੁਣਿਆ, ਫੈਕਲਟੀ ਨੂੰ ਸੁਣਿਆ। ਸੋ ਜਦ ਤੱਕ ਤੁਸੀਂ ਉਹ ਇਕੱਠਾ ਨਹੀਂ ਕਰਦੇ, ਕੱਲੇ ਗਿਆਨ ਚੋਂ ਨਹੀਂ, ਪਰ ਉਹਦੇ ਨਾਲ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਐਜੂਕੇਸ਼ਨ ਹੈ ਕੀ। ਮੈਂ ਤਾਂ ਕਹਿਣਾ ਸਿੱਖਿਆ ਤੇ, ਸਿਹਤ ਤੇ, ਖੇਤੀ ਤੇ ਜੋ ਵੀ ਤੁਸੀਂ ਕਰੋਗੇ, ਫਿਰ ਇੱਕ ਹੋਰ ਹੁੰਦਾ ਜਦ ਤੁਸੀਂ ਵਿਜ਼ਨ ਤੋਂ ਨਿਕਲਦਾ ਹੈ ਵਾਇਦਾ। ਮੈਂ ਡਾਕਟਰ ਹਾਂ, ਜੇ ਮੈਂ ਡਾਕਟਰਾਂ ਦੇ ਪੱਖ ਦੀ ਹੀ ਗੱਲ ਕਰੀ ਜਾਵਾਂਗਾ, ਇਹ ਦੇਖਦੇ ਨਹੀਂ ਵੀ ਡਾਕਟਰ ਨੁਕਸ ਕੀ ਕਰਦੇ ਨੇ, ਫਿਰ ਤਾਂ ਮੈਂ ਕਹਾਂਗਾ ਰੱਬ ਤੋਂ ਤਾਰੇ ਤੋੜ ਦਿਓ ਬਸ ਡਾਕਟਰ, ਕਿਉਂਕਿ ਮੈਂ ਤਾਂ ਡਾਕਟਰ ਹਾਂ, ਮੈਂ ਡਾਕਟਰਾਂ ਦੀ। ਮੈਂ ਸਿਆਸਤਦਾਨਾਂ 'ਚ ਇਹ ਵੀ ਗੈਪ ਦੇਖਿਆ, ਈਵਨ ਕਮਿਊਨਿਸਟਾਂ 'ਚ ਵੀ। ਕੀ ਹੈ, ਜਿਹੜੇ ਡਾਕਟਰ ਨੂੰ ਡਾਕਟਰੀ ਦੀ ਗੱਲ ਤੋਂ ਅੱਗੇ ਨਹੀਂ ਟੱਪਦੇ ਵੀ ਸਾਡੇ ਤਾਂ ਅੱਜ ਆਹ ਹੋਣਾ ਚਾਹੀਦਾ, ਜਿਵੇਂ ਅਸੀਂ ਰੱਬ ਹਾਂ। ਜਿਹੜੇ ਟੀਚਰ ਉਹ ਕਹਿੰਦਾ ਮੈਨੂੰ ਆਹ ਹੋਣਾ ਚਾਹੀਦਾ, ਮੁਲਾਜ਼ਮ ਕਹਿੰਦਾ ਮੈਨੂੰ ਆਹ ਹੋਣਾ ਚਾਹੀਦਾ। ਜਿਹੜਾ ਸਿਆਸਤਦਾਨ ਹੈ ਉਹਨਾਂ ਨੇ ਸਾਰਿਆਂ ਨੂੰ ਇੱਕ ਬੈਲੈਂਸ ਕਰਨਾ। ਉਹਨੇ ਅੱਛਾ ਕਿਤੇ ਨਹੀਂ ਲਿਖਿਆ ਕਿ ਅਸੀਂ ਪੈਸਾ ਕਿਵੇਂ ਇਕੱਠਾ ਕਰਾਂਗੇ। ਉਹਦੀ ਜਿਹੜੀ ਇੱਕ ਹੁੰਦੀ ਆ ਤਰਕ ਸੰਗਤ ਵੰਡ, ਇੱਕ ਹੁੰਦੀ ਆ ਨਿਆਂ ਸੰਗਤ ਵੰਡ। ਤਰਕ ਸੰਗਤ ਠਹਿਰਾਉਣਾ ਤਾਂ ਰਾਮ ਰਹੀਮ ਜੀ ਪਰੋਲ ਨੂੰ ਵੀ ਤਰਕ ਸੰਗਤ ਕਹਿਤਾ ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਨੇ ਜੀ, ਤੁਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਬਾਕੀਆਂ ਨੂੰ ਦਿਨ ਇਹਨੂੰ ਦਿਨ ਫਲਾਣਾ ਫਲਾਣਾ। ਹਾਲਾਂਕਿ ਫਰਲੋ 15 ਦਿਨ ਤੋਂ ਵੱਧ ਨਹੀਂ ਹੋ ਸਕਦੀ, ਇਹ ਫਰਲੋ ਕਿਹਾ 21 ਦਿਨ ਦੀ, ਪਰੋਲ ਹੋ ਸਕਦੀ ਹੈ 21 ਦਿਨ ਦੀ, ਇਹ 'ਚ ਫਰਲੋ ਕਿਹਾ, ਫਰਲੋ 15 ਤੋਂ ਵੱਧ ਨਹੀਂ ਹੋ ਸਕਦੀ, ਨਾ ਹੈ। ਤੇ ਇਹ ਕਹਤਾ ਉਹਦਾ ਰਾਈਟ ਹੈ, ਪਰੋਲ ਔਰ ਫਰਲੋ ਕੋਈ ਰਾਈਟ ਨਹੀਂ ਹੈ। ਅਰਜੀ ਦੇਣਾ ਰਾਈਟ ਹੈ, ਪਰ ਉਹ ਲੈਣਾ ਉਹਦਾ ਕੋਈ ਰਾਈਟ ਨਹੀਂ ਵੀ ਉਹਨੂੰ ਮਿਲੇ ਵੀ, ਇਹ ਕੋਈ ਰਾਈਟ ਨਹੀਂ। ਇਕੁਅਲਿਟੀ 'ਚੋਂ ਲੈਂਦੇ ਨੇ ਆਰਟੀਕਲ 1400, ਜੇ ਬਾਕੀ ਹੁੰਦੇ ਨੇ ਇਹਨੂੰ ਕਿਉਂ ਨਹੀਂ ਦਿੰਦੇ, ਪਰ ਉਹ ਰਾਈਟ ਦਿੰਦਾ। ਹੁਣ ਉਹਦੇ ਵਿੱਚ ਜਿਹੜਾ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਸਾਰਿਆਂ ਨੂੰ ਇੱਕ ਬੈਲੈਂਸ ਕਰਨਾ ਹੁੰਦਾ ਹੈ। ਉਹ ਬੈਲੈਂਸ ਕਿਵੇਂ ਕਰੋਗੇ ਕਿ ਨਿਆਸ ਤਰਕ ਸੰਗਤ ਤਾਂ ਤੁਸੀਂ ਕਹਿ ਦੋਗੇ, ਜਿਵੇਂ ਤਰਕ ਦੀ ਗੱਲ ਮੈਂ ਕਰ ਰਿਹਾ ਸੀ, ਇਹ ਤਾਂ ਤਰਕ ਸੰਗਤ ਹੈ ਜੀ, ਅਸੀਂ ਐਂ ਤਰਕ ਸੰਗਤ ਵੰਡ ਕਰਾਂਗੇ। ਤਰਕ ਸੰਗਤ ਕੀ ਹੈ ਕਿ ਜੀ ਜਿਹੜੀ ਰੋਜ਼ ਸਰਕਾਰਾਂ ਕਰਦੀਆਂ ਨੇ, ਇੱਕ ਕਹਿੰਦੇ ਨੇ ਉਹ ਸਾਡੇ ਕਮਿਟਡ ਖਰਚੇ ਵੀ ਇਹ ਤਾਂ ਪੱਕੇ ਦੇਣੀ ਦੇਣੇ ਨੇ, ਇੱਕ ਹੈਗੇ ਚਲੰਤ ਖਰਚੇ, ਉਹ ਫਿਰ ਘਟਾਏ ਵਧਾਏ ਜਾ ਸਕਦੇ, ਕਿਉਂਕਿ ਜਿਹਦਾ ਪੱਕਾ ਦੇਣਾ ਉਹ ਤਾਂ ਦੇਣਾ ਹੀ ਹੈ, ਕਿਸ਼ਤ ਭਰਨੀਆਂ ਹੋਈਆਂ, ਬਾਕੀ ਚਲੰਤ ਘਟਾਤੇ ਵੀ ਸਬਜ਼ੀ ਘੱਟ ਲੈ ਲਓ, ਫਲ ਘੱਟ ਲੈ ਲਓ, ਘਰਾਂ 'ਚ ਵੀ ਹੁੰਦਾ ਹੈ, ਬਿਲਕੁਲ ਹੁੰਦਾ ਜੀ। ਹੁਣ ਇਹਨਾਂ ਨੇ ਵੀ ਉਹੀ ਕਰਤਾ, ਤੁਸੀਂ ਜਿਹੜੇ ਕਮਿਟਡ ਖਰਚੇ ਨੇ ਉਹੀ ਇੰਨੇ ਜ਼ਿਆਦਾ ਹੋ ਗਏ ਕਿ ਤੁਹਾਡੇ ਖਜ਼ਾਨੇ 'ਚ ਉਨਾ ਪੈਸਾ ਨਹੀਂ। ਉਹ ਕਮਿਟਡ ਵੱਧ ਕਿਵੇਂ ਗਏ? ਉਹ ਕਮਿਟਡ ਵਧੇ ਕਿ ਤੁਸੀਂ ਤਨਖਾਹਾਂ ਇੰਨੀਆਂ ਜ਼ਿਆਦਾ ਵਧਾਤੀਆਂ, ਮੁਲਾਜ਼ਮਾਂ ਦੀ ਗਿਣਤੀ ਘੱਟ ਹੈ, ਲੋੜ ਅਨੁਸਾਰ ਮੁਲਾਜ਼ਮ ਹੈ ਨਹੀਂ, ਤੇ ਤਨਖਾਹਾਂ ਤੁਸੀਂ ਥੱਬੇ ਵੰਡ ਤੇ, ਜਿਹਦੇ ਨਾਲ ਜਿੰਨਾ ਤੁਹਾਡੇ ਕੋਲ ਟੈਕਸ ਇਕੱਠਾ ਹੁੰਦਾ ਉਦੋਂ ਵੱਧ ਤੁਸੀਂ ਤਨਖਾਹਾਂ ਤੇ ਪੈਨਸ਼ਨਾਂ 'ਚ ਦੇ ਜਾਂਦੇ ਹੋ। ਕਾਂਗਰਸ ਨੇ ਹੁਣ ਹੀ ਦਿੱਤਾ ਸੀ, ਮੇਰੇ ਖਾਤੇ 'ਚ 1,65,000 ਰੁਪਇਆ ਆ ਗਿਆ। ਮੈਂ ਕਿਹਾ ਇਹ ਕਾਹਦਾ ਆ ਗਿਆ? ਕਹਿੰਦੇ ਜੀ ਏਰੀਆ ਪੈਨਸ਼ਨ। ਮੈਂ ਹੈਰਾਨ ਵੀ ਜਿਹੜੇ ਮੇਰੇ ਵਰਗੇ ਨੂੰ 1,15,000 ਪੈਨਸ਼ਨ ਮਿਲਣ ਲੱਗੀ, ਉਹਨੂੰ ਆਹ ਹੋਰ ਕਾਹਦੇ ਕੋਲ ਪੈਸੇ ਦਿੱਤੇ ਨੇ? ਤੁਸੀਂ ਜਿਹਨੂੰ 5,000 ਦਿੰਦੇ ਉਹਦੇ 10,000 ਕਰੋ ਪੈਸੇ, ਤਾਂ ਇਹਦਾ ਮਤਲਬ ਤੁਹਾਡੇ ਕੋਲ ਹੈਗੇ ਨੇ। ਜਿਹਨੂੰ ਇੰਨਾ ਪੈਸਾ ਪਹਿਲਾਂ ਹੀ ਮਿਲਦਾ ਮੁਲਾਜ਼ਮ ਨੂੰ 80,000 90,000 ਲੱਖ ਰੁਪਈਆ, ਉਹਨੂੰ ਤੁਸੀਂ ਹੋਰ ਦਿੱਤਾ। ਜਿਹਨੂੰ 5,000 7,000 ਤੇ ਮੁੰਜ ਕੁੱਟ ਰਹੇ ਹੋ ਉਹਨੂੰ ਦਿੱਤਾ ਹੀ ਨਹੀਂ। ਇਹਨਾਂ ਨੇ ਵੀ ਇਸ ਐਡਰੈਸ ਨਹੀਂ ਕਰੇ। ਸੋ ਤੁਹਾਨੂੰ ਇਸ਼ੂ ਕੀ ਹੈ? ਫਾਈਨੈਂਸ਼ੀਅਲ ਇਸ਼ੂ ਐਡਰੈਸ ਕਰਨੇ ਸੀ ਕਿ ਪੈਸਾ ਕਿੱਥੋਂ ਆਊਗਾ, ਕਿਵੇਂ ਉਹਦੀ ਵੰਡ ਹੋਏਗੀ, ਔਰ ਨਿਆਂ ਸੰਗਤ ਵੰਡ ਕਿਵੇਂ ਹੋਏਗੀ। ਨਿਆਂ ਸੰਗਤ ਵੰਡ ਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਪਰਿਵਾਰਾਂ ਤੇ ਨਹੀਂ ਖਰਚਾ ਕਰ ਦੇਣਾ, ਉਹ ਤੁਸੀਂ ਕਦੇ ਪਿੰਡਾਂ ਤੇ ਨਹੀਂ ਖਰਚਾ ਕਰ ਦੇਣਾ, ਤੁਸੀਂ ਕਦੇ ਮਹਾਨਗਰਾਂ ਤੇ ਨਹੀਂ ਕਰ ਦੇਣਾ, ਤੁਸੀਂ ਇੰਡਸਟਰੀ ਨੂੰ, ਤੁਸੀਂ ਬਿਜਲੀ ਨੂੰ, ਤੁਸੀਂ ਪਾਣੀ ਨੂੰ, ਤੁਸੀਂ ਸਿੱਖਿਆ ਨੂੰ, ਤੁਸੀਂ ਸਿਹਤ ਨੂੰ, ਉਹਦੀ ਨਿਆਂ ਸੰਗਤ ਵੰਡ ਕਰਨੀ ਹੈ। ਨਿਆਂ ਸੰਗਤ ਵੰਡ ਦੇ ਵਿੱਚ ਆ ਜਾਂਦਾ ਲੋੜ ਕਿੰਨੀ ਆ, ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ, ਕਿਹਦੀ ਘੱਟ ਹੈ। ਤਰਕ ਸੰਗਤ ਵੰਡ ਹੋਰ ਹੈ, ਇਹ ਵੱਧ ਤੋਂ ਵੱਧ ਤਰਕ ਸੰਗਤ ਵੰਡ ਦੀ ਗੱਲ ਕਰਦੇ ਨੇ, ਨਿਆਂ ਸੰਗਤ ਵੰਡ ਦੀ ਗੱਲ ਹੀ ਨਹੀਂ ਕਰਦੇ, ਜਿਹੜੀ ਕਿਸੇ ਸਿਆਸਤ ਨੇ ਨਹੀਂ ਕਰੀ, ਕਿਸੇ ਅਰਥ ਸ਼ਾਸਤਰੀ ਨੇ ਨਹੀਂ ਕਰੀ, ਕਿਸੇ ਸਿਆਸੀ ਰਾਜਨੀਤਿਕ ਸ਼ਾਸਤਰੀ ਨੇ ਨਹੀਂ ਕਰੀ, ਕਿਸੇ ਸਮਾਜ ਸ਼ਾਸਤਰੀ ਨੇ ਨਹੀਂ ਕਰੀ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਕਰੀ, ਕਿਸੇ ਪੋਲੀਟੀਕਲ ਐਗਜ਼ੈਕਟਿਵ ਯਾਨੀ ਕਿ ਜਿਹੜੇ ਮੰਤਰੀ ਬਣਦੇ ਨੇ, ਮੰਤਰੀ ਮੰਡਲ, ਉਹਨਾਂ ਨੇ ਨਹੀਂ ਕਰੀ। ਵੀ ਭਾਈ ਆ ਤੁਸੀਂ ਕੰਸੋਲੀਡੇਟਡ ਕਹੀ ਜਾਂਦੇ ਹੋ, ਕਮਿਟਡ ਖਰਚੇ ਕਹੀ ਜਾਂਦੇ ਹੋ, ਇਹ ਕਮਿਟਡ ਇੰਨੇ ਵਧੀ ਕਿਉਂ ਜਾਂਦੇ ਨੇ? ਸੋ ਇਸ ਕਰਕੇ ਜਿਹੜੀਆਂ ਅਲਾਮਤਾਂ ਨੇ, ਜਿਹੜਾ ਕਿਹਾ ਬਾਬੇ ਨੇ, ਐਸਾ ਦਾਰੂ ਲੋੜ ਲੈ ਚਿਤ ਵੰਜੇ ਰੋਗਾਂ ਘਾਣ, ਉਹ ਦਾਰੂ ਲੱਭੋ ਜਿਹਦੇ ਨਾਲ ਸਾਰੇ ਰੋਗਾਂ ਦਾ ਖਾਤਮਾ ਹੋਵੇ।
ਔਰ ਇਹ ਗੱਲ ਐਡੀ ਵੱਡੀ ਵਿਗਿਆਨਕ ਹੈ। ਅਸੀਂ ਡਾਕਟਰੀ 'ਚ ਪੜ੍ਹਾਉਂਦੇ ਹਾਂ ਮਰੀਜ਼ਾਂ ਨੂੰ, ਆਪਦੇ ਸਟੂਡੈਂਟ ਨੂੰ, ਵੀ ਜਦ ਬੰਦਾ ਆ ਕੇ ਤੁਹਾਨੂੰ ਕਈ ਅਲਾਮਤਾਂ ਦੱਸਦਾ, ਮੈਨੂੰ ਖੰਘ ਵੀ ਆ ਜੀ, ਬੁਖਾਰ ਵੀ ਆ ਜੀ, ਕਬਜੀ ਵੀ ਹੋਈ ਆ ਜੀ, ਰੋਟੀ ਵੀ ਹਜਮ ਨਹੀਂ ਆਉਂਦੀ ਜੀ, ਭੁੱਖ ਵੀ ਨਹੀਂ ਲੱਗਦੀ ਜੀ, ਸਰੀਰ ਥੱਕਿਆ ਰਹਿੰਦਾ ਜੀ, ਇਹ ਸਾਰਿਆਂ ਦੀ ਕੋਈ ਜੜ ਹੋਏਗੀ। ਇਹ ਤਾਂ ਨਿਸ਼ਾਨੀਆਂ ਨੇ, ਤਾਂ ਅਲਾਮਤਾਂ ਨੇ। ਹਾਂ, ਉਹ ਜੜ ਲੱਭੋ। ਬਾਬੇ ਨੇ ਅੱਜ ਤੋਂ 500 ਸਾਲ ਪਹਿਲਾਂ ਇਹ ਗੱਲ ਕਹੀ ਹੈ, ਐਸਾ ਦਾਰੂ ਲੋੜ ਲੈ ਜਿਤ ਵੰਝੇ ਰੋਗਾਂ ਘਾਣ, ਜਾਣੀ ਕਿ ਰੋਗ ਜਿਹੜੇ ਅਲਾਮਤਾਂ ਨੇ ਕਿੰਨੀਆਂ ਹੀ, ਉਹ ਸਾਰੀਆਂ ਖਤਮ ਹੋਣਗੀਆਂ, ਜੜ ਉਹਦੀ ਇੱਕ ਹੈ। ਸੋ ਇਸ ਕਰਕੇ ਇਹ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਸਾਰਾ ਕੰਮ ਖਰਾਬ ਹੋਇਆ ਹੈ, ਉਹਦੀ ਜੜ ਦੇ ਉੱਤੇ ਉਂਗਲ ਅਜੇ ਤੱਕ ਸਿਆਸੀ ਪਾਰਟੀਆਂ ਨੇ ਨਹੀਂ ਰੱਖੀ, ਮਾਰਾਂ ਨੇ ਨਹੀਂ ਰੱਖੀ, ਤੇ ਹੁਣ ਸੰਯੁਕਤ ਸਮਾਜ ਮੋਰਚੇ ਨੇ ਵੀ ਨਹੀਂ ਰੱਖੀ। ਇਹ ਰੱਖੀ ਕਰ ਜਾਣੀ ਹੈ ਜੀ, ਜਦ ਇਹਦੇ ਉੱਤੇ ਬਰੋਡ ਜਿਹੜੀਆਂ ਨੇ ਵੱਖ-ਵੱਖ ਧਿਰਾਂ ਦੀਆਂ ਕਾਨਫਰੰਸਾਂ ਵੱਡੀਆਂ ਕਰੀਆਂ ਜਾਣ, ਪੋਲੀਟੀਕਲ ਪਾਰਟੀਆਂ ਆਪਦੀਆਂ ਕਾਨਫਰੰਸਾਂ ਕਰਨ, ਉੱਥੇ ਯੂਥ ਵੀ ਹੋਵੇ, ਉੱਥੇ ਵੂਮਨ ਵੀ ਹੋਵੇ, ਉੱਥੇ ਕਾਸਟ ਕੰਬੀਨੇਸ਼ਨ ਵੀ ਹੋਵੇ, ਹਰੇਕ ਆਪਦੀ ਗੱਲ ਕਰੇ, ਕਰਨਗੇ ਉਹ ਆਪਦੀ, ਕਿਉਂਕਿ ਉਹਨਾਂ ਦੀ ਸੀਮਾ ਸੋਚ ਹੁੰਦੀ ਹੈ, ਪਰ ਉਹਦੇ ਚੋਂ ਇੱਕ ਰਾਏ ਬਣ ਕੇ ਆਏਗੀ, ਫਿਰ ਉਹ ਸਾਰਿਆਂ ਨੂੰ ਮਨਜ਼ੂਰ ਹੋਏਗੀ। ਫਿਰ ਕੋਈ ਨਹੀਂ ਕਹੇਗਾ ਜੀ ਦਲਿਤਾਂ ਨਾਲ ਤੱਕ, ਸ਼ਡਿਊਲ ਕਾਸਟਾਂ ਨਾਲ ਧੱਕਾ ਹੋ ਗਿਆ, ਇਹ ਬ੍ਰਾਹਮਣਾਂ ਨਾਲ ਧੱਕਾ ਹੋ ਗਿਆ, ਇਹ ਔਰਤਾਂ ਨਾਲ ਧੱਕਾ ਹੋ ਗਿਆ, ਇਹ ਬੱਚਿਆਂ ਨਾਲ ਧੱਕਾ ਹੋ ਗਿਆ, ਇਹ ਯੂਥ ਨਾਲ ਧੱਕਾ ਹੋ ਗਿਆ, ਇਹ ਬਜ਼ੁਰਗਾਂ ਨਾਲ ਧੱਕਾ ਹੋ ਗਿਆ, ਇਹ ਪੇਂਡੂਆਂ ਨਾਲ ਹੋ ਗਿਆ, ਇਹ ਸ਼ਹਿਰੀਆਂ ਨਾਲ ਹੋ ਗਿਆ, ਇਹ ਬਸਤੀਆਂ ਨਾਲ ਹੋ ਗਿਆ, ਇਹ ਵਿਹੜਿਆਂ ਨਾਲ ਹੋ ਗਿਆ, ਇਹ ਜੱਟਾਂ ਦੇ ਹੱਕ 'ਚ ਹੋ ਗਿਆ, ਇਹ ਕਿਸਾਨਾਂ ਦੇ ਹੱਕ 'ਚ ਹੋ ਗਿਆ, ਇਹ ਮਜ਼ਦੂਰਾਂ ਦੇ ਹੱਕ 'ਚ ਹੋ ਗਿਆ। ਇਹ ਨਹੀਂ ਕਹਿਣਗੇ ਉਹ, ਕਿਉਂਕਿ ਰਿਲਕੀ ਕੀ ਗੱਲ, ਸਾਰਿਆਂ ਦੇ ਨੁਮਾਇੰਦੇ ਉੱਤੇ ਬੈਠੇ ਨੇ, ਪਾਰਟੀਆਂ ਦੀ ਵਿਜਨ, ਉਹ ਪਾਰਟੀਆਂ 'ਚੋਂ ਚਰਚੇ ਖਤਮ ਹੋ ਗਈ, ਇਸ ਕਰਕੇ ਅਲਾਹਮ ਹੁੰਦਾ, ਜੋ ਮਰਜ਼ੀ ਕਹਿ ਦਿੰਦੇ ਨੇ। ਇਹੀ ਗੱਲ ਸੰਯੁਕਤ ਸਮਾਜ ਮੋਰਚੇ ਨੇ ਆਪਦੇ ਮੈਨੀਫੈਸਟੋ 'ਚ ਕਹੀ ਹੈ, ਔਰ ਜਿਹਨੂੰ ਇਹਨਾਂ ਨੇ ਇਕਰਾਰਨਾਮਾ ਕਿਹਾ। ਸੋ ਮੈਂ ਤਾਂ ਇਕਰਾਰਨਾਮੇ 'ਚ ਮੇਰਾ ਇਤਰਾਜ਼ ਹੈ ਵੀ ਵਿਜ਼ਨ ਤੋਂ ਬਗੈਰ ਇਕਰਾਰ ਹੁੰਦਾ ਹੀ ਨਹੀਂ। ਜੇ ਵਿਜ਼ਨ ਤੋਂ ਬਗੈਰ ਇਕਰਾਰ ਹੈ ਤਾਂ ਇਹਨੂੰ ਅਸੀਂ ਕਹਿੰਦੇ ਹਾਂ ਆਪਦੀ ਡਾਕਟਰੀ 'ਚ, ਇਹ ਸਰਜਨ who tries to learn surgery without books is sailing in an uncharted sea। ਉਹ ਸਰਜਨ ਜਿਹੜਾ ਕਿਤਾਬਾਂ ਤੋਂ ਬਿਨਾਂ ਡਾਕਟਰੀ ਕਰਨੀ ਚਾਹੁੰਦਾ ਹੈ, ਉਹ ਜਿਹਾ ਨਾਵਕ ਹੈ ਜਿਹਦੇ ਕੋਲ ਕੰਪਾਸ ਨਹੀਂ ਹੈ, ਰਸਤੇ ਦਾ ਨਹੀਂ ਪਤਾ, ਰਸਤੇ ਦਾ ਹੀ ਪਤਾ ਨਹੀਂ ਹੈ, ਬੇੜੀ ਠੇਲਤੀ ਉਹਨੇ, ਬੇੜੀ ਠੇਲਤੀ ਬਸ। ਸੋ ਡਾਕਟਰ ਸਾਹਿਬ ਇਹਨਾਂ ਨੇ ਬੇੜੀ ਠੇਲਤੀ ਹੈ ਤੇ ਉਹ ਕਿਨਾਰੇ ਦਾ ਪਤਾ ਨਹੀਂ, ਦਿਸ਼ਾ ਦਾ ਪਤਾ ਨਹੀਂ। ਹਾਂਜੀ। ਸੋ ਡਾਕਟਰ ਸਾਹਿਬ ਬਹੁਤ ਵਿਸਥਾਰ ਦੇ ਨਾਲ ਅੱਜ ਆਪਾਂ ਸੰਯੁਕਤ ਸਮਾਜ ਮੋਰਚਾ ਦੀਆਂ ਕਮਜ਼ੋਰੀਆਂ ਕੀ, ਪ੍ਰਚਾਰ ਕਿਉਂ ਪਛੜ ਗਿਆ, ਇਕਰਾਰਨਾਮੇ ਦੇ ਵਿੱਚ ਕਿਹੜੀਆਂ ਕਮੀਆਂ ਕਮਜ਼ੋਰੀਆਂ ਨੇ, ਇਹਦੇ ਬਾਵਜੂਦ ਵੀ ਲੋਕ ਫਿਰ ਵੀ ਇਹਨਾਂ ਤੇ ਵਿਸ਼ਵਾਸ ਕਰਕੇ ਵੋਟਾਂ ਪਾਉਣਗੇ, ਇਸ ਗੱਲ ਦੀ ਉਮੀਦ ਵੀ ਹੈ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਚੋਣ ਪ੍ਰਚਾਰ ਕਰਦੇ ਆ, ਚੋਣ ਮੈਦਾਨ ਦੇ ਵਿੱਚ ਹੋਰ ਨਵੇਂ-ਨਵੇਂ ਰੰਗ ਵੀ ਦੇਖਣ ਨੂੰ ਮਿਲਣਗੇ। ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਣੀਆਂ ਮੁਲਾਕਾਤਾਂ ਇਸ ਤਰ੍ਹਾਂ ਹੁੰਦੀਆਂ ਰਹਿਣ। ਤੁਹਾਡਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਸਨ ਡਾਕਟਰ ਪਿਆਰੇ ਲਾਲ ਗਰਗ, ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਕਿਉਂ ਬਣਿਆ, ਕਿਵੇਂ ਪ੍ਰਚਾਰ ਕਰ ਰਿਹਾ, ਕਿੱਥੇ ਕਮੀਆਂ ਕਮਜ਼ੋਰੀਆਂ ਨੇ, ਤੇ ਕਿਵੇਂ ਲੋਕ ਉਹਨਾਂ ਤੇ ਵਿਸ਼ਵਾਸ ਕਰ ਰਹੇ ਸੀ ਤੇ ਹੁਣ ਕਿਉਂ ਇਸ ਸਥਿਤੀ ਦੇ ਉੱਤੇ ਆ ਕੇ ਖੜ ਗਿਆ। ਇਹ ਸਾਰੀਆਂ ਗੱਲਾਂ ਵਿਸਥਾਰ ਨਾਲ ਦੱਸੀਆਂ ਨੇ। ਉਮੀਦ ਕਰ ਰਿਹਾ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਜੇ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।